ਮੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:18 ਹੋਏ ਨੇ। 25 ਨਵੰਬਰ ਦਾ ਦਿਨ ਵਰਾ 2021 ਦਾ ਵੀਰਵਾਰ ਹੈ। 10 ਮੱਘਰ ਨਾਨਕ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਚੋਂ ਨਵਕਿਨ ਸਿੰਘ ਪੱਤੀ ਸੁਣਾਉਣਗੇ ਤਰਮੀਆਂ ਉੱਪਰਲੀਆਂ ਖਬਰਾਂ ਤੇ ਨਾਲ ਹੀ ਫਿਰ ਆਉਣਾ ਅੱਜ ਸ਼ੁਕਲਾ ਜੀ ਨੇ। ਹੱਸਦੇ ਸ਼ੁਕਲਾ ਜੀ ਗੱਲ ਟੈਲੀਫੋਨ ਤੇ ਕਰਦੇ ਹੁੰਦੇ, ਲੱਗਦੇ ਉਹ ਜਿਵੇਂ ਹੱਸਦੇ ਹੁੰਦੇ, ਸਦਾ ਹੀ ਹਾਸਾ ਉਹਨਾਂ ਦੇ ਮੂੰਹ ਤੇ ਆ। ਤੇ ਅੱਜ ਗਿਆਨ ਦੀ ਗੱਲ ਵੀ ਸੁਣਾ ਕੇ ਜਾਣਗੇ। ਉਹਦੇ ਬਾਅਦ ਜਦੇ ਹੀ 10:10 ਤੇ ਡਾਕਟਰ ਸ਼ੈਲਿੰਦਰਾ ਸਿੰਘ ਉਹ ਗੱਲਬਾਤ ਕਰਨਗੇ ਕਿ ਬਾਹਰਲੇ ਪੜ੍ਹੇ ਡਾਕਟਰ ਨੇ ਜਿਹੜੇ IGM ਨੇ, ਜਿਹੜੇ ਉਹ IMG ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਨੇ, ਉਹਨਾਂ ਦਾ ਇੱਥੇ ਕੀ ਹਾਲ ਹੈ। ਤੁਸੀਂ ਪਿਛਲੀ ਵਾਰ ਉਹਨਾਂ ਤੋਂ ਸੁਣਿਆ ਸੀ ਬੀਕਾਨੇਰ ਉਹ ਕਿਹੜੀਆਂ ਪ੍ਰੈਕਟਿਸ ਕਰਕੇ ਨੇ, ਸਰਜਨ ਰਹੇ ਨੇ, ਫਿਰ ਫੋਰਟਿਸ ਤੇ ਅਪੋਲੋ 'ਚ ਲੁਧਿਆਣੇ ਕੰਮ ਕਰਦੇ ਰਹੇ ਨੇ, ਹੁਣ ਊਬਰ ਚਲਾਉਂਦੇ ਆ। ਉਹਨਾਂ ਨੇ ਇੱਕ ਕੇਸ ਜਿਹੜਾ ਹਿਊਮਨ ਰਾਈਟਸ ਟ੍ਰਿਬਿਊਨਲ ਦੇ ਵਿੱਚ ਚੱਲ ਰਿਹਾ, ਉਸ ਦੇ ਬਾਰੇ ਜਾਣਕਾਰੀ ਦੇਣਗੇ। ਮੈਂ ਇਸ ਦੇ ਬਾਰੇ 2 ਦਸੰਬਰ ਨੂੰ ਅਗਲੇ ਵੀਰਵਾਰ ਨੂੰ ਇੱਕ ਖਾਸ ਗੱਲ ਰਿਸਰਚ ਬੇਸਡ ਕਰਨੀ ਹੈ ਤੁਹਾਡੇ ਨਾਲ ਕਿ ਵਾਕਿਆ ਹੀ ਜਿਹੜੀਆਂ ਸਾਡੀਆਂ ਸਿਹਤ ਸੇਵਾਵਾਂ ਨੇ ਉਹ ਕਿਹੋ ਜਿਹੀਆਂ ਨੇ। ਇਸ 'ਤੇ ਗੱਲਬਾਤ ਹੋਈ। ਡਾਕਟਰ ਇਨਫ ਹੈਗੇ ਤੇ ਜਾਂ ਕੀ ਮੁਸ਼ਕਲ ਹੈ। ਤੁਸੀਂ ਸ਼ਾਮਲ ਹੋਣਾ 604 204 0600 ਤੇ 604 204 0600 ਤੇ ਮੇਰਾ ਸੈੱਲ ਨੰਬਰ ਹੈ 604 729 1224 604 729 1224। ਕਹਿੰਦਾ ਇਹ ਕਿਹੜਾ ਨੰਬਰ ਹੈ? ਕਹਿੰਦਾ ਸੈਲਰ 604 204 0600 ਤੇ 604 277 0600 ਇਹ ਦਫ਼ਤਰ ਦਾ ਨੰਬਰ ਹੈ। ਇਹ ਫੁਦਕਣ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ, ਉੱਡੇ ਕਾਗ ਜੋ ਤੂਤਾਂ ਘੋਨਿਆਂ ਤੋਂ ਚਿੜੀ ਜ਼ਾਤ ਖੇਡੇ ਸਾਗਵਾਨ ਉੱਤੇ, ਮੋਰ ਪੰਖ ਦਾ ਬੂਟੜਾ ਚੌਰ ਕਰੇ ਹਵਾ ਅਥਰੀ ਦੇ ਫਰਮਾਨ ਉੱਤੇ, ਜਾਂ ਕਿਸੇ ਸ਼ਿਕਾਰੀ ਦਸਤੇ ਨੇ ਬੋਸਾ ਰੱਖਿਆ ਤੀਰ ਕਮਾਨ ਉੱਤੇ, ਹੈ ਮਹਿਕ ਜੋ ਪੈਂਦਾ ਰੇਤੜਵੇ ਚੌਂ ਕਣੀਆਂ ਦੇ ਫਸਲਾਣ ਉੱਤੇ, ਜਾਂ ਨੀਹਾਂ ਉੱਗੜ ਜਾਂਦੀਆਂ ਨੇ ਜੋ ਘੂੰਗਟ ਦੇ ਸਰਕਾਨ ਉੱਤੇ, ਜੋ ਸਹੇ ਨੇ ਛਾਲ ਲਗਾ ਦਿੱਤੀ ਜੰਗਲ ਦੀ ਕਿਸੇ ਢਲਾਣ ਉੱਤੇ, ਜਾਂ ਬੂਟੀਆਂ ਪਾਉਂਦਾ ਖੂਨ ਜਿਵੇਂ ਇੱਕ ਯੋਧੇ ਦੀ ਕਿਰਪਾਨ ਉੱਤੇ, ਇਉਂ ਫੁਦਕਣ ਲੱਗਦੀ ਜਿੰਦ ਸਾਡੀ ਫੁਦਕੂ ਕਰਦੀ ਹੈ ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ। ਹਰਮਨਜੀਤ ਲਿਖ ਸਕਦਾ ਹੈ। ਧੰਨਵਾਦ ਜੀ ਸਾਰਿਆਂ ਦਾ ਜਿੰਨੇ ਵੀ ਜੁੜ ਕੇ ਬੈਠੇ ਹੋ। ਮੀਂਹ ਕਹਿੰਦਾ ਦੇਣਾ ਕੀ ਹੈ ਤੇਰਾ, ਮਾਮਾ ਨੂੰ ਕਿਹੋ ਵੀ ਤਵਾ ਬੱਗਮਾ ਸਿੱਟਣ ਪੁੱਠਾ, ਕਿਤੇ ਬਾਹਰਲੇ ਕਿਸੇ ਜਿਨ੍ਹਾਂ ਦਾ ਵਿਹੜਾ ਹੈ, ਜਿਨ੍ਹਾਂ ਦੇ ਵਿਹੜਿਆਂ 'ਚ ਨੇ, ਇਹਨੂੰ ਰੋਕੋ ਠੱਲੋ, ਇਹਨੂੰ ਕੋਈ ਠੱਲੋ। ਇਹਨੇ ਹੜਲੂ ਲਿਆਂਦਾ, ਪਤਾ ਨਹੀਂ ਕਦ ਖੜਨਾ, ਤੇ ਇਹਨੇ ਅੱਜ ਦੇ ਮੀਂਹ ਨੇ ਫੇਰ ਹੋਰ ਖਰਾਬ ਗੱਲ ਕਰਨੀ ਹੈ। 604 906 74 13 ਸਤਿੰਦਰਪਾਲ ਸਿੰਘ ਬਰਾੜ ਦਾ ਫੋਨ ਹੈ, ਜਿਹੜੇ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਨ ਸਿੰਘ ਪੱਤੀ ਨੂੰ ਪੱਤੀ ਸੇਖਵੇਂ ਬਰਨਾਲਿਓਂ ਨਾਲ ਲਿਆ ਕੇ ਬਿਠਾਉਂਦੇ ਆ। ਬਾਈ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਸ਼ਹਿਰ ਪਟਿਆਲੇ ਦੇ ਫਿਰ ਮੇਅਰ ਨੂੰ ਬਦਲਤਾ ਸੈ ਤੇ ਕੋਲ ਹੁਣ ਪਟਿਆਲੇ ਕਹਿੰਦੇ ਕੈਪਟਨ ਆਉਣ ਲੱਗ ਗਿਆ, ਪਹਿਲਾਂ ਨਹੀਂ ਆਇਆ। ਕੀ ਬਣੀ ਗੱਲ ਫਿਰ? ਗਿੱਲ ਜੀ ਗਿੱਲ ਸਾਹਿਬ, ਵਾਕਈ ਸਥਿਤੀ ਇੱਥੋਂ ਤੱਕ ਆ ਗਈ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਮੰਤਰੀਆਂ ਨੂੰ ਨਹੀਂ ਸੀ ਮਿਲਦਾ, ਵਿਧਾਇਕਾਂ ਨੂੰ ਨਹੀਂ ਸੀ ਮਿਲਦਾ, ਉਹਦੇ ਬਾਰ 'ਚ ਖੜੇ ਰਹਿੰਦੇ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਤਾਂ ਕੈਪਟਨ ਅਮਰਿੰਦਰ ਸਿੰਘ ਉਹਨੂੰ ਨਹੀਂ ਸੀ ਛੇਤੀ ਕੀਤਿਆਂ ਮਿਲਦਾ। ਉਹ ਕੈਪਟਨ ਅਮਰਿੰਦਰ ਸਿੰਘ ਇੱਥੋਂ ਤੱਕ ਗਰਾਊਂਡ ਲੈਵਲ ਦੇ ਉੱਤੇ ਉਤਰਿਆ ਆ ਹੁਣ ਕਿ MC ਨਾਲ ਲਈ ਫਿਰਦਾ ਸੀ। MC ਪੰਚਾਇਤ ਮੈਂਬਰ ਇਸ ਦੀ ਸਭ ਤੋਂ ਛੋਟੀ ਪੌੜੀ ਹੁੰਦੀ ਹੈ ਵੋਟਾਂ ਵਾਲੇ ਸਿਸਟਮ ਦੀ, ਗਿੱਲ ਸਾਹਿਬ। ਔਰ ਉਸ ਸਿਸਟਮ ਦੇ ਵਿੱਚ ਜਦੋਂ ਕਪਤਾਨ ਸਾਹਿਬ MC ਕੱਲੇ ਨੂੰ ਨਾਲ ਲਈ ਫਿਰਦਾ ਹੋਵੇ, ਮੇਅਰ ਦੀ ਚੋਣ 'ਚ ਪਟਿਆਲੇ ਗੇੜੇ ਦਿੰਦਾ ਫਿਰਦਾ ਹੋਵੇ, ਤੇ ਇੱਥੋਂ ਪਤਾ ਲੱਗਦਾ ਹੈ ਕਿ ਸਥਿਤੀਆਂ ਕਿੱਥੋਂ ਤੇ ਕਿੱਥੇ ਪਹੁੰਚਦੀਆਂ ਨੇ। ਗੱਲ ਹੋਈ ਵੀ ਆਈ ਜੀ, ਜਿਹੜਾ ਪਟਿਆਲਾ ਦਾ ਮੇਅਰ ਹੈ ਉਹ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਨੇੜਲਾ ਹੈਗਾ। ਉਹਨੂੰ ਬਦਲਣ ਦੀ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀਗੀ। ਤਾਂ ਪਿਛਲੇ ਦਿਨੀ ਬੀਬੀ ਪ੍ਰਨੀਤ ਕੌਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮੇਅਰ ਨੂੰ ਨਾਲ ਲੈ ਕੇ ਮਿਲੀ, ਔਰ ਉਦੋਂ ਇਹ ਗੱਲ ਚੱਲੀ ਸੀ ਕਿ ਮੇਅਰ ਦੀ ਕੁਰਸੀ ਬਚੀ ਰਹੇ, ਪਟਿਆਲਾ ਬਚਿਆ ਰਹੇ।
ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਹੁਣ ਪਿਛਲੇ ਦਿਨਾਂ ਤੋਂ ਲਗਾਤਾਰ ਭਾਜਪਾ ਦੇ ਪੱਖ 'ਚ ਬਿਆਨ ਦੇ ਰਹੇ ਸੀ, ਲਗਾਤਾਰ ਇਹ ਗੱਲਾਂ ਆ ਰਹੀਆਂ ਸੀ ਕਿ ਉਹ ਭਾਜਪਾ ਦੇ ਪੱਖ 'ਚ ਪ੍ਰਚਾਰ ਵੀ ਕਰਨਗੇ, ਕਾਂਗਰਸ ਦੇ ਖਿਲਾਫ ਵੀ ਬੋਲਣਗੇ, ਤਾਂ ਉਹਦੇ 'ਚੋਂ ਫਿਰ ਇਹ ਕਾਂਗਰਸੀਆਂ ਨੇ ਗੱਲ ਅੰਦਰ ਖਾਤੇ ਤੈਅ ਕਰ ਲਈ ਕਿ ਹੁਣ ਮੇਅਰ ਦੀ ਕੁਰਸੀ ਹੈ ਜਿਹੜੀ ਉਹ ਹਿਲਾਉਣੀ ਪਊਗੀ, ਜਿਹਦੇ ਤੋਂ ਸੰਜੀਵ ਬਿੱਟੂ ਜਿਹੜਾ ਮੇਅਰ ਨਗਰ ਨਿਗਮ ਪਟਿਆਲਾ ਦਾ, ਉਹਨੂੰ ਬਹੁਮਤ ਸਾਬਤ ਕਰਨ ਦੇ ਲਈ ਕਿਹਾ ਗਿਆ। ਉਹਨੇ ਬਹੁਮਤ ਸਾਬਤ ਕਰਨ ਦੇ ਲਈ ਗਿੱਲ ਸਾਹਿਬ ਅੱਜ ਦਾ ਦਿਨ ਰੱਖਿਆ ਸੀਗਾ। ਟੋਟਲ 60 ਕਾਉਂਸਲਰ ਨੇ ਪਟਿਆਲਾ ਦੇ ਵਿੱਚ, 3 ਉੱਥੋਂ ਦੇ MLA ਨੇ ਜਿਨ੍ਹਾਂ ਦੀਆਂ ਵੋਟਾਂ ਨੇ, ਕਿਉਂਕਿ ਪਟਿਆਲਾ ਦਾ ਜਿੱਥੋਂ ਤੱਕ ਮਿਊਨਿਸਪੈਲਿਟੀ ਦਾ ਏਰੀਆ ਪੈਂਦਾ, ਨਗਰ ਕੌਂਸਲ ਦਾ ਜਿੱਥੋਂ ਤੱਕ ਨਗਰ ਨਿਗਮ ਦਾ ਏਰੀਆ ਪੈਂਦਾ, ਉੱਥੋਂ ਤੱਕ 3 MLA ਆਉਂਦੇ ਨੇ, 2 ਕਾਂਗਰਸੀ ਨੇ, 1 ਅਕਾਲੀ ਦਲ ਦੇ ਚੰਦੂ ਮਾਜਰਾ ਦਾ ਮੁੰਡਾ ਹੈ। ਤਾਂ 63 ਵੋਟਾਂ ਗਿੱਲ ਸਾਹਿਬ ਕੁੱਲ ਬਣਦੀਆਂ ਨੇ, ਔਰ ਉਹਦੇ ਚੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਪੱਖੀ ਮੇਅਰ ਆ, ਉਹ ਪਿਛਲੇ ਕਈ ਦਿਨਾਂ ਤੋਂ MC ਨੂੰ ਨਾਲ ਲੈ ਕੇ ਜਿਹੜਾ ਉਹ ਮੋਤੀ ਮਹਿਲ ਦੇ ਵਿੱਚ ਡਟਿਆ ਹੋਇਆ ਸੀ, ਉੱਥੇ ਹੀ ਖਾਣ ਪੀਣ, ਉੱਥੇ ਹੀ ਉਹਨਾਂ ਨੂੰ ਗਿੱਲ ਸਾਹਿਬ ਜਿਹੜਾ ਰੱਖਿਆ ਗਿਆ ਸੀਗਾ ਤਾਂ ਕਿ ਉਹ ਤੋੜੇ ਨਾ ਜਾ ਸਕਣ। ਦੂਜੇ ਪਾਸੇ ਜਿਹੜੇ ਕਾਂਗਰਸ ਦੀ ਮੌਜੂਦਾ ਧਿਰ ਵਾਲੇ ਪਾਸੇ MC ਨੇ, ਉਹਨਾਂ ਨੂੰ ਬ੍ਰਹਮਿੰਦਰਾ ਹੋਰੀ ਰੱਖੀ ਬੈਠੇ ਸੀ। ਸੋ ਕਿਸੇ ਸਮੇਂ ਬ੍ਰਹਮਿੰਦਰਾ ਤੇ ਕੈਪਟਨ ਅਮਰਿੰਦਰ ਸਿੰਘ ਇੱਕੋ ਸੀ, ਜਦੋਂ MC ਜਿਤਾਏ, MC ਦੀਆਂ ਵੋਟਾਂ ਪਈਆਂ, ਉਦੋਂ ਇਕੱਠੇ ਸੀ, ਲੇਕਿਨ ਹੁਣ ਉੱਥੇ ਹੀ ਜਿਹੜਾ ਇੱਕ ਦੂਜੇ ਦੇ ਬਰੋਬਰ ਖੜੇ ਦਿਖਾਈ ਦਿੱਤੇ। ਤਾਂ ਹੋਇਆ ਗਿੱਲ ਸਾਹਿਬ ਇਹ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਦੇ ਨਾਲ ਕੌਂਸਲਰਾਂ ਨੂੰ ਲੈ ਕੇ ਪਹੁੰਚੇ ਤਾਂ ਉੱਥੋਂ ਕੈਪਟਨ ਦੇ ਸਾਹਮਣੇ ਸਿਵਲ ਕੱਪੜਿਆਂ ਦੇ ਵਿੱਚ ਆਏ ਬੰਦਿਆਂ ਨੇ 2 ਕੌਂਸਲਰ ਕਿਡਨੈਪ ਕਰ ਲਏ, ਮੂੰਹ ਤੇ ਹੱਥ ਰੱਖ ਕੇ ਚੱਕ ਹੀ ਲੈ ਗਏ। ਮੇਅਰ ਨੇ ਰੌਲਾ ਪਾਇਆ ਵੀ ਇਹ ਪੁਲਿਸ ਵਾਲੇ ਨੇ, ਸਿਵਲ ਵਰਦੀ 'ਚ ਪੰਜਾਬ ਸਰਕਾਰ ਨੇ ਚੁਕਾਏ ਨੇ, ਔਰ ਉਹ ਲਾਈਵ ਵੀ ਹੋਇਆ, ਲੇਕਿਨ ਫਿਰ ਵੀ ਇੱਕ ਨਹੀਂ ਸੁਣੀ। ਕੈਪਟਨ ਅਮਰਿੰਦਰ ਸਿੰਘ ਕੋਲੇ Z+ ਸਿਕਿਉਰਿਟੀ ਆ, ਔਰ ਉਹਨਾਂ ਦੀ ਵੀ ਜਿਹੜੀ ਸਿਕਿਉਰਿਟੀ ਕੰਮ ਨਾ ਆਈ, ਪੁਲਿਸ ਵਾਲੇ ਮੂਕ ਦਰਸ਼ਕ ਬਣ ਕੇ ਖੜੇ ਰਹੇ। ਤੋ ਗੱਲਾਂ ਏਦਾਂ ਵੀ ਹੁੰਦੀਆਂ ਨੇ। ਉਦੋਂ ਬਾਅਦ ਗਿੱਲ ਸਾਹਿਬ ਜਦੋਂ VOTING ਹੋਣ ਲੱਗੀ ਤਾਂ VOTING ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲੇ ਪਾਸੇ ਨੇ ਜਿਹੜੀਆਂ ਉਹ ਵੋਟਾਂ 25 ਪਈਆਂ, ਤੇ ਦੂਜੇ ਪਾਸੇ ਜਿਹੜਾ ਬ੍ਰਹਮਿੰਦਰਾ ਹੋਰਾਂ ਵਾਲੇ ਪਾਸੇ ਵੋਟਾਂ 36 ਪਈਆਂ। ਤਾਂ ਉਹਦੇ ਚੋਂ ਹੁਣ ਗੱਲਾਂ 2 ਚੱਲ ਪਈਆਂ। ਇੱਕ ਗੱਲ ਤਾਂ ਗਿੱਲ ਸਾਹਿਬ ਇਹ ਹੋ ਗਈ ਕਿ ਜਿਹੜਾ ਮੇਅਰ ਆ ਉਹ ਹੁਣ ਆਪਦੀ ਕੁਰਸੀ ਤੇ ਨਹੀਂ ਰਿਹਾ। ਉਹਨੂੰ ਤਾਂ ਖੈਰ VOTING ਹੋਣ ਸਮੇਂ ਤਲਖੀ ਇਸ ਵਿਸ਼ੇ ਦੇ ਉੱਤੇ ਵੀ ਹੋਈ ਕਿ ਜਿਹੜਾ ਡਿਪਟੀ ਮੇਅਰ ਆ, ਜਿਹੜਾ ਬ੍ਰਹਮਿੰਦਰਾ ਹੋਰਾਂ ਦੇ ਪੱਖੇ, ਉਹ ਮੇਅਰ ਦੀ ਕੁਰਸੀ ਤੇ ਜਾ ਬੈਠਿਆ। ਮੇਅਰ ਕਹਿੰਦਾ ਵੀ ਹੁਣ ਤੱਕ ਮੈਂ ਆ, ਇਹ ਕੁਰਸੀ ਤੋਂ ਉੱਠ, ਉਹ ਕਹਿੰਦਾ ਮੈਂ ਨਹੀਂ ਉੱਠਦਾ। ਤਾਂ ਇਹਨੂੰ ਲੈ ਕੇ ਵੀ ਬਹੁਤ ਤਲਖ ਕਲਾਮੀ ਆ ਜਿਹੜੀ ਉਹ ਇੱਕ ਦੂਜੇ ਦੇ ਨਾਲ ਹੋਈ। ਲੇਕਿਨ ਉਸ ਤੋਂ ਬਾਅਦ ਜਦੋਂ VOTING ਹੋਈ ਤਾਂ ਡਿਪਟੀ ਮੇਅਰ ਨੂੰ, ਜਿਹੜਾ ਕਾਰਜਕਾਰੀ ਮੇਅਰ ਜਿਹੜਾ ਯੋਗੀ ਆ, ਉਹਨੂੰ ਕਾਰਜਕਾਰੀ ਮੇਅਰ ਲਾ ਦਿੱਤਾ ਗਿਆ ਗਾ। ਔਰ ਹੁਣ ਇਹਦੇ ਤੇ ਰੌਲਾ ਇਹ ਪੈ ਗਿਆ ਗਿੱਲ ਸਾਹਿਬ, ਕੈਪਟਨ ਅਮਰਿੰਦਰ ਸਿੰਘ ਕਹਿੰਦਾ ਵੀ 2/3 ਬਹੁਮਤ ਚਾਹੀਦਾ ਸੀ ਉਹਨਾਂ ਕੋਲੇ, ਮੇਅਰ ਦੇ ਖਿਲਾਫ ਬੇਭਰੋਸਗੀ ਦੇ ਮਤੇ ਲਈ 2/3 ਬਹੁਮਤ ਚਾਹੀਦਾ ਸੀ। ਇਹ 1/3 ਬਹੁਮਤ ਆ, 2/3 ਬਹੁਮਤ ਉਹ ਲੈ ਨਹੀਂ ਸਕੇ। ਉਹਨਾਂ ਕੋਲੇ 42 ਮੈਂਬਰ ਵੋਟਾਂ ਚਾਹੀਦੀਆਂ ਸੀ, ਉਹਨਾਂ ਨੂੰ 36 ਪਈਆਂ ਨੇ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਅਸੀਂ ਜਿੱਤ ਗਏ। ਲੇਕਿਨ ਦੂਜੇ ਪਾਸੇ ਜਿਹੜੀ ਬ੍ਰਹਮਿੰਦਰਾ ਹੋਰਾਂ ਵਾਲੀ ਧਿਰ ਹੈ ਜਾਂ ਚੰਨੀ ਹੋਰਾਂ ਵਾਲੀ ਧਿਰ ਹੈ, ਪੰਜਾਬ ਸਰਕਾਰ ਵਾਲੀ ਧਿਰ ਹੈ, ਪੰਜਾਬ ਕਾਂਗਰਸ ਵਾਲੀ ਧਿਰ ਹੈ, ਉਹ ਕਹਿੰਦੇ ਨੇ ਵੀ ਸਾਨੂੰ ਵੋਟਾਂ ਵੱਧ ਮਿਲ ਗਈਆਂ, ਇਹਨਾਂ ਨੂੰ 25 ਮਿਲ ਗਈਆਂ, ਸਾਨੂੰ 36 ਮਿਲ ਗਈਆਂ, ਇਸ ਕਰਕੇ ਮੇਅਰ ਪਾਸੇ ਕਰਤਾ। ਹੁਣ ਮਸਲਾ ਅਦਾਲਤ 'ਚ ਜਾਊਗਾ। ਲੇਕਿਨ ਨਗਰ ਨਿਗਮ ਦੀ ਇਸ ਜਨਰਲ ਮੀਟਿੰਗ ਦੇ ਦੌਰਾਨ ਜਿਹੜੀ ਵੱਡੀ ਗੱਲ ਸੀ ਉਹ ਇਹੀ ਸੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਉੱਥੇ ਜਾ ਕੇ ਗਰਾਊਂਡ ਲੈਵਲ ਤੇ ਲੜਨਾ ਅੜਨਾ, ਔਰ ਇਹਨਾਂ ਦੀ ਧੀ ਵੀ ਜੈਇੰਦਰ ਕੌਰ ਗਿੱਲ ਸਾਹਿਬ, ਉਹ ਵੀ ਪੌੜੀਆਂ ਤੇ ਥੱਲੇ ਬੈਠੀ ਸੀ, ਕੁਰਸੀ ਨਸੀਬ ਨਹੀਂ ਹੋਈ ਉਹਨੂੰ। ਤਾਂ ਇਹ ਇਸ ਤਰ੍ਹਾਂ ਦੀ ਹਾਲਤ ਜਿਹੜੀ ਉਹ ਹੁੰਦੀ ਹੈ ਜਦੋਂ 4.5 ਸਾਲ ਤੁਸੀਂ ਲੋਕਾਂ ਕਣੀ ਝਾਕੋ ਹੀ ਨਾ, ਕਿਸੇ ਦੇ ਮੰਗਾ ਮਸਲਿਆਂ ਕਣੀ ਦੇਖੋ ਹੀ ਨਾ, MLA ਕਿੱਥੇ ਨੇ, MP ਕਿੱਥੇ ਨੇ, ਉਹਨਾਂ ਨੂੰ ਬੁਲਾਓ ਹੀ ਨਾ, ਤਾਂ ਉਦੋਂ ਇਹ ਹਾਲਤ ਹੁੰਦੀ ਹੈ। ਪਰ ਇਹਦੇ 'ਚੋਂ ਵੀ ਗਿੱਲ ਸਾਹਿਬ ਫਿਰ ਵੀ ਇਹ ਗੱਲ ਚਰਚਾ ਜ਼ਰੂਰ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਫਿਰ ਵੀ ਖਾਸੇ ਕੌਂਸਲਰਾਂ ਨੂੰ ਨਾਲ ਖੜਾ ਗਏ। ਜਿਵੇਂ ਐਂ ਲੱਗਦਾ ਸੀ ਨਾ ਵੀ ਕਲੀਨ ਬੋਲਡ ਹੋਣਗੇ, ਉਹ ਗੱਲ ਨਹੀਂ ਹੋਈ। ਫਿਰ ਵੀ 25 ਦੇ ਲਗਭਗ ਜੇ ਉਹਨਾਂ ਦੇ ਪੱਖ 'ਚ ਖੜੇ ਨੇ, ਤਾਂ ਇਹ ਕਾਂਗਰਸ ਪਾਰਟੀ ਦੇ ਲਈ ਪਟਿਆਲਾ ਦੇ ਵਿੱਚ ਘੱਟੋ ਘੱਟ ਇੱਕ ਵੱਡੀ ਸਿਰਦਰਦੀ ਦੱਸੀ ਜਾ ਰਹੀ ਆ ਜੀ। ਕਮਾਲ ਇਹ ਹੋ ਗਈ, ਦੇਖ ਲਓ ਸਮਾਂ ਕਿਹੋ ਜਿਹਾ। ਉਧਰੋਂ ਨਵਜੋਤ ਸਿੱਧੂ ਕਹਿੰਦਾ ਮੈਂ ਫਾਂਕਾ ਕੱਟੂ, ਹੁਣੇ ਆ ਕੇ ਦੱਸਦੇ ਹਾਂ। ਪਰ ਸਥਾਨਕ ਖਬਰਾਂ ਰੋਮਨਪ੍ਰੀਤ ਵੱਲੋਂ ਤੁਹਾਡੇ ਲਈ। ਸਥਾਨਕ ਖਬਰਾਂ ਤੁਸੀਂ ਸੁਣ ਕੇ ਹਟੇ ਹੋ। ਅੱਛਾ ਸੁਰਨਵਕਿਰਨ ਸਿੰਘ ਜੀ, ਨਵਜੋਤ ਸਿੱਧੂ ਨੇ ਜਦ ਤੱਕ ਫਰਵਰੀ ਆਉਣੀ ਹੈ ਇਹਨੇ ਕੜਮਚੂ ਇਹਦਾ ਬੋਲ ਜਾਣਾ, ਇਹਨੇ ਟਿਕਣ ਨਹੀਂ ਦੇਣੇ, ਨਾ ਇਹਨੇ ਛਕਣਾ ਨਾ ਛਕਣ ਦੇਣਾ। ਅੱਛਾ ਹੁਣ ਕਹਿੰਦਾ ਮੈਂ ਭੁੱਖ ਹੜਤਾਲ ਤੇ ਬੈਠੂ, ਕਿਹਦੇ ਖਿਲਾਫ? ਜੀ ਗਿੱਲ ਸਾਹਿਬ, ਵਾਕਈ ਐਂ ਲੱਗਦਾ ਚਰਨਜੀਤ ਚੰਨੀ ਹੋਰਾਂ ਖਿਲਾਫ, ਪੰਜਾਬ ਸਰਕਾਰ ਖਿਲਾਫ ਭੁੱਖ ਹੜਤਾਲ ਦੇ ਉੱਤੇ ਬੈਠਣ ਦੀ ਗੱਲ ਆ ਜਿਹੜੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅੱਜ ਕਰੀ ਆ।
ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਜੇ ਨਸ਼ਿਆਂ ਵਾਲੀ ਜਿਹੜੀ STF ਦੀ ਰਿਪੋਰਟ ਹੈ ਜਿਹੜੀ ਅਦਾਲਤ ਦੇ ਵਿੱਚ ਪਈ ਹੈ, ਪੰਜਾਬ ਸਰਕਾਰ ਚਾਹੇ ਤਾਂ ਉਹਨੂੰ ਜਨਤਕ ਕਰ ਸਕਦੀ ਆ। ਸਿੱਧੂ ਲਗਾਤਾਰ ਇਹ ਗੱਲ ਕਰਦੇ ਆ ਰਹੇ ਨੇ, ਪਰ ਚਰਨਜੀਤ ਚੰਨੀ ਹੋਰਾਂ ਨੇ ਗਿੱਲ ਸਾਹਿਬ ਤੁਸੀਂ ਦੇਖੋ 2 ਮਹੀਨੇ ਦੇ ਲਗਭਗ ਦਾ ਸਮਾਂ ਚੁੱਪ ਚਪੀਤੇ ਕੱਢਤਾ, ਬਿਨਾਂ ਗੱਲ ਤੋਂ ਕਿਤੇ ਕਿਸੇ ਨੂੰ ਬਸ 2-3 ਚੀਜ਼ਾਂ ਕਰੀਆਂ, ਕਿਸੇ ਨੂੰ ਸ਼ਗਨ ਦੇਤਾ, ਕਿਸੇ ਦੇ ਲਾਈਟ ਠੀਕ ਕਰਤੀ, ਇਹ ਕਹਿਤਾ ਵੀ ਕਿਤੇ ਗਾਂ ਟੋਏ 'ਚ ਡਿੱਗੀ ਵੀ ਕੱਢ ਲਈ, ਕਿਤੇ ਗਿੱਲ ਸਾਹਿਬ ਇਹਨਾਂ ਨੇ ਇਹ ਕਹਿਤਾ ਵੀ ਮੈਂ ਟੈਂਟ ਲਾਉਂਦਾ ਹੁੰਦਾ ਸੀ, ਕਿਤੇ ਮੈਕ ਠੀਕ ਕਰ ਲਿਆ, ਮੈਂ ਆਮ ਆਦਮੀ ਆ, ਇਹ ਕਰਕੇ ਕੱਢਤਾ। ਹੁਣ ਸਵਾਲ ਤਾਂ ਲੋਕ ਪੁੱਛਣਗੇ, ਲੋਕ ਗਿੱਲ ਸਾਹਿਬ ਇਹ ਗੱਲ ਤਾਂ ਪੁੱਛਣਗੇ ਵੀ ਭਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਫੜੇ ਕਿ ਨਹੀਂ ਫੜੇ। ਉਹ ਜਿਹੜੇ ਰੰਧਾਵੇ ਹੁਰੀ ਗ੍ਰਹਿ ਮੰਤਰੀ ਬਣ ਗਏ ਉਹਨਾਂ ਨੂੰ ਵੀ ਪੁੱਛਣਗੇ ਵੀ ਸਮੇਧ ਸਿੰਘ ਸੈਣੀ ਨੂੰ ਹੱਥ ਕਿਉਂ ਨਹੀਂ ਪਾਇਆ। ਤਾਂ ਇਹ ਜਿਹੜੇ ਮਸਲੇ ਨੇ, ਚਾਹੇ ਉਹ ਨਸ਼ਿਆਂ ਦਾ ਮਸਲਾ ਹੋਵੇ, ਬੇਰੁਜ਼ਗਾਰੀ ਦਾ ਮਸਲਾ ਹੋਵੇ, ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਮਸਲਾ ਹੋਵੇ, ਗੱਲੀ ਬਾਤੀ ਤਾਂ ਸਰਕਾਰ ਬਹੁਤ ਕੁਛ ਕਰ ਰਹੀ ਹੈ, ਪ੍ਰੈਕਟੀਕਲੀ ਕੁਛ ਨਹੀਂ ਕਰ ਰਹੀ। ਉਹਦੇ ਜੋ ਗਿੱਲ ਸਾਹਿਬ ਹੁਣ ਨਵਜੋਤ ਸਿੰਘ ਸਿੱਧੂ ਲਗਾਤਾਰ ਇਹ ਮਸਲੇ ਨੂੰ ਜਿਹੜਾ ਉਹ ਇਸ ਰੂਪ 'ਚ ਉਠਾਉਂਦਾ ਆ ਰਿਹਾ ਹੈਗਾ ਵੀ ਹੁਣ ਆਉਣ ਲੱਗਣ ਲੱਗ ਗਿਆ ਵੀ ਇਹਨਾਂ ਦੀ ਸਰਕਾਰ ਬਹੁਤਾ ਚਿਰ ਚੱਲਦੀ ਦੀਂਦੀ ਨਹੀਂ। ਤੇ ਦੂਸਰੀ ਗੱਲ ਇਹ, ਸਿੱਧੂ ਨੇ ਜਿਸ ਤਰੀਕੇ ਨਾਲ ਪਿਛਲੇ ਦਿਨੀ ਕਿਹਾ ਵੀ ਸਾਰੇ MLA ਨੂੰ ਟਿਕਟਾਂ ਮਿਲ ਜਾਣ, ਇਹ ਜ਼ਰੂਰੀ ਨਹੀਂ, ਜਿਹੜੇ ਯੋਗ ਹੋਣਗੇ ਉਹਨੂੰ ਦੇਵਾਂਗੇ। ਉਹਦੇ 'ਚੋਂ ਆਉਣ ਵਾਲੇ ਦਿਨਾਂ 'ਚ ਟਿਕਟਾਂ ਵੰਡਣ ਨੂੰ ਲੈ ਕੇ ਵੀ ਰੌਲਾ ਘਚੌਲਾ ਖੜਾ ਹੋਣਾ ਹੈ। ਤੇ ਉਦੋਂ ਪਹਿਲੇ ਨਵਜੋਤ ਸਿੰਘ ਸਿੱਧੂ ਨੇ ਅੱਜ ਜਿਹੜੀ ਗੱਲ ਕੀਤੀ ਹੈ ਵੀ ਜੇ ਰਿਪੋਰਟ ਜਨਤਕ ਨਾ ਕੀਤੀ ਤਾਂ ਮੈਂ ਸਰਕਾਰ ਖਿਲਾਫ ਭੁੱਖ ਹੜਤਾਲ ਤੇ ਬੈਠੂੰਗਾ। ਯਾਨੀ ਕਿ ਚਰਨਜੀਤ ਚੰਨੀ ਹੋਰਾਂ ਦੇ ਮਸਲੇ ਦੇ ਉੱਤੇ ਉਹਨਾਂ ਨੇ ਸਿੱਧਾ ਦੁਆਰੇ ਖੁੱਲਾ ਮੋਰਚਾ ਗਾ ਜਿਹੜਾ ਉਹ ਖੋਲ ਦਿੱਤਾ ਗਾ। ਜੀ ਗਿੱਲ ਸਾਹਿਬ, ਗੁਰਦੀਪ ਮੁੰਡੀਆਂ ਜਹਾਜ਼ ਟਰਾਂਸਪੋਰਟ ਵਾਲੇ ਦਾ ਬੜੀਆਂ ਖਬਰਾਂ ਰਹੀਆਂ ਜਦ 7 ਤੋਂ 17 ਤੱਕ ਬਾਦਲ ਸਰਕਾਰ ਦੇ ਸਮੇਂ ਚੰਮਦੀਆਂ ਉਹਦੀਆਂ ਚੱਲੀਆਂ ਤੇ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਤੇ ਨਾਲ ਗਨਮੈਨ, ਤੇ ਫਿਰ 17 ਦੇ ਵਿੱਚ ਜਦ ਗੱਲ ਇਹ ਚੱਲ ਗਈ ਬਈ ਕਾਂਗਰਸ ਆ ਗਈ, ਕਹਿੰਦਾ ਸਮਾਨ ਕਰ ਲਿਓ ਇਕੱਠਾ ਤੇ ਚੱਲੀਏ, ਤੇ ਫਿਰ ਕਾਂਗਰਸ ਨਾਲ ਵੀ ਸੁਲ੍ਹਾ ਹੋ ਗਈ। 17 ਦੀ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ ਨੇਤੇ ਦੀ ਗੱਲ ਵੀ ਉਹਨਾਂ ਨੇ ਦੱਸੀ ਆ ਵੀ ਮੇਰੇ ਕੋਲ ਆ ਟੇਪ, ਪਤਾ ਨਹੀਂ ਖਾਨੀ 50 ਕਰੋੜ ਮੰਗਦੇ, ਕਦੇ 100 ਕਰੋੜ, ਵੀ ਆਪਣੀ ਸਰਕਾਰ ਬਣ ਗਈ। ਹੁਣ ਛਾਪੇ ਵੱਜੇ ਆ ਜਹਾਜ਼ ਟਰਾਂਸਪੋਰਟ ਤੇ ਫਾਸਟਵੇ ਤੇ, ਕੀ ਕਾਰਨ ਹੈ, ਕੀ ਗੱਲ ਬਣੀ ਹੈ? ਜੀ ਗਿੱਲ ਸਾਹਿਬ, ਇਹ ਨਾ ਅਸਲ ਦੇ ਵਿੱਚ ਲਗਾਤਾਰ ਘਟਨਾਕ੍ਰਮ ਚੱਲ ਰਿਹਾ ਹੈਗਾ। ਪਿਛਲੇ ਦਿਨਾਂ 'ਚ ਜਿਹੜੇ ਮਨਪ੍ਰੀਤ ਆਲੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ, ਮੁੱਲਾਪੁਰ ਦਾਖਾਂ ਤੋਂ ਜਿੱਤੇ ਨੇ, ਲੁਧਿਆਣਾ ਦੇ ਵਿੱਚ ਅਸਰ ਰਸੂਖ ਰੱਖਦੇ ਨੇ, ਉਹਨਾਂ ਦੇ ਵੀ ਛਾਪੇਮਾਰੀ ਇਨਕਮ ਟੈਕਸ ਡਿਪਾਰਟਮੈਂਟ ਦੀ ਹੋਈ ਸੀ। ਉਦੋਂ 36 ਘੰਟੇ ਪੁੱਛਗਿੱਛ ਹੋਈ ਉਹਨਾਂ ਤੋਂ ਪਿਛਲੇ ਹਫ਼ਤੇ ਹੀ। ਤਾਂ ਲੱਗਦਾ ਸੀ ਕਿ ਗਿੱਲ ਸਾਹਿਬ ਮਸਲਾ ਰੁਕ ਗਿਆ, ਪਰ ਰੁਕਿਆ ਨਹੀਂ। ਅੱਜ ਜਿਸ ਹਿਸਾਬ ਨਾਲ ED ਨੇ, ਜਿਹੜੀ ਕੇਂਦਰੀ ਜਾਂਚ ਏਜੰਸੀ ਆ, ਐਨਫੋਰਸਮੈਂਟ ਡਾਇਰੈਕਟੋਰੇਟ, ਉਹਨੇ ਰੇਡ ਕੀਤੀ ਆ, ਜਿਵੇਂ ਤੁਸੀਂ ਜ਼ਿਕਰ ਕੀਤਾ, ਗੁਰਦੀਪ ਸਿੰਘ ਹੁਰੀ ਜਿਹੜੇ ਫਾਸਟਵੇ ਕੇਬਲ ਦੇ ਮਾਲਕ ਨੇ, ਜਹਾਜ਼ ਟਰਾਂਸਪੋਰਟ ਦੇ ਮਾਲਕ ਨੇ। ਔਰ ਇਹ ਜਿਹੜਾ ਮਸਲਾ ਨਾ ਗਿੱਲ ਸਾਹਿਬ, ਇਹ ਮਸਲਾ ਜਾ ਕੇ ਸੁਖਬੀਰ ਬਾਦਲ ਹੋਰਾਂ ਨਾਲ ਕਿਤੇ ਨਾ ਕਿਤੇ ਨੇੜਿਓਂ ਲੱਗਦਾ ਗਾ, ਕਿਉਂਕਿ ਇਹ ਜਿਹੜੀ ਪੁੱਛਗਿੱਛ ਹੋਈ ਹੈ ਮਨੀ ਲਾਂਡਰਿੰਗ ਦਾ ਕੇਸ ਹੈ ਜਿਹਦੇ 'ਚ ਰੇਡ ਹੋਈ ਆ। ਇਹ ਹੋਈ ਆ ਸੁਰਿੰਦਰਪਾਲ ਸਿੰਘ ਪਹਿਲਵਾਨ, ਸਾਬਕਾ ਚੀਫ ਇੰਜੀਨੀਅਰ ਕਮਾਡਾ ਮੋਹਾਲੀ, ਬੜਾ ਨਾਂ ਸੀ ਉਹਦਾ, ਨਾਲ ਪੜਿਆ ਸਾਡੇ ਸੀ ਸੁਖਬੀਰ ਬਾਦਲ ਦੇ ਬਹੁਤ ਜ਼ਿਆਦੇ। ਕਿਆ ਬਾਤ ਹੈ ਜੀ। ਔਰ ਇਹ ਗਿੱਲ ਸਾਹਿਬ ਸੁਰਿੰਦਰਪਾਲ ਸਿੰਘ ਪਹਿਲਵਾਨ ਸੁਖਬੀਰ ਬਾਦਲ ਦੇ ਸਭ ਤੋਂ ਨੇੜੇ ਸੀ। 1993 ਚ ਮੇਰਾ ਖਿਆਲ ਹੈ ਇਹ ਜੇਈ ਲੱਗਿਆ ਸੀ। ਉਸ ਤੋਂ ਬਾਅਦ ਲਗਾਤਾਰ ਬਾਦਲਾਂ ਦੇ ਨੇੜੇ ਹੋਣ ਕਰਕੇ ਦੀ ਤੂਤੀ ਬੋਲਦੀ ਗਈ। 2017 ਦੇ ਵਿੱਚ ਇਹਦੇ ਤੇ ਕੇਸ ਦਰਜ ਹੋਇਆ ਸੀ, ਪੰਜਾਬ ਵਿਜੀਲੈਂਸ ਬਿਊਰੋ ਨੇ ਲਾਇਆ ਸੀਗਾ। ਔਰ ਸੁਰਿੰਦਰ ਪਹਿਲਵਾਨ ਦੇ ਉੱਤੇ ਇਹ ਸੀਗਾ ਕਿ ਇਹਨੇ 1200 ਕਰੋੜ ਦੇ ਲਗਭਗ ਉਸ ਵਕਤ ਜਿਹੜਾ ਉਹ ਕੰਪਨੀਆਂ ਦੇ ਰਾਹੀਂ ਇੱਧਰ ਉੱਧਰ ਕੀਤਾ, ਜਿਹਦੇ ਚੋਂ ਜਦੋਂ ਜਾਂਚ ਹੋਈ ਉਸ ਤੋਂ ਬਾਅਦ ਵੀ 59 ਪ੍ਰਾਪਰਟੀ ਜਿਹਦੀਆਂ ਜਿਨ੍ਹਾਂ ਦਾ 26 ਕਰੋੜ ਬਣਦਾ ਉਹ ਅਟੈਚ ਕੀਤਾ ਸੀ ਨਾਲ। ਔਰ ਮੋਹਾਲੀ, ਚੰਡੀਗੜ੍ਹ, ਲੁਧਿਆਣਾ, ਰੋਪੜ ਬਹੁਤ ਥਾਵਾਂ ਤੇ ਸੀ। ਅੱਜ ਜਿਹੜੀ 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਹੈ ਨਾ, ED ਵਾਲੇ ਇਹ ਕਹਿ ਰਹੇ ਨੇ ਕਿ ਗੁਰਦੀਪ ਸਿੰਘ ਦੇ ਜਿਹੜੇ ਰਿਲੇਸ਼ਨ ਨੇ ਉਹ ਸੁਰਿੰਦਰਪਾਲ ਸਿੰਘ ਪਹਿਲਵਾਨ ਨਾਲ ਨੇ। ਔਰ ਇਹ ਕਹਿੰਦੇ ਨੇ ਕਿ ਜਿਹੜਾ ਬਲੈਕ ਮਨੀ ਵਾਈਟ ਹੋਇਆ ਜਾਂ ਹੋਰ ਹੋਇਆ, ਇੱਧਰੋਂ ਨੂੰ ਤੰਦ ਆ ਜਿਹੜੀ ਜੁੜਦੀ ਆ। ਤਾਂ ਜੇ ਹੁਣ ਗੁਰਦੀਪ ਸਿੰਘ ਦੇ ਛਾਪੇਮਾਰੀ ਹੋਈ ਹੈ, ਜੇ ਫਾਸਟਵੇ ਕੇਬਲ ਤੇ ਹੋਈ ਆ, ਜਹਾਜ਼ ਟਰਾਂਸਪੋਰਟ ਦੇ ਉੱਤੇ ਹੋਈ ਆ, ਦਫ਼ਤਰਾਂ ਦੇ ਉੱਤੇ ਹੋਈ ਆ, ਜਿਹੜਾ ਫਿਰੋਜ਼ਪੁਰ ਰੋਡ ਦੇ ਉੱਤੇ ਪੈਂਦਾ, ਤਾਂ ਇਹਦੇ ਤੰਦ ਪਹਿਲਵਾਨ ਨਾਲ ਜੁੜਦੇ ਨੇ। ਪਹਿਲਵਾਨ ਦੇ ਉੱਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਸਕੰਜਾ ਕੱਸਿਆ ਜਾਂਦਾ ਤਾਂ ਕਹਾਣੀ ਗਿੱਲ ਸਾਹਿਬ ਕਿੱਧਰ ਨੂੰ ਜਾਣੀ ਹੈ ਉਹ ਸਭ ਨੂੰ ਦਿਸਦਾ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਤੰਜ ਕੱਸਿਆ ਇਸ ਮਸਲੇ ਦੇ ਉੱਤੇ। ਉਧਰ ਮਜੀਠੀਏ ਹੋਰੀ ਕਹਿ ਰਹੇ ਨੇ ਕਿ ਫਾਸਟਵੇ ਵਾਲੇ ਕਿਸਾਨਾਂ ਦੀ ਖਬਰਾਂ ਲਾਉਂਦੇ ਸੀ, ਕਿਸਾਨ ਸੰਘਰਸ਼ ਦੀ ਗੱਲ ਕਰਦੇ ਸੀ, ਤਾਂ ਇਹ ਸਾਰਾ ਕੁਝ ਹੋਇਆਗਾ।
ਤਾਂ ਇਹ ਬੜਾ ਹੁਣ ਇਹਨਾਂ ਦੀ ਹੁਣ ਤੱਕ ਕੇਂਦਰ ਦੇ ਨਾਲ ਮਿੱਤਰਤਾ ਸੀ ਅਕਾਲੀ ਦਲ ਵਾਲਿਆਂ ਦੀ। ਹੁਣ ਜਦੋਂ ਟੁੱਟ ਗਈ ਤੜਕ ਕਰਕੇ ਗਿੱਲ ਸਾਹਿਬ ਹੁਣ ਤਾਂ ਤਖਤੇ ਪਟਾਉਣ ਵਾਲੀਆਂ ਗੱਲਾਂ ਨੇ ਜਿਹੜੀਆਂ ਉਹ ਹੋਈਆਂ ਪਈਆਂ ਨੇ ਜੀ। ਇੱਕ ਗੱਲ ਹੋਰ ਵੀ ਆ ਵੀ ਇਆਲੀ ਉਹਨਾਂ ਦੇ ਨੇੜਤਾ ਬਹੁਤ ਜ਼ਿਆਦਾ ਹੈ ਬਿਕਰਮਜੀਤ ਸਿੰਘ ਮਜੀਠੀਏ ਦੀ ਨਾਲ, ਤੇ ਗੁਰਦੀਪ ਮੁੰਡੀਆਂ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜੇ ਰਿਹਾ ਜਾਂ ਹੈ ਇਹ ਤਾਂ ਸਮਾਂ ਦੱਸੂਗਾ। ਪਰ ਅੱਛਾ, ਖਬਰਾਂ ਦੋ ਸੁਣਾ ਦਿਓ ਛੇਤੀ ਛੇਤੀ। ਇੱਕ ਤਾਂ ਇਹ ਦੱਸਿਓ ਵੀ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ 74 ਵਰ੍ਹਿਆਂ ਬਾਅਦ ਦੋ ਦੋਸਤ ਮਿਲੇ ਜੀ, ਕੌਣ ਮਿਲੇ? ਜੀ ਗਿੱਲ ਸਾਹਿਬ, ਇਹ ਨਾ ਬਹੁਤ ਚਰਚਾ ਪਾਕਿਸਤਾਨ ਦੇ ਵਿੱਚ ਹੋ ਰਹੀ ਹੈ, ਆਪਣੇ ਪੰਜਾਬ 'ਚ ਘੱਟ ਹੋਈ ਹੈਗੀ। ਦਰਅਸਲ ਮਸਲਾ ਇਹ ਹੋਇਆ ਕਿ ਕਰਤਾਰਪੁਰ ਸਾਹਿਬ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਲਾਂਘਾ ਖੁੱਲਿਆ ਤਾਂ ਇੱਧਰੋਂ ਪੰਜਾਬ ਵਾਲੇ ਪਾਸਿਓਂ ਗੋਪਾਲ ਸਿੰਘ ਗਿਆ, ਸਰਦਾਰ ਗੋਪਾਲ ਸਿੰਘ ਜਦੋਂ ਗਿਆ ਤਾਂ 74 ਸਾਲ ਬਾਅਦ, ਕਿਉਂਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਦੋ ਮਿੱਤਰਾਂ ਦੀ ਦੋਸਤੀ ਦੀ ਗੱਲ ਉੱਥੇ ਸਾਹਮਣੇ ਆਈ, ਔਰ ਉਧਰ ਉਹਦੇ ਦੋਸਤ ਜਨਾਬ ਮੁਹੰਮਦ ਬਸ਼ੀਰ ਅਹਿਮਦ, ਉਹ ਗਿੱਲ ਸਾਹਿਬ ਇਤਫਾਕਨ ਉੱਥੇ ਮਿਲ ਗਿਆ। 74 ਸਾਲ ਪਹਿਲਾਂ 1947 ਤੋਂ ਪਹਿਲਾਂ ਦੋਨੇ ਇੱਕੋ ਪਿੰਡ 'ਚ ਰਹਿੰਦੇ ਸੀ, ਇਕੱਠੇ ਮਿੱਤਰ ਸੀ, ਦੋਸਤ ਸੀ, ਇਕੱਠੇ ਗੁਰਦੁਆਰਾ ਸਾਹਿਬ ਜਾਂਦੇ ਸੀ, ਇਕੱਠੇ ਰਹਿੰਦੇ ਸੀ। ਔਰ 1947 ਦਾ ਜਿਹੜਾ ਇਹ ਵੰਡ ਹੋਈ ਉਹਦੇ ਦੁਖਾਂਤ ਕਰਕੇ ਦੋਨੇ ਦੋਸਤ ਇੱਕ ਦੂਜੇ ਤੋਂ ਵਿਛੜ ਗਏ। ਔਰ ਕਰਤਾਰਪੁਰ ਸਾਹਿਬ ਜਦੋਂ ਇਹ ਗਿਆ ਤਾਂ ਉੱਥੇ ਇੱਕ ਦੂਜੇ ਦੇ ਨਾਲ ਮਿਲਣੀ ਹੋਈ, ਬਹੁਤ ਜੱਫੀਆਂ ਪਾ ਕੇ ਮਿਲੇ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕੀਤੀਆਂ। ਸ਼ਾਮ ਨੂੰ 5 ਵਜੇ ਦੋਨੇ ਇੱਕ ਦੂਜੇ ਤੋਂ ਵਿਛੜੇ। ਔਰ ਪਾਕਿਸਤਾਨੀ ਅਖਬਾਰ ਡਾਨ ਆ ਜਿਹੜਾ, ਉਹਦੇ ਵਿੱਚ ਇਹ ਸਟੋਰੀ ਛਪੀ ਆ। ਉਸ ਤੋਂ ਬਾਅਦ ਪਾਕਿਸਤਾਨ 'ਚ ਇਹਦੀ ਬਹੁਤ ਚਰਚਾ ਹੈ, ਮਿੱਤਰਤਾ ਦੀਆਂ ਗੱਲਾਂ ਹੋ ਰਹੀਆਂ ਨੇ। ਸੋ ਕਿਸ ਤਰੀਕੇ ਦੇ ਨਾਲ ਜਦੋਂ ਲਾਂਘਾ ਖੁੱਲਿਆਗਾ ਤਾਂ ਉਹਦੇ ਨਾਲ ਇਸ ਤਰੀਕੇ ਦੀਆਂ ਤੰਦਾਂ ਵੀ ਜੁੜਦੀਆਂ ਨੇ ਦੋਨਾਂ ਦੀਆਂ, ਸਾਡਾ ਸਾਰਾ ਕੁਝ ਸਾਂਝਾ ਸੀ, ਉਹ ਸਾਹਮਣੇ ਆ ਰਿਹਾ ਜੀ ਗਿੱਲ ਸਾਹਿਬ। ਅੱਛਾ ਜੀ, ਇੱਕ ਹੋਰ ਦੱਸਿਓ ਕਿ ਕਿਹੜੀ ਐਕਸਪ੍ਰੈਸ-ਵੇ ਦੀ ਜ਼ਮੀਨ ਅਕਵਾਇਰ ਹੋ ਰਹੀ ਹੈ ਤੇ ਕਿਸਾਨ ਟੈਂਕੀ ਤੇ ਜਾ ਚੜੇ ਡੱਬ ਵਾਲੀ? ਜੀ ਗਿੱਲ ਸਾਹਿਬ, ਇਹ ਨਾ ਬਹੁਤ ਗੰਭੀਰ ਮਸਲਾ ਹੈਗਾ। ਦਰਅਸਲ ਧੱਕੇ ਨਾਲ ਕਬਜ਼ਾ ਗਾ ਜਿਹੜਾ ਕਿਸਾਨਾਂ ਤੋਂ ਲਿਆ ਜਾ ਰਿਹਾ, ਜਿਸ ਕਰਕੇ ਕਿਸਾਨ ਨੇ ਜਿਹੜੇ ਉਹ ਟੈਂਕੀ ਤੇ ਜਾ ਚੜੇ। ਔਰ ਇਹ ਜਿਹੜਾ ਅੰਮ੍ਰਿਤਸਰ ਸਾਹਿਬ ਜਾਮਨਗਰ ਐਕਸਪ੍ਰੈਸ-ਵੇ ਆ NH 754, ਉਹਦੇ ਲਈ ਜ਼ਮੀਨ ਆ ਜਿਹੜੀ ਉਹ ਗ੍ਰਹਿਣ ਕੀਤੀ ਗਈ ਪਿਛਲੇ ਦਿਨਾਂ 'ਚ। ਪਰਿਵਾਰ ਕੁਝ ਦੇਣੀ ਨਹੀਂ ਸੀ ਚਾਹੁੰਦੇ, ਜਿਸ ਤੋਂ ਬਾਅਦ ਧੱਕੇ ਨਾਲ 17 ਕਿਲੋਮੀਟਰ ਦਾ ਪੰਜਾਬ ਵਾਲੇ ਬਾਰਡਰ ਤੋਂ ਜਿਹੜਾ ਕਬਜ਼ਾ ਗਾ ਉਹ ਲਿਆ ਗਿਆ। ਔਰ ਇਹ ਜਿਹੜਾ ਧੱਕੇ ਨਾਲ 17 ਕਿਲੋਮੀਟਰ ਦਾ ਕਬਜ਼ਾ ਲਿਆ ਗਿਆ, ਇਹ ਡੱਬ ਵਾਲੀ ਦੇ ਨੇੜੇ ਪਿੰਡ ਪੈਂਦੇ ਨੇ, ਪਿੰਡ ਬੁਸ਼ਹਿਰ ਪੈਂਦਾ ਗਾ, ਉੱਥੋਂ ਤੱਕ ਕਬਜ਼ਾ ਲਿਆ। ਜਿਸ ਤੋਂ ਬਾਅਦ ਇਹ ਲਗਾਤਾਰ ਉੱਥੋਂ ਦੇ ਕਿਸਾਨ ਨੇ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਸੀ। ਪ੍ਰੋਟੈਸਟ ਕਰਦੇ ਕਰਦੇ ਅੱਜ ਉਹ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਏ। ਔਰ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਉਹ ਇਹ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਔਰ ਜਿਹੜੀ ਧੱਕੇਸ਼ਾਹੀ ਸਰਕਾਰ ਕਰ ਰਹੀ ਆ ਉਹ ਬੰਦ ਕੀਤੀ ਜਾਵੇ ਜੀ ਗਿੱਲ ਸਾਹਿਬ। ਤੇ ਆਖਰੀ ਜਿਹੜੀ ਖਬਰ ਹੈ, ਸ਼ਿਸ਼ੋਦੀਆ ਆਉਣੀ ਪੰਜਾਬ 'ਚ ਨੇ ਤੇ ਲਾਲਾ ਜੀ ਵਾਪਸ ਚਲੇ ਗਏ, ਫੇਰ ਆਉਣਗੇ ਮੁੜ ਕੇ, ਤੇ ਕੀ ਗੱਲ ਹੈ ਯਾਰ? ਕਹਾ ਦੋ ਬਈ, ਬਣਾ ਦੋ ਕਿ ਭਗਵੰਤ ਮਾਨ ਨੂੰ, ਗੱਲ ਤਾਂ ਨਿਬੜੇ ਕਿ ਨਹੀਂ ਨਿਬੜਦੀ? ਜੀ ਗਿੱਲ ਸਾਹਿਬ, ਇਹ ਨਾ ਅਸਲ ਦੇ ਵਿੱਚ ਪੰਜਾਬ ਦੇ ਉੱਤੇ ਕਨਸੈਂਟਰੇਟ ਹੀ ਇੰਨਾ ਕਰ ਰਹੇ ਨੇ ਕਿ ਭਗਵੰਤ ਮਾਨ ਹੋਰਾਂ ਨੂੰ ਤਾਂ ਪੂਰੀਆਂ ਪਾਵਰਾਂ ਨਹੀਂ ਦੇ ਰਹੇ। ਮਨੀਸ਼ ਸਿਸੋਦੀਆ ਪੰਜਾਬ 'ਚ ਬੈਠਾ, ਪੰਜਾਬ 'ਚ ਲਗਾਤਾਰ ਤੰਜ ਕਰ ਰਿਹਾ। ਅੱਜ ਪ੍ਰਗਟ ਸਿੰਘ ਜਿਹੜੇ ਸਿੱਖਿਆ ਮੰਤਰੀ ਨੇ ਉਹਦੇ ਨਾਲ ਜਿੱਦ ਰਿਹਾ, ਟਵੀਟ ਇੱਕ ਦੂਜੇ ਖਿਲਾਫ ਹੋ ਰਹੇ ਨੇ। ਔਰ ਉਹ ਕਹਿੰਦਾ, ਪ੍ਰਗਟ ਸਿੰਘ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਸਕੂਲ ਨੇ ਜਿਹੜੇ ਉਹ ਨੰਬਰ 1 ਨੇ, ਔਰ ਇਹ ਕਹਿੰਦੇ ਦਿੱਲੀ ਦੇ ਸਕੂਲ ਨੰਬਰ 1 ਨੇ। ਔਰ ਇਸ ਵਿਸ਼ੇ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਤੰਜ ਨੇ ਜਿਹੜੇ ਉਹ ਕਸੇ ਜਾ ਰਹੇ ਨੇ। ਸੋ ਹੁਣ ਅਰਵਿੰਦ ਕੇਜਰੀਵਾਲ ਮੁੜ 27 ਨੂੰ ਫਿਰ ਪੰਜਾਬ ਆਉਣਗੇ ਜੀ, ਤਾਂ ਹਰੇਕ ਹੀ ਸ਼ਨੀਵਾਰ ਐਤਵਾਰ ਮੈਨੂੰ ਲੱਗਦਾ ਉਹ ਤਾਂ ਪੰਜਾਬ ਦਾ ਗੇੜਾ ਮਾਰਿਆ ਕਰਨਗੇ। ਔਰ 27 ਨੂੰ ਉਹ ਕਹਿੰਦੇ ਜਿਹੜੇ ਪ੍ਰੋਟੈਸਟ ਕਰ ਰਹੇ ਅਧਿਆਪਕ ਨੇ, ਬੇਰੁਜ਼ਗਾਰ ਅਧਿਆਪਕ, ਕੱਚੇ ਅਧਿਆਪਕ ਟੈਂਕੀਆਂ ਦੇ ਉੱਤੇ ਚੜੇ ਹੋਏ ਨੇ, ਉਹਨਾਂ ਨੂੰ ਮਿਲਾਂਗੇ। ਤਾਂ ਇਹਦੇ ਚੋਂ ਕਿਤੇ ਨਾ ਕਿਤੇ ਉਹ 2022 ਦਾ ਰਾਗ ਆ ਜਿਹੜਾ ਉਹ ਪੰਜਾਬ ਚੋਂ ਤਲਾਸ਼ ਰਹੇ ਨੇ ਕੇਜਰੀਵਾਲ ਹੋਰੀ, ਔਰ ਉਹਦੇ 'ਚ ਉਹ ਗੇੜੇ ਮਾਰ ਰਹੇ ਨੇ ਪੰਜਾਬ ਦੇ। ਉਧਰੋਂ ਭਗਵੰਤ ਮਾਨ ਹੋਰੀ ਵੀ ਅੱਜ ਤਾਂ ਸਰਗਰਮ ਨਜ਼ਰ ਆਏ। ਅੱਜ ਉਹਨਾਂ ਨੇ ਪੱਟੀ ਏਰੀਏ ਦੇ ਵਿੱਚ ਇੱਕ ਰੈਲੀ ਆ ਜਿਹੜੀ ਉਹ ਵੀ ਕੀਤੀ ਹੈ ਜੀ ਗਿੱਲ ਸਾਹਿਬ। ਧੰਨਵਾਦ ਜੀ। ਤੇ ਕੱਲ੍ਹ ਨੂੰ ਆਪਾਂ ਫੇਰ 9:20 ਤੇ ਗੱਲਬਾਤ ਕਰਦੇ ਹਾਂ। ਸ਼ੁਭ ਸ਼ਾਮ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ। ਹੁਣ ਵਾਰੀ ਜਿਹੜੀ ਹੈ ਨਰੇਸ਼ ਸ਼ੁਕਲਾ ਜੀ ਦੀ ਹੈ। ਮਦਰ ਇੰਡੀਆ ਨੂੰ ਉਸ ਦੇ ਬਾਰੇ ਦੱਸਣ ਲਈ, ਸਟੋਰ ਦੇ ਬਾਰੇ
ਬਾਹਲੀ ਜ਼ਰੂਰਤ ਨਹੀਂ ਪੈਂਦੀ। ਮਦਰ ਇੰਡੀਆ ਦਾ ਨਾਂ ਯਾਦ ਆਉਂਦਾ ਤੇ ਫਿਰ ਸ਼ੁਕਲਾ ਜੀ ਦਾ ਚਿਹਰਾ ਅੱਗੇ ਦਿਖਦਾ, ਚਮਕਦਾ, ਹੱਸਦਾ। ਸ਼ੁਕਲਾ ਜੀ ਸਤਿ ਸ਼੍ਰੀ ਅਕਾਲ ਜੀ। ਗਿਰ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਸਾਰੇ ਭਰਾਵਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੈਨੂੰ ਇੱਕ ਮੈਸੇਜ ਆਇਆ ਟੋਰਾਂਟੋ ਤੋਂ, ਕਹਿੰਦੇ ਜਦ ਤੁਸੀਂ ਸ਼ੁਕਲਾ ਜੀ ਨਾਲ ਗੱਲ ਕਰਦੇ ਹੋ ਉਹਨਾਂ ਦਾ ਹੱਸਣ ਵਾਲਾ ਚਿਹਰਾ ਸਾਡੇ ਅੱਖਾਂ ਮੂਹਰੇ ਆ ਜਾਂਦਾ। ਥੈਂਕ ਯੂ ਅੱਛਾ ਜੀ, ਦੀਵਾਲੀ ਦੀ ਸੇਲ ਦੱਸਿਓ ਕਿਹੋ ਜਿਹੀ ਰਹੀ ਤੇ ਉਹਦੇ ਚ ਖਾਸ ਕੀ ਹੋਇਆ ਤੇ ਹਾਲੇ ਤੱਕ ਕੀ ਹੋ ਰਿਹਾ? ਹਾਂਜੀ, ਦੀਵਾਲੀ ਦੀ ਸੇਲ ਬਹੁਤ ਹੀ ਕਾਮਯਾਬ ਹੋਈ ਔਰ ਸਾਰੇ ਭੈਣ ਭਰਾਵਾਂ ਨੇ ਕਾਫੀ ਐਡਵਾਂਟੇਜ ਲਿਆ ਉਸ ਸਪੈਸ਼ਲ ਸੇਲ ਦਾ। ਔਰ ਦੀਵਾਲੀ ਦੀ ਸੇਲ ਤੋਂ ਬਾਅਦ ਅਸੀਂ ਸੇਮ ਡੀਲ 31 ਤੱਕ ਅਸੀਂ ਹੁਣ ਕਰ ਦਿੱਤੀ ਕੰਟੀਨਿਊ, ਤਾਂ ਕਿ ਜਿਹੜੇ ਭੈਣ ਭਰਾ ਇਸ ਡੀਲ ਤੋਂ ਰਹਿ ਗਏ ਸੀ ਤਾਂ ਉਹ ਵੀ ਪਲੀਜ਼ ਲੈ ਜਾਣ ਆ ਕੇ ਸਮਾਨ। ਅੱਛਾ ਜੀ, ਜਿਹੜਾ ਮੋਰੋਕੋ ਤੋਂ ਆਰਗਨ ਆਇਲ ਲੈ ਕੇ ਆਂਦਾ ਖਾਸ, ਉਹਦੇ ਬਾਰੇ ਮਾੜਾ ਜਿਹਾ ਦੱਸਿਓ ਜੀ। ਉਹ ਇਕੱਲੇ ਵਾਲਾਂ ਲਈ ਹੈ ਜਾਂ ਚਮੜੀ ਦੇ ਲਈ ਵੀ ਹੈ? ਹਾਂਜੀ, ਉਹ ਬਾਲਾਂ ਵਾਸਤੇ ਵੀ ਆ। ਦਾੜੀ ਨੂੰ ਲਾਓ ਤਾਂ ਤੁਹਾਡੇ ਬਾਲ ਸ਼ਾਈਨੀ ਔਰ ਚਮਕਦੇ ਔਰ ਸਟਰੋਂਗ ਹੁੰਦੇ ਆ। ਫੇਸ ਤੇ ਵੀ ਲਾ ਸਕਦੇ ਆ, ਫੇਸ ਤੇ ਤੁਹਾਡਾ ਚਿਹਰਾ ਬਿਲਕੁਲ ਇੱਕਦਮ ਗਲੋ ਕਰਦਾ ਹੈਗਾ। ਔਰ ਸਪੈਸ਼ਲੀ ਤੁਸੀਂ ਹੁਣ ਆਪਣੇ ਹੁਣ ਹੀਟ ਸਿਸਟਮ ਸ਼ੁਰੂ ਹੋ ਗਿਆ, ਸਿਆਲ ਆ ਗਿਆ ਹੈਗਾ, ਕਾਰਾਂ ਦੇ ਵਿੱਚ, ਘਰਾਂ ਦੇ ਵਿੱਚ, ਜਾਂ ਤੁਸੀਂ ਟਰੱਕ ਦੇ ਵਿੱਚ ਟਰੱਕ ਡਰਾਈਵ ਕਰਦੇ ਆ, ਹੀਟ ਤੋਂ ਕਈਆਂ ਭੈਣ ਭਰਾਵਾਂ ਨੂੰ ਐਲਰਜੀ ਹੋ ਜਾਂਦੀ ਹੈਗੀ ਆ। ਤੁਸੀਂ ਸਵੇਰੇ 2 ਬੂੰਦਾਂ ਲਾਓ ਚਿਹਰੇ ਨੂੰ ਤੇ ਤੁਹਾਡੇ ਤਕਰੀਬਨ 10 ਘੰਟੇ ਤੁਹਾਡੇ ਚਿਹਰੇ ਨੂੰ ਪ੍ਰੋਟੈਕਟ ਕਰਦਾ। ਜਿਹੜੀਆਂ ਭੈਣਾਂ ਕੁਕਿੰਗ ਕਰਦੀਆਂ ਉਹਨਾਂ ਵਾਸਤੇ ਵੀ ਅੱਛਾ ਪ੍ਰੋਡਕਟ ਹੈਗਾ। ਤੁਸੀਂ 2 ਬੂੰਦਾਂ ਲਾ ਕੇ ਤੁਹਾਡੇ ਕਿਚਨ 'ਚ ਕਈ ਭੈਣਾਂ ਨੂੰ ਜਿਹੜਾ ਹੈਗਾ ਐਲਰਜੀ ਪ੍ਰੋਬਲਮ ਆ ਜਾਂਦੀ ਆ ਹੀਟ ਦੇ ਨਾਲ, ਉਹਨੂੰ ਵੀ ਕਾਫੀ ਪ੍ਰੋਟੈਕਟ ਕਰਦਾ। ਬਹੁਤ ਹੀ ਅੱਛਾ ਪ੍ਰੋਡਕਟ ਹੈ। ਚਿਹਰੇ ਨੂੰ ਵੀ ਲਾ ਸਕਦੇ ਆ, ਬਾਲਾਂ ਨੂੰ ਵੀ ਲਾ ਸਕਦੇ ਆ। ਅੱਛਾ ਜੀ, ਤੇ ਜਿਹੜਾ ਹੇਅਰ ਡਾਈ ਸ਼ੈਂਪੂ ਹੈ, ਹੇਅਰ ਡਾਈ ਸ਼ੈਂਪੂ ਦੀ ਹੁਣ ਫਿਰ ਪਾਊਚਸ ਦਾ ਕੰਮ ਖਤਮ ਹੋ ਗਿਆ, ਬੋਟਲ ਦੇ ਰਹਿ ਗਈਆਂ ਜੀ ਫਿਰ? ਹਾਂ, ਕਈ ਨਹੀਂ ਪਾਊਚ ਹੈਗੇ ਆ, ਲੇਕਿਨ ਕਈ ਭੈਣ ਭਰਾ ਹਜੇ ਵੀ ਪਾਊਚ ਯੂਜ਼ ਕਰਦੇ ਆ। 5 ਦਾ ਵੀ ਪਾਊਚ ਆਉਂਦਾ, ਲੇਕਿਨ 12 ਦਾ ਵੀ ਪਾਊਚ ਆਉਂਦਾ। ਪਾਊਚ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਸੀਗੀ ਕਿ ਤਾਂ ਕਿ ਤੁਸੀਂ ਜਿਹੜਾ ਥੋੜ੍ਹੀ ਬਹੁਤ ਮੱਥੇ ਤੇ ਗਰੋਥ ਤੇ ਲਾਣਾ ਹੁੰਦਾ, ਬਾਕੀ ਪੈਕਟ ਵੇਸਟ ਹੋ ਜਾਂਦਾ ਸੀਗਾ। ਜਿਹੜਾ ਬੋਟਲ ਹੈਗਾ ਇਹਦੇ ਵਿੱਚ ਥੋੜ੍ਹੀ ਵੇਸਟ ਨਹੀਂ ਹੁੰਦੀ, ਜਿੰਨੀ ਲੋੜ ਹੈ ਤੁਸੀਂ ਉਨਾ ਯੂਜ਼ ਕਰ ਲਓ। ਔਰ ਸਪੈਸ਼ਲੀ ਪਾਊਚ ਦੇ ਵਿੱਚ ਤੁਹਾਨੂੰ ਇੱਕੋ ਹੀ ਰੰਗ ਮਿਲਦਾ, ਡਾਰਕ ਬਰਾਊਨ। ਜਿਹੜਾ ਬੋਟਲ ਦੇ ਵਿੱਚ ਤੁਹਾਡੇ ਕੋਲ ਚੋਇਸ ਬਹੁਤ ਹੈ, ਇਹਦੇ ਵਿੱਚ 8 ਡਿਫਰੈਂਟ ਕਲਰ ਮਿਲਦੇ ਆ। ਜਿਹੜਾ ਕਲਰ ਤੁਸੀਂ ਪਸੰਦ ਕਰਦੇ ਹੋ ਤੁਸੀਂ ਲੈ ਸਕਦੇ ਹੈਗੇ ਹੋ। ਅੱਛਾ, ਨਾਲ ਹੀ ਠੰਡ ਆ ਗਈ ਸ਼ੁਕਲਾ ਜੀ, ਜਿਹੜਾ ਆਯੁਰਵੇਦ ਦਾ ਸਮਾਨ ਹੈ, ਜੜੀਆਂ ਬੂਟੀਆਂ ਨੇ, ਉਹਦੇ ਬਾਰੇ ਵੀ ਦੱਸੋ ਜੀ, ਕਿਹੜੀ ਚੀਜ਼ ਹੈ ਤੇ ਖਾਸ ਤੌਰ ਤੇ ਅਸ਼ਵਗੰਧਾ? ਹਾਂਜੀ, ਅਸ਼ਵਗੰਧਾ ਤੇ ਅਰਜੁਨਾ ਬਹੁਤ ਹੀ ਅੱਛੇ ਪ੍ਰੋਡਕਟਸ ਹੈਗੇ ਆ, ਇਹ ਵੀ ਅਵੇਲੇਬਲ ਹੈਗੇ ਆ। ਔਰ ਨਾਲ ਤੁਹਾਨੂੰ ਮੇਥੀ ਦਾ ਪਾਊਡਰ ਜਿਹੜਾ ਤੁਹਾਡਾ ਬਲੱਡ ਕਲੀਨ ਕਰਦਾ ਹੈਗਾ, ਹਲਦੀ ਪਾਊਡਰ ਹੈ, ਚਾਹੇ ਉਹ ਤੁਲਸੀ ਪਾਊਡਰ ਹੈ, ਨੀਮ ਪਾਊਡਰ ਹੈ, ਇਹ ਸਾਰੇ ਤਕਰੀਬਨ ਗਲੋਏ ਪਾਊਡਰ, ਗਲੋਏ ਕਾਫੀ ਲੈ ਜਾਂਦੇ ਭੈਣ ਭਰਾ। ਇਹ ਤਕਰੀਬਨ 40-50 ਡਿਫਰੈਂਟ ਟਾਈਪ ਦੇ ਹਰਬਲ ਪਾਊਡਰ ਦੇ ਵਿੱਚ ਵੀ ਆ, ਕੈਪਸੂਲ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੈਗੇ ਆ। ਔਰ ਸਪੈਸ਼ਲੀ ਸਾਡਾ ਹੁਣ ਵਿੰਟਰ ਸ਼ੁਰੂ ਹੋ ਗਿਆ ਹੈਗਾ, ਸਿਆਲ ਸ਼ੁਰੂ ਹੋ ਗਿਆ, ਉਹਦੇ ਵਾਸਤੇ ਤੁਸੀਂ ਕਾੜਾ ਸਾਰੀਆਂ ਬਿਮਾਰੀਆਂ ਦੀ ਇੱਕੋ ਜੜ ਹੈ, ਤੁਸੀਂ ਕਾੜਾ ਪੀਓ। ਇਹ ਤੁਹਾਡੇ ਗਲੇ ਦੀ ਖਾਰਿਸ਼ ਹੈਗੀ, ਚਾਹੇ ਡਾਈਜੈਸਟ ਸਿਸਟਮ, ਤੁਹਾਨੂੰ ਗੈਸ ਪ੍ਰੋਬਲਮ ਹੈ, ਕੁਝ ਵੀ ਹੈਗਾ, ਤੁਹਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਦਾ ਹੈਗਾ। ਬਹੁਤ ਹੀ ਅੱਛਾ ਪ੍ਰੋਡਕਟ ਹੈਗਾ। 17 ਡਿਫਰੈਂਟ ਆਈਟਮ ਇਹਦੇ ਵਿੱਚ ਪਾਈਆਂ ਹੈਗੀਆਂ ਆਰਗੈਨਿਕ। ਤੁਸੀਂ 3 ਕੱਪ ਪਾਣੀ ਦੇ ਪਾਓ, ਉਹਦੇ ਵਿੱਚ ਹਾਫ ਟੀਸਪੂਨ ਪਾਉਣਾ, ਹਾਫ ਟੀਸਪੂਨ ਇਸ ਕਰਕੇ ਪਾਉਣਾ ਤਾਂ ਕਿ ਸਾਰੀ ਚੀਜ਼ਾਂ ਗਰਮ ਹੁੰਦੀਆਂ। ਤੁਸੀਂ ਉਹ ਕੱਢ ਕੇ ਜਦੋਂ 1.5 ਕੱਪ ਰਹਿ ਜਾਵੇ ਉਹਨੂੰ ਤੁਸੀਂ ਪੁਣ ਕੇ ਚਾਹ ਵਾਂਗੂ ਪੀ ਸਕਦੇ ਆ। ਇਹਦੇ ਵਿੱਚ ਖੰਡ ਤੇ ਦੁੱਧ ਨਹੀਂ ਪਾਉਣਾ, ਗੁੜ ਪਾ ਸਕਦੇ ਤਾਂ ਹਨੀ ਪਾ ਸਕਦੇ। ਜੇ ਚਾਹ ਬਣਾਉਣੀ ਹੈ ਤਾਂ ਵੀ ਚੁਟਕੀ ਪਾ ਲਓ, ਸਵਾਦ ਮਹਿਕਣ ਲਾ ਦਿੰਦਾ ਚਾਹ ਨੂੰ। ਕਾੜਾ ਬਹੁਤ ਵਧੀਆ ਚੀਜ਼ ਹੈ। ਹਾਂਜੀ। ਅੱਛਾ ਸ਼ੁਕਲਾ ਜੀ, ਨਾਲ ਹੀ ਇਹ ਦੱਸਿਓ ਬਈ ਜਿਹੜੀ ਆ ਘਰ ਦੀ ਸਜਾਵਟ ਲਈ, ਘਰ ਨੂੰ ਸੁਗੰਧਿਤ ਰੱਖਣ ਲਈ, ਜਾਂ ਆਪਣੀ ਜਿਹੜੀ ਧਾਰਮਿਕ ਆਸਥਾ ਹੈ ਉਹਦੇ ਲਈ ਹੋਰ ਕਿਹੜੀ ਚੀਜ਼ ਕੋਲ ਹੈ? ਹਾਂਜੀ, ਪੂਜਾ ਦੀ ਕੋਈ ਵੀ ਆਈਟਮ ਹੋਵੇ, ਤੁਸੀਂ ਉਹ ਸਾਰੀਆਂ ਤਕਰੀਬਨ ਆਈਟਮਾਂ ਸਾਨੂੰ ਮਿਲ ਜਾਂਦੀਆਂ। ਪੂਜਾ ਦੇ ਪੋਸਟਰ, ਕੈਲੰਡਰ, ਮੂਰਤੀ, ਜਾਂ ਤੁਹਾਨੂੰ ਪੂਜਾ ਵਾਸਤੇ ਤੁਸੀਂ ਘਰ ਗੁਰਕਾ ਸਾਹਿਬ ਕੀਰਤਨ ਕਰਵਾਉਣਾ ਹੈਗਾ, ਬਟ ਤੁਹਾਨੂੰ ਕੋਈ ਵੀ ਪੂਜਾ ਦੀ ਆਈਟਮ ਚਾਹੀਦੀ ਹੈ, ਇਹ ਸਾਰਾ ਸਮਾਨ ਤੁਹਾਨੂੰ ਮਦਰ ਇੰਡੀਆ ਸਟੋਰ 'ਤੇ ਮਿਲ ਜਾਂਦਾ। ਅਤਰ ਸਾਡੇ ਬਹੁਤ ਅੱਛੇ ਹੈਗੇ ਆ, ਔਰਗੈਨਿਕ ਹੈਗੇ ਆ, ਜੋ ਚੰਦਨ, ਜੈਸਮਿਨ, ਲੈਵੈਂਡਰ ਤੇ ਰੋਜ਼ ਮਿਲ ਸਕਦੇ ਹੈਗੇ ਆ। ਤੁਸੀਂ ਆਪਣੇ ਕਾਰ ਵਿੱਚ ਵੀ ਰੱਖ ਸਕਦੇ ਆ, ਆਫਿਸ ਵਿੱਚ ਵੀ ਰੱਖ ਸਕਦੇ ਆ, ਜਾਂ ਆਪਣੀ ਸ਼ਰਟ ਜਾਂ ਤੁਸੀਂ ਸੂਟ ਨੂੰ ਵੀ ਲਾ ਸਕਦੇ। ਥੋੜਾ ਹੀ ਲਾਣਾ ਪੈਂਦਾ, ਇੱਕ ਬੂੰਦ ਬਸ, ਤੋਂ ਸਾਰਾ ਸਮੈਲ ਤੁਹਾਡੇ ਕੱਪੜਿਆਂ 'ਚ ਆਉਂਦੀ ਹੈਗੀ ਆ, ਬੜਾ ਅੱਛਾ ਲੱਗਦਾ ਹੈਗਾ। ਔਰ ਅਗਰਬੱਤੀ ਸਾਡੀ ਬਹੁਤ
ਅੱਛੀ ਹੈਗੀ, ਜਿਹਦੇ ਵਿੱਚ ਕੋਈ ਕੈਮੀਕਲਸ ਨਹੀਂ, ਕਾਲਾ ਧੂੰਆਂ ਨਹੀਂ ਹੈਗਾ, ਇਸ ਵਿੱਚ ਤੁਹਾਡੀਆਂ ਛੱਤਾਂ ਜਾਂ ਦੀਵਾਰਾਂ ਕਾਲੀਆਂ ਨਹੀਂ ਹੁੰਦੀਆਂ, ਅੱਖਾਂ 'ਚ ਤੁਹਾਡੇ ਪਾਣੀ ਨਹੀਂ ਆਉਂਦਾ ਹੈਗਾ, ਤੁਹਾਨੂੰ ਛਿੱਕਾਂ ਨਹੀਂ ਲੱਗਦੀ ਹੈਗੀ, ਬਹੁਤ ਅੱਛੀ ਸੁਗੰਧ ਹੈਗੀ ਆ। 40-50 ਡਿਫਰੈਂਟ ਫ੍ਰੈਗਨੈਂਸ ਹੈਗੇ ਆ, ਜਿਹਦੇ ਵਿੱਚ ਚੰਦਨ, ਰੋਜ਼, ਜੈਸਮਿਨ, ਲੈਵੈਂਡਰ, ਮੋਗਰਾ, ਕੋਗੋ, ਲੋਬਾਨ, ਇਹ ਸਾਰੇ ਪ੍ਰੋਡਕਟ ਤੁਹਾਨੂੰ ਮਦਰ ਇੰਡੀਆ ਦੇ ਸਟੋਰ 'ਤੇ ਮਿਲ ਸਕਦੇ ਹੈਗੇ। ਜਾਂ ਤੁਸੀਂ ਕਿਸੇ ਹੋਰ ਵੀ ਸਟੋਰ 'ਤੇ ਜਾਂਦੇ ਆ, ਮੇਕ ਸ਼ੋਰ ਤੁਸੀਂ ਉੱਥੇ ਮਦਰ ਇੰਡੀਆ ਦਾ ਲੋਗੋ ਤਾਂ ਨਾਂ ਜ਼ਰੂਰ ਦੇਖ ਲਓ, ਮਦਰ ਇੰਡੀਆ ਦਾ ਪ੍ਰੋਡਕਟ ਲਓ। ਅਗਰ ਤੁਸੀਂ ਨਹੀਂ ਯੂਜ਼ ਕੀਤਾ ਪਹਿਲਾਂ ਮਦਰ ਇੰਡੀਆ ਦੀ ਅਗਰਬੱਤੀ, ਤੁਸੀਂ ਆਓ ਮਦਰ ਇੰਡੀਆ ਸਟੋਰ ਦੇ ਉੱਤੇ, ਤੁਹਾਨੂੰ ਪਹਿਲਾਂ ਫ੍ਰੀ ਸੈਂਪਲ ਦੇਵਾਂਗੇ, ਤਾਂ ਅਗਰ ਤੁਹਾਨੂੰ ਅੱਛਾ ਲੱਗਦਾ ਤੁਸੀਂ ਨੈਕਸਟ ਟਾਈਮ ਬਾਏ ਕਰ ਸਕਦੇ ਹੈਗੇ। ਅੱਛਾ ਸ਼ੁਕਲਾ ਜੀ, ਇੱਕ ਉਹ ਦੱਸਿਓ ਵੀ ਤਾਂਬੇ ਦੇ ਬਰਤਨ। ਹਾਂਜੀ, ਤਾਂਬੇ ਦੇ ਬਰਤਨ ਸਾਰੇ, ਗਲਾਸ ਹੋਣ, ਚਾਹੇ ਉਹ ਪਾਣੀ ਦੀ, ਚਾਹੇ ਉਹ ਥਾਲੀ ਕੌਲੀ, ਜਾਂ ਤੁਹਾਨੂੰ ਕਿਸੇ ਦੇ ਭਾਂਡੇ ਚਾਹੀਦੇ ਹੈਗੇ ਆ, ਉਹ ਕਾਂਸੀ ਦੇ ਭਾਂਡੇ ਵੀ ਆਪਾਂ ਕਹਿੰਦੇ ਹੈਗੇ ਆ, ਇਹ ਸਾਰੇ ਤੁਹਾਨੂੰ ਮਿਲ ਜਾਂਦੇ ਆ। ਚਾਂਦੀ ਦੀ ਤੁਹਾਨੂੰ ਜੋ ਮੂਰਤੀ ਜਾਂ ਕੋਈ ਹੋਰ ਚਾਹੀਦੀ ਹੈ, ਇਹ ਵੀ ਸਾਰੇ ਮਿਲ ਜਾਂਦੇ ਹੈਗੇ ਆ। ਬਾਕੀ ਬਰਾਸ ਦੇ ਵਿੱਚ ਤੁਹਾਨੂੰ ਕਾਫੀ ਆਈਟਮਾਂ ਮਿਲ ਜਾਂਦੀਆਂ ਹੈਗੀਆਂ, ਕਿਸੇ ਨੂੰ ਗਿਫਟ ਦੇਣਾ ਹੈਗਾ ਉਹ ਵੀ ਤੁਸੀਂ ਲਿਜਾ ਸਕਦੇ ਹੈਗੇ ਮਦਰ ਇੰਡੀਆ ਸਟੋਰ ਤੋਂ। ਵੈਡਿੰਗ ਆਈਟਮ ਹੋਵੇ ਕੋਈ ਵੀ, ਬਾਕੀ ਸਟੀਲ ਪਾਟਸ ਹੋਣੇ ਚਾਹੀਦੇ ਸਾਨੂੰ, ਇਹ ਸਾਰੀਆਂ ਆਈਟਮਾਂ ਇੱਕੋ ਸਟੋਰ ਮਦਰ ਇੰਡੀਆ ਸਟੋਰ 'ਤੇ ਆਓ, ਤੁਹਾਨੂੰ ਸਾਰਾ ਸਮਾਨ ਮਿਲ ਜਾਂਦਾ ਹੈਗਾ। ਦਸੰਬਰ ਚੜ੍ਹਨ ਵਾਲਾ ਜੀ, ਕ੍ਰਿਸਮਸ ਤੇ ਤੋਹਫਿਆਂ ਦੇ ਲਈ ਵੀ ਇੱਕ ਲਾਈਨ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇੰਟਰੋਡਿਊਸ ਕਰਨੀ ਆ, ਉਹਦੇ ਬਾਰੇ ਵੀ ਅਖੀਰ 'ਚ ਦੱਸ ਦਿਓ ਜੀ। ਹਾਂਜੀ, ਮਦਰ ਇੰਡੀਆ ਸਟੋਰ 'ਤੇ ਆਓਗੇ ਤੁਹਾਨੂੰ ਸਾਰੇ ਤਰ੍ਹਾਂ ਦੇ ਅਸੀਂ ਗਿਫਟ ਆਈਟਮਾਂ ਬਣਾ ਕੇ ਰੱਖੀਆਂ ਹੈਗੀਆਂ। ਅਗਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਆਪਣੇ ਚਾਹੇ ਉਹ ਫੇਸ ਪੈਕ ਹੋਣ, ਚਾਹੇ ਉਹ ਅਗਰਬੱਤੀ ਹੋਵੇ, ਚਾਹੇ ਉਹ ਆਕਸੀ 99 ਮਦਰ ਇੰਡੀਆ ਦਾ ਪ੍ਰੋਡਕਟਸ ਹੋਵੇ, ਕੋਈ ਵੀ ਸੋਪ ਆ, ਅਤਰ ਆ, ਸਾਰੇ ਪ੍ਰੋਡਕਟਸ ਅਸੀਂ ਪੈਕ ਕੀਤੇ ਹੈਗੇ ਆ। ਤੁਸੀਂ ਆਓ, ਆਪਣੇ ਕਿਸੇ ਵੀ ਭੈਣ ਭਰਾ ਦੋਸਤ ਨੂੰ ਤੁਸੀਂ ਆਪਣਾ ਗਿਫਟ ਦੇ ਸਕਦੇ ਹੈਗੇ ਆ। ਸਾਡਾ ਐਡਰੈਸ 6647 ਮੇਨ ਸਟਰੀਟ, ਮੇਨ 'ਤੇ ਤਾਂ 50 'ਤੇ ਹੈਗੇ ਆ। ਆਲਮੋਸਟ 49 ਈਅਰਸ ਹੋ ਗਏ ਸਾਨੂੰ ਇਸ ਏਰੀਆ 'ਚ, ਤਾਂ ਤੁਸੀਂ ਆਓ ਸਟੋਰ 'ਤੇ ਆ ਕੇ ਦੇਖੋ। ਅਗਰ ਨਹੀਂ ਵੀ ਕੋਈ ਚੀਜ਼ ਪ੍ਰੋਡਕਟ ਲੈਣੀ ਤਾਂ ਵੀ ਕੋਈ ਪ੍ਰੋਬਲਮ ਨਹੀਂ, ਤੁਹਾਡਾ ਕੋਈ ਕੁਐਸਚਨ ਕੰਸਰਨ ਹੋਵੇ, ਤੁਸੀਂ ਆ ਕੇ ਅਗਰ ਹਰਬਲ ਹੇਅਰ ਡਾਈ ਸ਼ੈਂਪੂ ਪਹਿਲਾਂ ਨਹੀਂ ਯੂਜ਼ ਕੀਤੀ, ਫ੍ਰੀ ਸੈਂਪਲ ਲੈ ਕੇ ਜਾਓ, ਟਰਾਈ ਕਰੋ, ਅੱਛਾ ਲੱਗਦਾ ਤੁਸੀਂ ਨੈਕਸਟ ਟਾਈਮ ਬਾਏ ਕਰ ਸਕਦੇ ਹੈਗੇ। ਸ਼ੁਕਲਾ ਜੀ, ਗਿਆਨ ਕੀ ਬਾਤ ਕੋਈ ਸੁਣਾਓਗੇ? ਹਾਂਜੀ ਹਾਂਜੀ ਹਾਂਜੀ, ਉਹ ਤਾਂ ਪਹਿਲਾਂ ਜੀ ਬਿਜ਼ਨਸ ਤਾਂ ਹੋ ਗਿਆ, ਹੁਣ ਗਿਆਨ ਦੀ ਗੱਲ ਕਰ ਲੈਂਦੇ ਆਪਾਂ। ਅੱਜ ਦਾ ਵਿਚਾਰ ਏਦਾਂ ਹੈ ਜੀ, जो इंसान हर किसी को इज्जत और प्यार देता है, असल में वह खुद भी बड़ा इज्जतदार होता है, क्योंकि एक इंसान दूसरे को वही देता है जो उसके पास होता है। क्या बात है, ਸਿਰੇ ਲਾਤੀ ਕਹਾਣੀ, ਟੋਪੀ ਵਾਲਾ ਕਿੱਲ ਕਹਿੰਦੇ ਇਹਨੂੰ। ਧੰਨਵਾਦ ਬਹੁਤ ਬਹੁਤ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਰੇਸ਼ ਸ਼ੁਕਲਾ ਜੀ ਗੱਲਬਾਤ ਕਰ ਰਹੇ ਸੀ, ਕਹਿੰਦੇ ਜਿਹੜੇ ਤੁਸੀਂ ਦੂਜਿਆਂ ਨੂੰ ਇੱਜ਼ਤ ਦਿੰਦੇ ਹੋ, ਉਹਦਾ ਮਤਲਬ ਇਹ ਹੈ ਵੀ ਤੁਹਾਡੀ ਇੱਜ਼ਤ ਹੈ, ਤੁਹਾਡੇ ਕੋਲ ਜਿਹੜਾ ਕੁਛ ਹੋਊ ਉਹੀ ਦਵੋਗੇ। ਬਹਿ ਜਾ ਕਰਾਤੀ। ਇਹ ਨੇ ਸ਼ੁਕਲਾ ਜੀ। ਜਿੰਨੇ ਵੀ ਅਮਰੀਕਾ ਦੇ ਪਰਿਵਾਰ ਸ਼ੇਰੇ ਪੰਜਾਬ ਨੂੰ ਸੁਣਦੇ ਨੇ, ਸਾਰਿਆਂ ਨੂੰ ਸ਼ੁਕਰਾਨੇ ਦੇ ਇਸ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਮੈਸੀਜ਼ ਪਰੇਡ ਜਿਹੜੀ ਨਿਊ ਜਰਸੀ ਦੇ ਵਿੱਚ ਹੋ ਰਹੀ ਹੈ, ਬਹੁਤ ਵਧੀਆ ਇੱਕ ਪਰੇਡ ਹੁੰਦੀ ਹੈ ਨਿਊ ਜਰਸੀ ਦੇ ਵਿੱਚ, ਇਹ ਥੈਂਕਸਗਿਵਿੰਗ ਡੇ ਦੀ, ਅਤੇ ਮੈਸੀ ਸਟੋਰ ਵੱਲੋਂ ਇਹ ਸਾਰੀ ਔਰਗੇਨਾਈਜ਼ ਕੀਤੀ ਜਾਂਦੀ ਹੈ। ਅਤੇ ਹੁਣੇ ਬੈਲੇ ਹੋ ਕੇ ਹਟਿਆ, TV ਚੱਲ ਰਿਹਾ, ਵੇਖ ਰਿਹਾ ਸੀ ਮੈਂ। ਛੁੱਟੀਆਂ ਜਿਹੜੀਆਂ ਅੱਜ ਲੌਂਗ ਵੀਕਐਂਡ ਹੈ ਅਮਰੀਕਾ ਦੇ ਵਿੱਚ, ਅਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਪਾਤਸ਼ਾਹ ਕਿਰਪਾ ਰੱਖੇ ਕਿ ਸਾਰੇ ਇਸ ਦਿਨ ਦਾ ਆਨੰਦ ਮਾਣਨ ਅਤੇ ਸੁੱਖ ਸ਼ਾਂਤੀ ਹੋਵੇ ਸਾਰੀ ਦੁਨੀਆ ਦੇ ਵਿੱਚ। ਅਮਰੀਕਾ ਕੋਲ ਬੜੀ ਤਾਕਤ ਹੈ, ਸ਼ਾਂਤੀ ਬਣਾ ਕੇ ਉਹ ਰੱਖਦਾ ਹੈ। ਮਫਾਦ ਸਾਰਿਆਂ ਦੇ ਹੁੰਦੇ ਨੇ, ਕੋਈ ਕਿਤੇ ਨਹੀਂ ਜਾਂਦਾ, ਨਾਲ ਮਫਾਦ ਵੀ ਹੁੰਦੇ ਨੇ, ਪਰ ਫਿਰ ਵੀ ਪੱਲਿਓਂ ਖਰਚ ਕੇ ਬੜਾ ਕੰਮ ਕਰਨਾ ਔਖਾ। ਅਤੇ ਕ੍ਰਿਟਿਕ ਨੇ ਜਿਹੜੇ, ਉਹ ਵੀ ਨਾਲ ਹੀ ਨੇ ਅਮਰੀਕਾ ਦੇ ਕਿ ਇਹ ਇਸ ਤਰ੍ਹਾਂ ਕਰਦੇ ਆ, ਪਰ ਜੇ ਤਕੜਾ ਕੋਈ ਲਾਣੇਦਾਰ ਹੈ ਨਹੀਂ ਤਾਂ ਟੱਬਰ ਨਹੀਂ ਚੱਲਦਾ। ਆਪਾਂ ਨੂੰ ਪਤਾ, ਪਿੰਡਾਂ ਦੇ ਵਿੱਚੋਂ ਇੱਕ ਪੈਸੇ ਦੇ ਵਿੱਚ 30 ਘਰਾਂ ਦੇ ਵਿੱਚ ਇੱਕ ਕੋਲ ਕਿਸੇ ਕੋਲ ਚਵਾਰੇ 'ਤੇ ਪਈ ਹੁੰਦੀ ਜਾਂ ਟੰਗੀ ਹੁੰਦੀ, ਆਲੇ ਦੁਆਲੇ 20 ਘਰ ਕੋਈ ਨਹੀਂ ਸੀ ਬੋਲਦਾ। ਜਿੱਥੇ ਸੋਟੀਆਂ ਵਾਲੇ ਨੇ ਉੱਥੇ ਲਲਕਰਾ ਵੱਜ ਜਾਂਦਾ ਰਾਤ ਨੂੰ। ਸੋ ਅਮਰੀਕਾ ਹੱਸਦਾ ਵਸਦਾ ਰਹੇ, ਸਾਡਾ ਗੁਆਂਢੀ ਹੈ, ਅਤੇ ਇੱਕ ਦੂਜੇ ਨਾਲ ਸਾਡੀਆਂ ਸਾਂਝਾਂ ਨੇ। ਸਾਰਿਆਂ ਨੂੰ ਸ਼ੁਕਰਾਨੇ ਦੇ ਇਸ ਦਿਨ ਦੀਆਂ, ਥੈਂਕਸਗਿਵਿੰਗ ਡੇ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਪਾਤਸ਼ਾਹ ਅੱਗੇ ਅਰਦਾਸ, ਤੁਸੀਂ ਪਰਿਵਾਰਾਂ ਸਮੇਤ ਚੜ੍ਹਦੀ ਕਲਾ 'ਚ ਰਹੋ। ਆਪਾਂ ਇੱਕ ਸੀਰੀਜ਼ ਜਿਹੜੀ ਸ਼ੁਰੂ ਕੀਤੀ ਆ ਵੀਰਵਾਰ ਨੂੰ, ਉਹ ਇਹ ਹੈ ਬਈ ਜਿਹੜੇ ਸਾਡੇ
ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਨੇ ਉਹਨਾਂ ਦੇ ਲਈ ਸੋਸਾਇਟੀ ਆਫ ਕੈਨੇਡੀਅਨ ਸਟੱਡਿੰਗ ਮੈਡੀਸਨ ਅਬਰੋਡ ਇਹ ਕੰਮ ਕਰ ਰਹੀ ਹੈ ਅਤੇ ਉਹ ਡਾਕਟਰ ਜਿਹੜੇ ਬਾਹਰਲੇ ਪਿਛਲੇ ਦੇਸ਼ਾਂ ਦੇ ਵਿੱਚ ਇੱਕ ਬਹੁਤ ਵਧੀਆ ਡਾਕਟਰ ਸਨ, ਹਰ ਕਿਸਮ ਦੀ ਪ੍ਰੈਕਟਿਸ ਕਰਦੇ, ਸਪੈਸ਼ਲਟੀ ਸੀ MD ਅਤੇ ਸਰਜਨ। ਅਤੇ ਡਾਕਟਰ ਸ਼ੈਲਿੰਦਰਾ ਸਿੰਘ ਨੇ ਗੱਲਬਾਤ ਆਪਣੇ ਨਾਲ ਕੀਤੀ ਸੀ। ਬੀਕਾਨੇਰ ਤੋਂ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ MD ਸਰਜਨ ਬਣ ਕੇ, ਅਤੇ ਲੁਧਿਆਣੇ ਸਰਜਨ ਦੇ ਤੌਰ 'ਤੇ ਉਹ ਫੋਰਟਿਸ ਅਤੇ ਅਪੋਲੋ 'ਚ ਕੰਮ ਕਰਦੇ ਰਹੇ। ਇੱਥੇ ਆ ਗਏ, ਇੱਥੇ ਆ ਕੇ ਹੁਣ ਉਹ ਡਾਕਟਰ ਨਾ ਬਣ ਸਕੇ। ਕਹਿੰਦੇ ਤੁਸੀਂ ਬਾਹਰ ਪੜ੍ਹੇ ਹੋਏ ਹੋ, ਅਤੇ ਹੁਣ ਊਬਰ ਚਲਾਉਂਦੇ ਹੈ। ਅਤੇ ਉਹਨਾਂ ਦਾ ਇੱਕ ਕੇਸ ਵੀ ਨਾਲ ਚੱਲ ਰਿਹਾ, ਜਿਹੜਾ ਹਿਊਮਨ ਰਾਈਟਸ ਦਾ ਟ੍ਰਿਬਿਊਨਲ ਦੇ ਵਿੱਚ ਉਹਨਾਂ ਨੇ ਕੇਸ ਕੀਤਾ ਹੋਇਆ। ਇਹ ਬਹੁਤ ਦੁੱਖ ਦੀ ਕਹਾਣੀ ਹੈ। ਇਹ ਤਾਂ ਚਲੋ ਇਹਨਾਂ ਨੂੰ ਤਾਂ ਡਾਕਟਰਾਂ ਨੂੰ ਆਪਾਂ ਕਹਿ ਦਈਏ ਵੀ ਚਲੋ ਜੀ ਤਾਂ ਭਾਰਤ ਦੇ ਜੰਮਪਲ ਨੇ, ਤੁਹਾਡੇ ਇੱਥੇ ਦੇ ਜਵਾਕ ਇੱਥੇ ਸੀਟਾਂ ਨਾ ਮਿਲਣ ਕਰਕੇ ਜੇ ਉਹ ਕਿਤੇ ਵੀ ਪੜ੍ਹਨ ਜਾਂਦੇ ਆ, ਕਿਤੇ ਉਹਨੂੰ ਯੂਰਪ 'ਚ ਭੇਜ ਦਿਓ, ਕਿਤੇ ਆਸਟ੍ਰੇਲੀਆ ਨਿਊਜ਼ੀਲੈਂਡ ਭੇਜ ਦਿਓ, ਬਹਿਰੀਨ ਵੀ ਜਾਂਦੇ ਨੇ ਬੱਚੇ, ਜਦ ਉਹਨਾਂ ਨੂੰ ਮੁੜ ਕੇ ਆਉਣਾ ਪੈਂਦਾ ਤਾਂ ਫਿਰ ਉਹ ਬਹੁਤ ਵੱਡੇ ਇਸ਼ੂਜ਼ ਦੇ ਵਿੱਚ ਦੀ ਲੰਘਦੇ ਆ। ਉਹਨਾਂ ਨੂੰ ਰੈਜ਼ੀਡੈਂਸੀ ਨਹੀਂ ਮਿਲਦੀ, ਥੱਕ ਜਾਂਦੇ ਆ, ਹੰਭ ਜਾਂਦੇ ਆ, ਹਾਰ ਜਾਂਦੇ ਆ। ਕੈਰੇਬੀਅਨ ਕੁਛ ਕਾਲਜਸ ਨੇ ਜਿਹੜੇ ਅਮਰੀਕਾ ਦੇ ਅੰਡਰ ਨੇ, ਉੱਥੋਂ ਬੱਚੇ ਜਿਹੜੇ ਪੜ੍ਹ ਕੇ ਆਉਂਦੇ ਨੇ ਉਹ ਰੈਜ਼ੀਡੈਂਸੀ ਉਹਨਾਂ ਨੂੰ ਅਮਰੀਕਾ ਦੇ ਵਿੱਚ ਮਿਲ ਜਾਂਦੀ ਹੈ, ਪਰ ਉੱਥੇ ਡਾਕਟਰ ਬਣ ਕੇ ਜਦ ਫਿਰ ਕੈਨੇਡਾ 'ਚ ਆਉਣਾ, ਫਿਰ ਐਗਜ਼ਾਮਸ ਲਿਖਣੇ ਪੈਣੇ। ਡਾਕਟਰਾਂ ਦੀ ਸ਼ਾਰਟੇਜ ਕੋਈ ਵੀ ਸੂਬਾ ਦਿਖਣ ਨਹੀਂ ਦਿੰਦਾ, ਕਿਉਂਕਿ ਬਜਟਸ ਨੂੰ ਡਿਵਾਈਡ ਕਰ ਦਿੰਦੇ ਡਾਕਟਰਾਂ 'ਤੇ, ਫਿਜ਼ੀਸ਼ੀਅਨਸ 'ਤੇ। ਉਹ ਕਹਿੰਦੇ ਬਰਾਬਰ ਨੇ, ਕੋਈ ਕਮੀ ਨਹੀਂ। ਉਹ ਤਾਂ ਹੁਣ ਉਹ ਦੱਸਣਗੇ ਨਾ, ਜਾਂ ਕਿਸੇ ਦਿਨ ਲਾਈਨਾਂ ਖੋਲਾਂਗੇ ਵੀ ਕਿੰਨਾ ਚਿਰ ਦੀ ਵੇਟ ਹੈ, ਕਿੰਨੇ ਅੰਕ ਦੇ ਕੋਲ ਜਿਹੜੇ ਫੈਮਿਲੀ ਫਿਜ਼ੀਸ਼ੀਅਨਸ ਹੈਗੇ। ਸੋ ਡਾਕਟਰ ਸ਼ੈਲਿੰਦਰਾ ਸਿੰਘ ਫੇਰ ਮੇਰੇ ਨਾਲ ਨੇ। ਡਾਕਟਰ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਥੈਂਕ ਯੂ ਸੋ ਮਚ ਅਗੇਨ ਮੈਨੂੰ ਏਅਰ 'ਤੇ ਲੈਣ ਲਈ। ਧੰਨਵਾਦ ਜੀ ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡੇ ਸਮੇਂ ਦੇ ਲਈ। ਅੱਛਾ, ਦੁਬਾਰਾ ਫਿਰ ਰਿਫਰੈਸ਼ ਇੱਕ ਵਾਰ ਕਰ ਦਈਏ, ਕਿਉਂਕਿ ਪਿਛਲੇ ਵੀਕ ਸਾਡੇ ਇੱਥੇ ਫਲੱਡਸ ਕਰਕੇ ਆਪਾਂ ਗੱਲਬਾਤ ਨਹੀਂ ਕਰ ਸਕੇ, ਥੋੜ੍ਹਾ ਜਿਹਾ ਬਿਜ਼ੀ ਹੋ ਗਿਆ ਮੈਂ। ਸੋ ਫਿਰ ਇੱਕ ਵਾਰ ਆਪਾਂ ਥੋੜ੍ਹਾ ਜਿਹਾ ਪਿਛਲਾ ਇਹਦੀ ਹਿਸਟਰੀ ਰਿਫਰੈਸ਼ ਕਰ ਦਈਏ, ਫਿਰ ਤੁਹਾਡੀ ਪਰਸਨਲ ਜਿਹੜੇ ਤੁਹਾਡੇ ਕੇਸ ਨੇ ਜਾਂ ਹੋਰ ਡਾਕਟਰਸ ਦੇ ਟ੍ਰਿਬਿਊਨਲ 'ਚ ਕੇਸ ਚੱਲ ਰਹੇ ਨੇ, ਉੱਥੇ ਵੀ ਭੇਦਭਾਵ ਹੈ ਜਾਂ ਉੱਥੇ ਕੀ ਹੋ ਰਿਹਾ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਥੋੜ੍ਹਾ ਜਿਹਾ ਸਕੈਜ਼ਮਾ ਜਾਂ ਜਿਹੜੇ ਤੁਸੀਂ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਹੋ, ਉਹਨਾਂ ਨੂੰ ਇੱਥੇ ਆ ਕੇ ਡਾਕਟਰ ਬਣਨ 'ਚ ਕਿਵੇਂ ਮੁਸ਼ਕਿਲਾਂ ਆਉਂਦੀਆਂ ਨੇ, ਇਹਨੂੰ ਥੋੜ੍ਹਾ ਜਿਹਾ ਰਿਫਰੈਸ਼ ਕਰ ਦਿਓ ਜੀ ਫਿਰ। ਹਾਂਜੀ, ਮੈਂ ਤੁਹਾਨੂੰ ਜਿਵੇਂ ਪਿਛਲੀ ਵਾਰੀ ਵੀ ਦੱਸਿਆ ਸੀ, ਮੈਂ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟ ਹਾਂ ਜੀ। ਮੈਂ ਸਰਜਰੀ 'ਚ ਪੋਸਟ ਗ੍ਰੈਜੂਏਟ ਟ੍ਰੇਨਿੰਗ ਲਈ, ਉਹਦੇ ਬਾਅਦ ਕੈਂਸਰ ਸਰਜਰੀ, ਔਂਕੋ ਸਰਜਰੀ 'ਚ ਵੀ 1 ਸਾਲ training ਲਈ ਜੀ, and then practice as a general surgeon as well as onco surgeon before coming to Canada। ਹਾਂਜੀ, ਤੇ ਉਹਦੇ ਬਾਅਦ ਤੋਂ ਮੈਂ ਇੱਥੇ ਆ ਕੇ ਸਟਰਗਲ ਕਰ ਰਿਹਾ। ਮਤਲਬ ਮੈਨੂੰ ਆਪਣੇ ਫੀਲਡ 'ਚ ਕਿਸੇ ਤਰ੍ਹਾਂ ਦੀ ਕੋਈ ਜੌਬ ਨਹੀਂ ਮਿਲੀ ਹੈ, ਨਾ ਕੋਈ ਟ੍ਰੇਨਿੰਗ ਐਕਸਪੀਰੀਅੰਸ ਮਿਲ ਪਾਇਆ ਹੈ ਬਿਕੋਜ਼ ਆਫ ਡਿਸਕ੍ਰਿਮੀਨੇਸ਼ਨ। ਜੇ ਕੈਨੇਡਾ 'ਚ ਆਪਾਂ ਕਹਿ ਦਈਏ ਰੰਗ ਭੇਦ ਦੀ ਨੀਤੀ ਹੈ ਮੈਡੀਕਲ ਜਗਤ ਦੇ ਅੰਦਰ, ਇੱਥੇ ਜਿਹੜੇ ਕਲਰ ਡਾਕਟਰਸ ਹੈ, ਸਪੈਸ਼ਲੀ ਜਿਹੜੇ ਗਰੀਬ ਮੁਲਕਾਂ ਤੋਂ ਆਉਂਦੇ ਡਾਕਟਰਸ, ਏਸ਼ੀਅਨ ਕੰਟਰੀਜ਼ ਤੋਂ, ਉਹਨਾਂ ਨੂੰ ਰੋਕਿਆ ਜਾਂਦਾ ਹੈ ਵੀ ਕਿਸੇ ਵੀ ਤਰ੍ਹਾਂ ਦੀ ਉਹ ਜੌਬ ਕਰ ਸਕਣ ਕਿਸੇ ਵੀ ਹਸਪੀਟਲ 'ਚ ਜਾਂ ਕਿਸੇ ਵੀ ਕਲੀਨਿਕ 'ਚ। ਇਹਦੇ ਵਿੱਚ ਮਲਟੀਪਲ ਪਲੇਅਰਸ ਇਨਵੋਲਵਡ ਹੈ। ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ 5 ਡਾਕਟਰਸ ਨੇ ਮਿਲ ਕੇ ਹਿਊਮਨ ਰਾਈਟਸ ਟ੍ਰਿਬਿਊਨਲ ਬ੍ਰਿਟਿਸ਼ ਕੋਲੰਬੀਆ 'ਚ ਇਸ ਬਾਰੇ ਕੇਸ ਵੀ ਦਾਇਰ ਕੀਤਾ ਹੈ। ਅੱਛਾ ਜੀ ਜੀ। ਅੱਛਾ ਡਾਕਟਰ ਸਾਹਿਬ, ਇੱਕ ਮੈਨੂੰ ਉਸ ਦਿਨ ਕੁਛ ਕੰਸਰਨਸ ਵੀ ਆਏ ਸੀ। ਕੁਛ ਬੰਦੇ ਕਹਿੰਦੇ ਵੀ ਜਿਹੜੇ ਇੰਡੀਆ ਦੇ ਵਿੱਚੋਂ ਡਾਕਟਰ ਨੇ, ਉਹ ਉੱਥੇ ਜਿਹੜੇ ਮੈਡੀਕਲ ਸਕੂਲ ਨੇ, ਉੱਥੇ ਡਾਕਟਰਾਂ ਦੀਆਂ ਡਿਗਰੀਆਂ ਹੁਣ ਬੜੀਆਂ ਵੰਡ ਰਹੇ ਨੇ। ਤੁਸੀਂ ਆਪ ਉੱਥੋਂ ਪੜ੍ਹ ਕੇ ਆਏ ਹੋ, ਇਹਦਾ ਜਵਾਬ ਕੀ ਹੈ ਜੀ? ਉਹ ਕਹਿੰਦੇ ਵੀ ਉਹ ਪ੍ਰੋਪਰਲੀ ਟ੍ਰੇਨਡ ਡਾਕਟਰ ਨਹੀਂ ਹੈ, ਤਾਂ ਇਹ ਕੈਨੇਡਾ ਨੇ ਬਾਹਰ ਰੱਖੀ ਹੋਈ ਹੈ। ਇਹ ਗੱਲ ਸਹੀ ਹੈ? ਨਹੀਂ, ਤੁਸੀਂ ਦੇਖੋ ਇੱਥੇ ਜਦੋਂ ਅਸੀਂ ਆਉਂਦੇ, ਸਾਡੇ ਜਿੰਨੇ ਵੀ ਡਿਗਰੀਜ਼ ਹੈ, ਸਾਡੀਆਂ ਜਿੰਨੇ ਵੀ ਕ੍ਰੈਡੈਂਸ਼ੀਅਲਸ ਹੈ, ਉਹਨਾਂ ਦਾ ਇਵੈਲੂਏਸ਼ਨ ਹੁੰਦਾ ਹੈ। ਤੇ ਇੱਕ ਵੈਬਸਾਈਟ ਹੈ physiciansapply.org। ਅਸੀਂ ਉਹ ਆਪਣੇ ਸਾਰੇ ਡਿਗਰੀਜ਼ ਅਪਲੋਡ ਕਰਦੇ ਹਾਂ, ਉਹਨਾਂ ਦਾ ਵੈਰੀਫਿਕੇਸ਼ਨ ਹੁੰਦਾ ਹੈ। ਉਹ ਸਾਡਾ ਉਹਨੂੰ ਰਿਪੋਜ਼ਿਟਰੀ ਕਹਿੰਦੇ, ਉਹ ਸਾਰਾ ਰਿਕਾਰਡ ਇਹਨਾਂ ਕੋਲ ਹੈਗਾ। ਅੱਛਾ ਜੀ। ਮਤਲਬ ਉਹ ਕੰਮ ਹੁੰਦਾ ਹੈ ਮੈਡੀਕਲ ਕਾਉਂਸਿਲ ਆਫ ਕੈਨੇਡਾ ਦੇ ਥਰੂ। ਹਾਂਜੀ, ਸੋ ਇਸ ਬਾਰੇ ਤਾਂ ਕੋਈ ਕਿਸੇ ਨੂੰ ਡਾਊਟ ਨਹੀਂ ਹੋਣਾ ਚਾਹੀਦਾ। ਜੇ ਕਈ ਲੋਕੀ ਹੁੰਦੇ ਬਾਲੀ ਰੇਸਿਸਟ ਹੈ, ਜਿਵੇਂ ਅਸੀਂ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ, ਉਹ ਹਮੇਸ਼ਾ ਕੁਐਸਚਨ ਕਰਦੇ ਵੀ ਤੁਹਾਡੀ ਡਿਗਰੀਆਂ ਖਰਾਬ ਹੈ ਜਾਂ ਵੈਲਿਡ ਨਹੀਂ ਹੈ, ਜੋ ਵੀ ਹੈ।
ਸੋ ਉਹਨਾਂ ਲਈ ਇਹ ਜਵਾਬ ਦੇਣਾ ਜ਼ਰੂਰੀ ਹੈ ਕਿ ਉਹ ਜਾ ਕੇ MCC ਮੈਡੀਕਲ ਕਾਉਂਸਲ ਆਫ ਕੈਨੇਡਾ ਨੂੰ ਇਹ ਸਵਾਲ ਕਰ ਸਕਦੇ ਵੀ ਸਾਡੀਆਂ ਡਿਗਰੀਆਂ ਵੈਲਿਡ ਹੈ ਕਿ ਨਹੀਂ ਹੈ, ਕਿਉਂਕਿ ਅਸੀਂ ਪੈਸੇ ਦੇ ਕੇ ਉਹਨਾਂ ਡਿਗਰੀਆਂ ਦਾ ਇਵੈਲੂਏਸ਼ਨ ਕਰਵਾਉਂਦੇ ਹਾਂ। ਨੰਬਰ 1। ਨੰਬਰ 2, ਅਸੀਂ ਐਗਜ਼ਾਮ ਦਿੰਦੇ ਹਾਂ। ਜਿਹੜੇ ਐਗਜ਼ਾਮ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਐਗਜ਼ਾਮ ਦਿਓ, ਸਾਰੇ ਐਗਜ਼ਾਮ ਅਸੀਂ ਦਿੰਦੇ ਹਾਂ। ਜਿਹੜੇ ਮੈਡੀਕਲ ਗ੍ਰੈਜੂਏਟ ਕੈਨੇਡਾ 'ਚ ਸਟੱਡੀ ਕਰਦੇ ਆ ਉਹਨਾਂ ਤੋਂ ਜ਼ਿਆਦਾ ਅਸੀਂ ਐਗਜ਼ਾਮ ਦਿੰਦੇ ਹਾਂ, ਤਰ੍ਹਾਂ ਤਰ੍ਹਾਂ ਦੇ ਐਗਜ਼ਾਮ। ਜਿਵੇਂ ਤੁਹਾਨੂੰ ਪਤਾ ਹੈ ਮੈਡੀਕਲ ਕਾਉਂਸਲ ਆਫ ਕੈਨੇਡਾ ਕੁਆਲੀਫਾਈਂਗ ਐਗਜ਼ਾਮਸ, ਪਹਿਲਾਂ ਇਵੈਲੂਏਟਿੰਗ ਐਗਜ਼ਾਮ ਹੁੰਦਾ ਸੀਗਾ, ਉਹਦੇ ਇਲਾਵਾ ਇੰਗਲਿਸ਼ ਦਾ ਟੈਸਟ। ਬ੍ਰਿਟਿਸ਼ ਕੋਲੰਬੀਆ 'ਚ ਹੁੰਦਾ ਕੈਪ ਟੈਸਟ, ਕਲੀਨਿਕਲ ਅਸੈਸਮੈਂਟ ਪ੍ਰੋਗਰਾਮ। ਕਹਿਣ ਦਾ ਮਤਲਬ ਸਾਡੇ ਸਾਹਮਣੇ ਮਲਟੀਪਲ ਬੈਰੀਅਰਸ ਹੁੰਦੇ ਵੀ ਸਾਨੂੰ ਬਾਰ-ਬਾਰ ਇਵੈਲੂਏਟ ਕੀਤਾ ਜਾਂਦਾ ਹੈ, ਉਹਦੇ ਬਾਵਜੂਦ ਵੀ ਸਾਨੂੰ ਪ੍ਰੂਵ ਕੀਤਾ ਜਾਂਦਾ ਵੀ ਤੁਸੀਂ ਕਿਸੇ ਕੰਮ ਦੇ ਨਹੀਂ ਹੋ, ਤੁਸੀਂ ਹਸਪੀਟਲ 'ਚ ਕੰਮ ਨਹੀਂ ਕਰ ਸਕਦੇ। ਅੱਛਾ, ਸਾਡਾ ਸਵਾਲ ਜੀ। ਅੱਛਾ ਡਾਕਟਰ ਸਾਹਿਬ, ਇੱਕ ਦੱਸਿਓ ਵੀ ਬਿਲਕੁਲ ਹੀ ਮਤਲਬ ਬੰਦਿਸ਼ ਹੈ ਜਾਂ ਕੁਝ ਡਾਕਟਰ ਇਸ ਫਨਲ ਦੇ ਵਿੱਚ ਦੀ ਲੰਘ ਜਾਂਦੇ ਆ ਤੇ ਪ੍ਰੈਕਟਿਸ ਕਰ ਰਹੇ ਆ? ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬਿਲਕੁਲ ਬੰਦਿਸ਼ ਨਹੀਂ ਹੈ। 8% ਤੁਸੀਂ ਮੰਨ ਸਕਦੇ ਹੋ, 8% ਜਿਹੜਾ ਡਾਟਾ ਹੈ। ਜੇ ਆਪਾਂ ਕਹੀਏ ਟੋਟਲ ਨੰਬਰ ਆਫ ਰੈਜ਼ੀਡੈਂਸੀ ਪੋਜੀਸ਼ਨਸ ਕੈਨੇਡਾ 'ਚ ਕਿੰਨੀਆਂ ਹੈ, ਇਹ ਨੰਬਰ ਹੈਗਾ ਜੀ 3397 ਜੀ। ਹਾਂਜੀ, ਇਹਦੇ ਵਿੱਚੋਂ 8% ਯਾਨੀ ਕਿ 287 IMG ਡਾਕਟਰਸ ਹੈ ਜਿਹੜੇ ਕਿ ਰੈਜ਼ੀਡੈਂਸੀ ਕਰ ਰਹੇ ਆ। ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ 100% ਬੰਦਿਸ਼ ਹੈ। 8% ਇੱਕ ਤਰ੍ਹਾਂ ਦਾ ਮੈਂ ਮੰਨਦਾ ਕਿ ਸੇਫਟੀ ਵਾਲਵ ਇਹਨਾਂ ਨੇ ਕ੍ਰੀਏਟ ਕੀਤਾ ਹੋਇਆ ਤਾਂ ਕਿ ਇਹ ਲੱਗੇ ਵੀ ਨਹੀਂ ਹੈਲਥ ਕੇਅਰ ਰੈਗੂਲੇਟਰਸ ਆਰ ਡੂਇੰਗ ਸਮਥਿੰਗ, ਦੇ ਆਰ ਟਰਾਈਂਗ देयर ਬੈਸਟ ਕਿ ਆਪਣੇ ਵੱਲੋਂ ਕਰ ਰਹੇ। ਬਟ ਇਹ ਬਿਲਕੁਲ ਹੀ ਡਿਸਪ੍ਰੋਪੋਰਸ਼ਨੇਟ ਹੈ, ਕਿਤੇ 92% ਬੰਦੇ ਬਿਲਕੁਲ ਵੀ ਐਲੀਜੀਬਲ ਨਹੀਂ ਹੋ ਪਾਉਂਦੇ ਇਸ ਹਿਸਾਬ ਨਾਲ, ਇਸ ਡੇਟਾ ਦੇ ਹਿਸਾਬ ਨਾਲ। ਤੇ ਡਾਕਟਰ ਸਾਹਿਬ IMG ਦੀ ਕੈਟਾਗਰੀ 'ਚ ਕਿਹੜਿਆਂ ਦੇਸ਼ਾਂ ਦੇ ਜੇ ਪੜ੍ਹ ਕੇ ਆਉਂਦੇ ਹੋ ਤੁਸੀਂ? ਯੂਰਪ ਦੇ ਵਿੱਚੋਂ ਵੀ ਤੇ ਮਿਡਲ ਈਸਟ ਦੇ ਤੇ ਏਸ਼ੀਆ ਦੇ ਵਿੱਚੋਂ ਤੇ ਕੈਰੇਬੀਅਨ ਜਿਹੜੇ ਅਮਰੀਕਨ ਦੇ ਅੰਡਰ ਨੇ ਉਹ ਵੀ IMG ਨੇ ਜੀ? ਹਾਂਜੀ ਹਾਂਜੀ, ਜਿਹੜੇ ਵੀ ਸਟੂਡੈਂਟਸ ਕੈਨੇਡਾ ਤੋਂ ਇਲਾਵਾ ਕਿਸੇ ਵੀ ਹੋਰ ਮੈਡੀਕਲ ਸਕੂਲ 'ਚ ਪੜ੍ਹੇ ਨੇ ਉਹ ਸਾਰੇ ਜੀ ਡਿਕਲੇਅਰ ਹੁੰਦੇ ਆ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟ। ਤੇ ਜਿਹੜੇ ਅਮਰੀਕਾ ਤੋਂ ਪੜ੍ਹ ਕੇ ਆਉਂਦੇ ਆ ਡਾਕਟਰ ਸਾਹਿਬ, ਜਿਹੜੇ ਆ ਕੇ ਉਹਨਾਂ ਦੀ ਰੈਜ਼ੀਡੈਂਸੀ ਅਮਰੀਕਾ ਦੇ ਵਿੱਚ ਕੈਰੇਬੀਅਨ ਕਾਲਜਸ ਦੇ ਵਿੱਚੋਂ ਆਉਂਦੇ ਆ ਤੇ ਆ ਕੇ ਉਹਨਾਂ ਦੇ ਸਾਰਿਆਂ ਦਾ ਜਿਹੜਾ ਕੰਟਰੋਲ ਅਮਰੀਕਾ ਦੇ ਵਿੱਚ ਆ, ਉੱਥੇ ਰੈਜ਼ੀਡੈਂਸੀ ਸ਼ੁਰੂ ਹੋ ਜਾਂਦੀ ਆ। ਇੱਥੇ ਨਹੀਂ ਪਰ ਅਮਰੀਕਾ ਦੇ ਵਿੱਚੋਂ ਡਾਕਟਰ ਬਣ ਜਾਂਦੇ ਆ ਜੀ? ਹਾਂਜੀ, ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਇੱਥੋਂ ਦੇ ਹੈਲਥ ਰੈਗੂਲੇਟਰਸ ਹੈ ਉਹਨਾਂ ਨੇ ਅਦਰ ਕੰਟਰੀਜ਼ ਦੇ ਨਾਲ ਡਿਫਰੈਂਟ ਐਗਰੀਮੈਂਟਸ ਕੀਤੇ ਹੋਏ। ਜਿਵੇਂ ਕਹਿਣ ਨੂੰ ਤਾਂ USMG ਉਹਨਾਂ ਨੂੰ ਕਿਹਾ ਜਾਂਦਾ ਹੈ, ਬਟ ਜਿੰਨੀ ਸਾਨੂੰ ਨੌਲੇਜ ਹੈ ਵੀ ਕੈਨੇਡਾ ਇੱਕ ਡਿਫਰੈਂਟ ਕੰਟਰੀ ਹੈ, US ਇੱਕ ਡਿਫਰੈਂਟ ਕੰਟਰੀ ਹੈ, ਬੋਥ ਆਰ ਸੋਵਰਨ। ਬਟ ਉਹਨਾਂ ਨੂੰ IMG ਦਾ ਦਰਜਾ ਨਹੀਂ ਦਿੱਤਾ ਗਿਆ, ਉਹਨਾਂ ਨੂੰ USMG ਮੰਨ ਕੇ ਉਹਨਾਂ ਦੇ ਨਾਲ CMG ਵਰਗਾ ਹੀ ਸਲੂਕ ਕੀਤਾ ਜਾਂਦਾ ਹੈ, ਉਹਨਾਂ ਨੂੰ CMG ਹੀ ਸਮਝਿਆ ਜਾਂਦਾ USMG ਨੂੰ। ਅੱਛਾ ਜੀ। ਤੇ ਯੂਰਪ ਦੇ ਵਿੱਚੋਂ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚੋਂ ਕੋਈ ਆਉਂਦਾ ਉਹ IMG ਹੈ? ਬਿਲਕੁਲ IMG ਹੈ, ਪਰ ਇੱਕ ਡਿਫਰੈਂਸ ਇਹ ਵੀ ਹੈ ਉਹਨਾਂ 'ਚ, ਜੇ ਤੁਸੀਂ ਇੰਗਲੈਂਡ ਤੋਂ ਪ੍ਰੈਕਟਿਸ ਕਰਕੇ ਆਉਂਦੇ ਹੋ ਤੁਹਾਨੂੰ ਹਮੇਸ਼ਾ ਪ੍ਰਾਇੋਰਟੀ ਮਿਲਦੀ ਹੈ। ਇੱਥੇ ਆ ਕੇ ਤੁਹਾਨੂੰ ਰੈਜ਼ੀਡੈਂਸੀ ਨਹੀਂ ਕਰਨੀ ਪੈਂਦੀ ਜੀ, ਤੁਸੀਂ ਇੱਥੇ ਆ ਕੇ ਸਿੱਧੇ ਆਪਣਾ ਕੋਈ ਇੱਕ ਪ੍ਰੈਕਟਿਸ ਰੈਡੀ ਅਸੈਸਮੈਂਟ ਐਗਜ਼ਾਮ ਹੁੰਦਾ PRA, ਉਹ ਕੁਛ ਇੱਕ ਸਪੈਸ਼ਲਿਟੀਜ਼ ਜਿਵੇਂ ਵੈਲਿਡ ਹੈ ਲਾਈਕ ਮੈਡੀਸਿਨ, ਪੀਡੀਆਟ੍ਰਿਕਸ ਤੇ ਇੱਕ ਦੋ ਹੋਰ ਹੈ, ਤੇ ਉਹ ਆ ਕੇ ਇੱਥੇ ਪ੍ਰੈਕਟਿਸ ਕਰ ਸਕਦੇ ਆ। ਪਰ ਜੇ ਤੁਸੀਂ ਇੰਡੀਆ ਜਾਂ ਹੋਰ ਦੂਜੇ ਮੁਲਕਾਂ ਤੋਂ ਆਉਣੇ ਹੋ ਗਰੀਬ, ਉੱਥੇ ਵੈਲਿਡ ਨਹੀਂ ਹੈ। ਸਿਰਫ ਇਹ ਜਿਹੜੇ ਐਂਗਲੋਫੋਨਿਕ ਕੰਟਰੀਜ਼ ਹੈ ਜਾਂ ਇੰਗਲਿਸ਼ ਸਪੀਕਿੰਗ ਕੰਟਰੀਜ਼ ਹੈ, ਕੁਛ ਕਾਮਨ ਆਪਣੇ ਇੰਗਲੈਂਡ ਹੋ ਗਿਆ, ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਸਾਊਥ ਅਫਰੀਕਾ, ਇਹਨਾਂ ਕੰਟਰੀਜ਼ ਦੀ ਪੋਸਟ ਗ੍ਰੈਜੂਏਟ ਟ੍ਰੇਨਿੰਗ ਜਾਂ ਇਹਨਾਂ ਦਾ ਵਰਕ ਐਕਸਪੀਰੀਅੰਸ ਇੱਥੇ ਕਾਊਂਟ ਕੀਤਾ ਜਾਂਦਾ ਹੈ। ਅੱਛਾ ਡਾਕਟਰ ਸਾਹਿਬ, ਤੁਸੀਂ ਹੁਣ ਪਿਛਲੀ ਵਾਰ ਇਹ ਦੱਸ ਰਹੇ ਸੀ ਵੀ ਮੈਂ ਹੁਣ ਪਲੈਨਿੰਗ ਕਰ ਰਿਹਾ ਵੀ ਮੈਂ ਇੰਗਲੈਂਡ ਦੇ ਵਿੱਚ ਜਾ ਕੇ ਪੜ੍ਹ ਲਵਾਂ, ਤੇ ਉੱਥੋਂ ਜੇ ਤੁਸੀਂ ਉਹੀ ਤੁਸੀਂ IMG ਹੋ, ਪਰ ਜੇ ਇੰਗਲੈਂਡ ਦੇ ਵਿੱਚੋਂ ਇੰਡੀਅਨ ਡਿਗਰੀ ਤੋਂ ਸਰਟੀਫਾਈ ਕਰਕੇ ਤੇ ਉੱਥੋਂ ਪ੍ਰੈਕਟਿਸ ਕਰਕੇ ਜੇ ਦੁਬਾਰਾ ਉਹੀ ਡਾਕਟਰ ਸ਼ੈਲਿੰਦਰ ਸਿੰਘ ਵਾਪਸ ਆਉਂਦੇ ਨੇ ਤਾਂ ਤੁਸੀਂ ਇੱਕ ਅਲੱਗ ਕੈਟੇਗਰੀ 'ਚੋਂ? ਬਿਲਕੁਲ ਜੀ, ਹਾਂਜੀ। ਕਮਾਲ। ਹਾਂਜੀ, ਇੰਗਲੈਂਡ 'ਚ ਕੈਨੇਡਾ ਵਾਂਗੂ ਰੰਗ ਭੇਦ ਦੀ ਨੀਤੀ ਨਹੀਂ ਹੈ ਜੀ। ਜਿਵੇਂ ਇੱਥੇ ਇਸ ਬੰਦੇ ਨੂੰ ਡਿਗਰੀ ਹੋ ਕੇ ਵੀ, ਤੁਹਾਨੂੰ ਯਾਦ ਹੈ ਜਿਵੇਂ ਆਪਾਂ ਹਮੇਸ਼ਾ ਪੜ੍ਹਦੇ ਹਾਂ ਵੀ ਗਾਂਧੀ ਜੀ ਕੋਲ ਟਿਕਟ ਸੀਗਾ ਫਸਟ ਕਲਾਸ ਦਾ ਟ੍ਰੇਨ ਦਾ, ਬਟ ਉਹਨਾਂ ਨੂੰ ਫੇਰ ਵੀ ਟ੍ਰੇਨ ਤੋਂ ਲਾ ਕੇ ਥੱਲੇ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਰੰਗ ਦੂਜਾ ਸੀਗਾ, ਉਹ ਕਲਰਡ ਸੀਗੇ। ਉਹੀ ਹਾਲ ਇੱਥੇ ਹੁੰਦਾ, ਤੁਸੀਂ ਐਗਜ਼ਾਮ ਪਾਸ ਕਰ ਲਓ,
ਤੁਹਾਡੇ ਕੋਲ ਲਾਇਸੈਂਸ਼ੀਏਟ ਹੋ ਜਾਵੇ ਮੈਡੀਕਲ ਕਾਉਂਸਲ ਆਫ ਕੈਨੇਡਾ LNCC ਤੁਸੀਂ ਬਣ ਜਾਓ, ਉਹਦੇ ਬਾਅਦ ਵੀ ਤੁਸੀਂ ਇੱਥੇ ਪ੍ਰੈਕਟਿਸ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਇਹੋ ਜਿਹੇ ਮੁਲਕਾਂ ਤੋਂ ਆਉਂਦੇ ਹੋ ਜਿਹੜੇ ਕਿ ਗਰੀਬ ਮੰਨੇ ਜਾਂਦੇ ਆ, ਪਿਛੜੇ ਮੰਨੇ ਜਾਂਦੇ ਆ। ਇਹ ਬੜੀ ਰੰਗ ਭੇਦ ਦੀ ਨੀਤੀ ਹੈ ਜੀ, ਜਿਹੜੀ ਕਿ ਅਮਰੀਕਾ 'ਚ ਕਾਲਿਆਂ ਨਾਲ ਸਲੂਕ ਹੁੰਦਾ ਉਹ ਵੀ ਸਾਡੇ ਨਾਲ ਇੱਥੇ ਹੁੰਦਾ ਹੈ, ਦੇਖਿਆ ਜਾਵੇ ਤਾਂ। ਖੈਰ ਗਾਂਧੀ ਜੀ ਤਾਂ ਆਰਾਮ ਕਰਦੇ ਰਹੇ ਜੀ, ਗਾਂਧੀ ਜੀ ਨਾਲ ਆਪਾਂ ਨਹੀਂ, ਗਾਂਧੀ ਜੀ ਤਾਂ ਬੱਲੇ ਬੱਲੇ ਰਹਿਆ। ਕੈਪਟਨ ਨੇ GV ਸਿੰਘ ਉਹਨਾਂ ਨੇ ਕ੍ਰਾਸ ਐਗਜ਼ਾਮੀਨੇਸ਼ਨ ਕੀਤੀ ਹੈ। ਸ਼ੁਰੂਆਤ ਉਹਨਾਂ ਨੇ ਰੰਗ ਭੇਦ ਦੀ ਨੀਤੀ ਦੀ ਸ਼ੁਰੂਆਤ ਉਹਨਾਂ ਨੇ ਵਿਰੋਧ ਕਰਕੇ ਸ਼ੁਰੂ ਕੀਤੀ ਸੀ। ਬਸ ਸਟਿਲ ਇਹ ਵੀ ਪ੍ਰੂਵ ਹੋਇਆ ਵੀ ਉਹ ਜਿਹੜੇ ਨੇ ਟ੍ਰੇਨ ਦੇ ਵਿੱਚੋਂ ਬਾਹਰ ਨਹੀਂ ਸੀ ਕੱਢੇ ਗਏ। ਇੱਕ ਕਿਤਾਬ ਆ ਮੈਂ ਪੜ੍ਹੀ। ਐਨੀਵੇਜ਼, ਅੱਛਾ ਮੈਨੂੰ ਐਂ ਦੱਸਿਓ, ਜਿਹੜੇ ਮਿਡਲ ਈਸਟ ਦੇ ਵਿੱਚੋਂ ਆਉਂਦੇ ਨੇ, ਜਿਹੜੇ ਤੁਸੀਂ ਕਹਿੰਦੇ ਹੋ ਪੈਸਿਆਂ ਵਾਲੇ ਦੇਸ਼ ਨੇ ਜਿਨ੍ਹਾਂ ਤੋਂ ਇਹਨਾਂ ਨੇ ਤੇਲ ਲੈਣਾ, ਉਹਨੂੰ IGM ਨਹੀਂ ਬਣਾਉਂਦੇ ਜੀ? IMG ਨਹੀਂ ਬਣਾਉਂਦੇ? IMG ਹੈ, ਬਿਲਕੁਲ ਉਹ ਕਹਿਣ ਨੂੰ IMG ਹੈ, ਬਟ ਉਹਨਾਂ ਦੇਸ਼ਾਂ ਦੇ ਨਾਲ ਕੈਨੇਡਾ ਦੀ ਯੂਨੀਵਰਸਿਟੀਜ਼ ਦੇ ਕੰਟਰੈਕਟ ਕੀਤੇ ਹੋਏ ਸਾਈਨ ਐਗਰੀਮੈਂਟਸ ਹੈਗੇ, ਤੇ ਉਸ ਐਗਰੀਮੈਂਟ ਦੇ ਕਰਕੇ ਉਹਨਾਂ ਦਾ ਡਿਫਰੈਂਟ ਰੂਟ ਬਣ ਜਾਂਦਾ ਹੈ। ਉਹਨਾਂ ਨੂੰ ਐਡਮਿਸ਼ਨ ਡਾਇਰੈਕਟਲੀ ਮਿਲ ਜਾਂਦਾ। ਕਿਸ ਤਰ੍ਹਾਂ ਮਿਲਦਾ ਹੈ ਕੋਈ ਉਹਦੇ ਵਾਸਤੇ ਉਹਦੇ ਲਈ ਕੁਝ ਕਲੀਅਰ ਨਹੀਂ ਹੈ ਗੱਲ, ਕੋਈ ਵੀ ਓਪਨਲੀ ਮਤਲਬ ਇਸ ਬਾਰੇ ਕੋਈ ਰਿਕਾਰਡ ਨਹੀਂ ਹੈ। ਸਿਰਫ ਇਹਨਾਂ ਨੌਲੇਜ ਹੈ ਕਿ ਉਹਨਾਂ ਨੂੰ ਡਿਫਰੈਂਟ ਰੂਟ ਦੇ ਥਰੂ ਐਡਮਿਸ਼ਨ ਮਿਲ ਜਾਂਦਾ ਯੂਨੀਵਰਸਿਟੀਜ਼ 'ਚ ਐਂਡ ਫॉर ਆਲ ਸਪੈਸ਼ਲਿਟੀਜ਼। ਅੱਛਾ ਡਾਕਟਰ ਸਾਹਿਬ, ਜਿਹੜੀਆਂ ਸਪੈਸ਼ਲਿਟੀਜ਼ ਤੁਹਾਡੇ ਲਈ ਨੇ IMG ਲਈ, ਉਹਨਾਂ ਦੇ ਵਿੱਚ ਸਿਰਫ 4 ਹੀ ਨੇ ਜਿਹੜੀਆਂ ਤੁਹਾਨੂੰ ਦਿੱਤੀਆਂ ਜਾਂਦੀਆਂ ਤੇ ਦੂਜਿਆਂ ਦੇ 29 ਡਿਸਿਪਲ ਨੇ? ਜੀ ਬਿਲਕੁਲ। ਜਿਹੜੇ IMG ਹੈ ਸਾਡੇ ਵਰਗੇ, ਉਹਨਾਂ ਲਈ ਸਾਈਕੈਟਰੀ, ਪੀਡੀਆਟ੍ਰਿਕਸ, ਫੈਮਿਲੀ ਮੈਡੀਸਿਨ ਐਂਡ ਇੰਟਰਨਲ ਮੈਡੀਸਿਨ, ਸਿਰਫ ਇਹ 4 ਹੀ ਸਪੈਸ਼ਲਿਟੀਜ਼ ਹੈ। BC ਦੀ ਗੱਲ ਕਰੀਏ ਆਪਾਂ, ਬ੍ਰਿਟਿਸ਼ ਕੋਲੰਬੀਆ, ਤੇ ਬਾਕੀ ਸਾਰਿਆਂ ਲਈ ਈਵਨ ਜਿਹੜੇ ਆ ਆਇਲ ਰਿਚ ਕੰਟਰੀਜ਼ 'ਚ ਆਉਂਦੇ ਆ ਉਹਨਾਂ ਲਈ ਵੀ ਸਾਰੀ ਸਪੈਸ਼ਲਿਟੀਜ਼ ਅਵੇਲੇਬਲ ਹੈ, 73 ਇਨਕਲੂਡਿੰਗ ਸਬ ਸਪੈਸ਼ਲਿਟੀਜ਼। ਅੱਛਾ ਇੱਕ ਹੋਰ ਡਾਕਟਰ ਸਾਹਿਬ ਇਹ ਦੱਸਣਿਓ ਕਿ ਜਿਹੜਾ ਹੁਣ ਕੇਸ ਤੁਹਾਡਾ ਚੱਲ ਰਿਹਾ ਇੱਥੇ, ਉਹ ਕੇਸ ਜਿਹੜਾ ਉਸ ਕੇਸ ਨੂੰ ਹੁਣ ਤੁਸੀਂ BC ਦੇ ਵਿੱਚ ਪਰਸਿਊ ਕੀਤਾ ਤੇ ਕਿੱਥੇ ਕੁ ਗੱਲ ਖੜੀ ਹੈ? ਜੀ ਹਜੇ ਪ੍ਰੋਸੈਸਿੰਗ ਚੱਲ ਰਹੀ ਹੈ ਕੇਸ ਦੀ, ਐਂਡ ਮਤਲਬ ਡਾਕੂਮੈਂਟਸ ਅਸੀਂ ਜਿਵੇਂ ਸਬਮਿਟ ਕੀਤੇ, ਕੁਝ ਰੈਸਪੋਂਡੈਂਟਸ ਵੱਲੋਂ ਵੀ ਸਬਮਿਟ ਹੋਏ ਹੈ। ਸੋ ਹਜੇ ਮਤਲਬ 2020 ਤੋਂ ਹਜੇ ਲਾਈਕ ਹੁਣ 2021 ਇੱਕ ਸਾਲ ਹੋ ਗਿਆ ਕੇਸ ਚੱਲਦੇ ਨੂੰ ਜੀ। ਮੈਂ ਵਪਾਰਕ ਸੰਦੇਸ਼ ਲੈ ਲਵਾਂ। ਤੁਹਾਡੇ ਬਹੁਤ ਸਵਾਲ ਸਨ ਪਿਛਲੀ ਵਾਰ, ਡਾਕਟਰ ਸ਼ੈਲਿੰਦਰ ਸਿੰਘ ਮੇਰੇ ਨਾਲ ਰਹਿਣਗੇ, ਤੁਸੀਂ ਕੋਈ ਨਾ ਕੋਈ ਸਵਾਲ ਉਹਨਾਂ ਨਾਲ ਪੁੱਛਣਾ ਚਾਹੋ, ਕੁਛ ਐਡ ਕਰਨਾ ਚਾਹੋ। ਬਹੁਤ ਤੁਹਾਡੇ ਬੱਚੇ ਨੇ ਜਿਹੜੇ, ਜਾਂ ਤੁਸੀਂ ਵੀ ਹੋ, ਪਤਾ ਨਹੀਂ ਕਿੰਨੇ ਡਾਕਟਰ ਸੁਣਦੇ ਹੋਣਗੇ ਜਿਹੜੇ ਟੈਕਸੀ ਚਲਾ ਰਹੇ ਨੇ, ਊਬਰ ਨੇ। ਤੇ ਡਾਕਟਰ ਸਾਹਿਬ ਕੁਛ ਤੁਹਾਡੇ ਕੋਲ ਇਹਦਾ ਡੇਟਾ ਹੈ ਵੀ ਕਿੰਨੇ IMG ਨੇ ਜਿਹੜੇ, ਜਿਨ੍ਹਾਂ ਨੂੰ ਕਿੰਨੇ ਕੁ ਕੋਈ ਗਰੁੱਪ ਹੈ ਜਿਸ ਸਕੈਜ਼ਮਾਂ ਦੇ ਥੱਲੇ, ਪਤਾ ਲੱਗ ਸਕਦਾ ਜੀ? ਜੀ ਲਮਸਮ 13 ਤੋਂ 14,000 ਡਾਕਟਰਸ ਹੈ ਕੈਨੇਡਾ ਦੇ ਅੰਦਰ, ਓਨਟਾਰੀਓ ਦੇ ਅੰਦਰ, ਸੌਰੀ ਓਨਲੀ ਇਨ ਓਨਟਾਰੀਓ। ਹਾਂਜੀ, ਮੈਨੂੰ BC ਦਾ ਆਈਡੀਆ ਨਹੀਂ ਹੈ। ਓਨਟਾਰੀਓ 'ਚ ਕਰੀਬ 13,000 ਡਾਕਟਰਸ ਹੈ ਜਿਹੜੇ ਕਿ ਆਊਟ ਆਫ ਪ੍ਰੈਕਟਿਸ ਹੈ। ਉਹਨਾਂ ਵਿੱਚੋਂ ਕਾਫੀ LNCC ਨੇ ਜਿਨ੍ਹਾਂ ਦਾ ਨਾਮ ਵੀ ਦਰਜ ਹੈ ਕੈਨੇਡੀਅਨ ਮੈਡੀਕਲ ਰਜਿਸਟਰ ਦੇ ਅੰਦਰ, ਕਿਉਂਕਿ ਉਹ ਮੈਡੀਕਲ ਕਾਉਂਸਲ ਆਫ ਕੈਨੇਡਾ ਦੇ ਐਗਜ਼ਾਮ ਵੀ ਪਾਸ ਕਰ ਚੁੱਕੇ ਨੇ। ਮਾਈ ਗੁੱਡਨੈਸ, ਪਰ ਉਹ 8% 'ਚ ਨਹੀਂ ਆ ਰਹੇ? ਨਹੀਂ ਜੀ। ਤੇ ਉਹਦੀ ਵੇਟਿੰਗ ਹੈ ਕੋਈ, ਜਿੱਥੇ ਤੁਸੀਂ ਲਾਈਨ 'ਚ ਖੜੇ ਹੋ ਇਹੋ ਜਿਹਾ ਕੁਛ ਹੈ, ਜਾਂ ਮਤਲਬ ਵੀ ਲੱਗਦਾ ਹੁਣ ਅਸੀਂ ਇਹ ਲਾਈਨ 'ਚ ਆ ਹੀ ਨਹੀਂ ਸਕਦੇ? ਦੇਖੋ ਜੀ, ਇਸ ਤਰ੍ਹਾਂ ਹੁੰਦਾ, ਲੋਕੀ ਹਰ ਸਾਲ ਟਰਾਈ ਕਰਦੇ ਆ, ਜਿਵੇਂ ਕਾਉਂਸਲਿੰਗ ਹੁੰਦੀ, ਕਾਮਸ ਮੈਚਿੰਗ ਹੁੰਦੀ, ਕੈਨੇਡੀਅਨ ਰੈਜ਼ੀਡੈਂਸੀ ਮੈਚਿੰਗ ਸਰਵਿਸਿਜ਼, ਉਹਨਾਂ ਦੇ ਥਰੂ। ਸੋ ਉਹਨਾਂ ਵਿੱਚੋਂ ਕਿੰਨੇ ਆ ਸਕਦੇ ਕਿੰਨੇ ਨਹੀਂ, ਇਹ ਕੋਈ ਕੁਝ ਕਹਿ ਨਹੀਂ ਸਕਦੇ। ਵੀ ਓਵਰਆਲ ਜੇ ਆਪਾਂ ਗੱਲ ਕਰੀਏ ਤਾਂ 8% ਦੇ ਤਕਰੀਬਨ ਇਹ ਡਾਟਾ ਰਹਿ ਜਾਂਦਾ ਹੈ। ਤੇ ਇਵੈਂਚੁਅਲੀ ਜਿਹੜੇ ਚਲੇ ਗਏ ਨਾ ਆਏ, ਉਹ ਅਗਲੇ ਸਾਲ ਫੇਰ ਟਰਾਈ ਕਰਨਗੇ? ਜੀ ਬਿਲਕੁਲ, ਐਵਰੀ ਈਅਰ ਜਿਵੇਂ ਸਾਈਕਲ ਚੱਲਦੀ ਹੈ, ਹਰ ਸਾਲ ਤੁਸੀਂ ਟਰਾਈ ਕਰਦੇ ਰਹੋ। ਕਈ ਲੋਕੀ ਫਿਰ 3-4 ਸਾਲ ਟਰਾਈ ਕਰਕੇ ਛੱਡ ਦਿੰਦੇ। ਜਿਵੇਂ ਸਾਡੇ ਨਾਲ ਜਿਨ੍ਹਾਂ ਨੇ ਕੰਪਲੇਂਟ ਕੀਤੀ ਹੈ, ਡਾਕਟਰ ਵਹੀਦ, ਹੀ ਵਾਜ਼ ਐਨਸਥੈਟਿਸਟ ਇਨ ਈਰਾਨ। ਉਹਨਾਂ ਨੇ ਸਾਰੇ ਐਗਜ਼ਾਮ ਪਾਸ ਕਰ ਲਏ, ਲਾਈਕ BC ਦਾ ਵੀ ਕੈਪ ਪ੍ਰੋਗਰਾਮ ਕਰ ਲਿਆ, ਇੰਗਲਿਸ਼ ਦਾ ਵੀ ਟੈਸਟ ਦੇਤਾ 2 ਵਾਰੀ, ਆਪਣੀ ਲਾਈਨ ਆਫ ਕ੍ਰੈਡਿਟ ਯੂਜ਼ ਕਰਕੇ ਕਾਫੀ ਉਹਨਾਂ ਨੇ ਪੈਸਾ ਖਰਚ ਕੀਤਾ, ਐਂਡ ਉਹਦੇ ਬਾਅਦ ਵੀ 5 ਸਾਲ ਟਰਾਈ ਕਰਕੇ ਵੀ ਉਹਨਾਂ ਨੂੰ ਕਦੇ ਕਿਤੇ ਐਡਮਿਸ਼ਨ ਨਹੀਂ ਮਿਲਿਆ। ਓ ਮਾਈ ਗੁੱਡਨੈਸ ਜੀ। ਇਸ ਤਰ੍ਹਾਂ ਦੇ ਬਹੁਤ ਐਗਜ਼ਾਮਪਲ ਹੈ ਜੀ ਇੱਥੇ ਕਹਿਣੇ। ਇੱਕ ਮਿੰਟ ਜੀ ਹੋਲਡ ਕਰਿਓ, ਮੈਂ ਵਪਾਰਕ ਸੰਦੇਸ਼ ਲੈ ਲਵਾਂ। ਤੇ ਸਾਰਿਆਂ ਨੂੰ ਬੇਨਤੀ ਆ ਕਿ ਡਾਕਟਰ ਸ਼ੈਲਿੰਦਰ ਸਿੰਘ ਨਾਲ ਤੁਸੀਂ ਗੱਲਬਾਤ ਕਰਨੀ ਹੈ ਤਾਂ 604-204-0600 ਤੁਹਾਡੇ ਸਵਾਲ ਹੋਣ ਕੋਈ। ਸੁਰਜਨ ਸਿੰਘ ਸੰਧੂ ਜੀ ਅੜੀਕਣਾ ਹੁਣੇ ਆਉਣਾ ਵਾਪਸ। ਡਾਕਟਰ ਸ਼ੈਲਿੰਦਰ ਸਿੰਘ ਮੇਰੇ ਨਾਲ ਨੇ। ਤੁਹਾਡੇ ਸਵਾਲ ਕੀ ਨੇ ਜੀ? ਉਹਨਾਂ ਨੂੰ ਤੁਹਾਡੇ ਮਨ ਦੇ ਵਿੱਚ ਕੋਈ ਨਾ ਕੋਈ ਗੱਲਬਾਤ ਹੋਏਗੀ। ਹੈਲੋ ਗਿੱਲ ਸਾਹਿਬ। ਹਾਂਜੀ ਸਰ, ਸੁਰਜਨ ਸਿੰਘ ਸੰਧੂ ਜੀ। ਸੁਖਜਿੰਦਰ ਸਿੰਘ ਸੰਧੂ। ਹਾਂਜੀ ਸੁਖਜਿੰਦਰ ਸਿੰਘ ਸੰਧੂ ਜੀ।
ਮੈਂ 2-3 ਵਾਰੀ ਕਿ ਵੀ ਤੁਹਾਡੇ ਨਾਲ ਕਨੈਕਟ ਕੀਤਾ, ਤੁਹਾਡਾ ਬਹੁਤ ਸੋਹਣਾ ਸ਼ੁਕਰੀਆ ਕਹਿੰਦੇ ਮੁੰਡੇ ਡਾਕਟਰ ਨੇ ਬਹੁਤ ਵਧੀਆ ਗੱਲ ਕੀਤੀ ਹੈ। ਮੈਂ ਬਹਿਰੀਨ ਤੋਂ ਹੀ ਆਇਆ ਜੀ, ਤੇ ਉੱਥੇ ਮੁੰਡੇ ਨਵੀਂ ਯੂਨੀਵਰਸਿਟੀ ਖੁੱਲੀ ਸੀ ਤੇ ਹੈਲੋ। ਹਾਂਜੀ ਹਾਂਜੀ ਜੀ ਹਾਂਜੀ ਡਾਕਟਰ ਸਾਹਿਬ, ਹਾਂਜੀ ਹਾਂਜੀ ਗਿਲ ਸਾਹਿਬ, ਹੋਲਡ ਕਰਿਓ ਜੀ ਪਲੀਜ਼। ਜੀ ਜੀ ਲਾਈਨ ਕੱਟੀ ਗਈ। ਹਾਂਜੀ ਹਾਂਜੀ ਮੈਂ ਹੁਣੇ ਹੀ ਥੋੜਾ ਜਿਹਾ, ਇੱਕ ਮਿੰਟ ਡਾਕਟਰ ਸਾਹਿਬ ਹੋਲਡ ਕਰਿਓ ਜੀ ਬਿਲਕੁਲ ਪਲੀਜ਼। ਹਾਂਜੀ ਦੁਬਾਰਾ ਫਿਰ ਮੈਂ ਆਇਆ ਸੰਧੂ ਸਾਹਿਬ, ਤੇ ਮੈਂ ਉੱਥੋਂ ਹੀ ਆਇਆ। ਇੱਥੋਂ ਵੀ ਤੁਹਾਡੇ ਬੈਕ ਕੈਨੇਡਾ ਤੋਂ ਵੀ ਮੁੰਡੇ ਕਾਫੀ ਗਏ, ਐਡਵਰਟਰ ਦੇ ਸੀ, ਕੈਲਗਰੀ ਦੇ ਸੀ ਜੀ, ਤੇ ਇੱਕ ਮੁੰਡਾ ਇੱਥੋਂ ਗਿਆ ਸੀ ਆਪਣੇ ਸਿੱਧੂ, ਤੇ ਉਹ ਮੇਰੇ ਕੰਟੈਕਟ ਸੀ, ਉਹਦੀ ਫੈਮਿਲੀ ਸਾਰੀ। ਅੱਛਾ, ਬਹਿਰੀਨ ਜਿਹੜੇ ਪੜ੍ਹ ਕੇ ਆਉਂਦੇ ਆ? ਹਾਂਜੀ, ਬਹਿਰੀਨ ਜਿਹੜੇ ਪੜ੍ਹ ਕੇ ਆਉਂਦੇ, ਮੈਂ ਦੱਸਣ ਲੱਗਾ ਤੁਹਾਨੂੰ। ਤੇ ਉਹ ਜਿਹੜੀ ਆਪਣੇ ਉੱਥੇ ਵਾਕਿਆ ਉਹ ਮੁੰਡੇ ਨੇ ਸਹੀ ਗੱਲ ਕੀਤੀ ਆ, ਉਹ ਇਹਨਾਂ ਦੇ ਕੰਟੈਕਟ ਦੇ ਵਿੱਚ, ਇਹਨਾਂ ਨੇ ਉਹਨਾਂ ਦੇ ਕੰਟੈਕਟ ਆ। ਤੇ ਆਪਣੇ ਮੈਂ ਤੁਹਾਨੂੰ ਹੋਰ ਦੱਸ ਰਿਹਾ ਸੀ, ਕੇਰਲਾ ਤੋਂ ਮੁੰਡੇ ਆਏ ਸੀ, ਕੁੜੀਆਂ ਆਈਆਂ ਸੀ ਮਦਰਾਸ ਦੇ ਵਿੱਚੋਂ, ਤੇ ਉਹ ਇੱਥੇ ਪਹਿਲਾਂ ਕੈਨੇਡਾ ਜਾ ਸੀ ਡਾਲੀ ਵਿੱਚ, ਉਹਨਾਂ ਨੂੰ ਦੇਖਿਆ ਵੀ 2 ਸਾਲ ਨਹੀਂ ਕੁਛ ਕਿਹਾ, ਤਾਂ ਮੁੜ ਕੇ ਉਹ ਜਾ ਕੇ ਨਾ ਉਸੇ ਯੂਨੀਵਰਸਿਟੀ ਮੇਰੇ ਤੋਂ ਦੱਸਣ ਗਏ। ਇੱਥੇ ਹੋਈ ਕਿ ਉਸ ਤੋਂ 3 ਸਾਲ ਦਾ ਸੀ, ਉੱਥੇ ਬਹਿਰੀਨ 'ਚ 1.5 ਸਾਲ ਦਾ ਸੀ। ਉਹ ਕੁੜੀਆਂ ਕਰਕੇ MG ਬਣ ਕੇ ਹੁਣ ਉਹ ਮੁੜ ਕੇ ਇੱਥੇ ਆਈਆਂ ਨੇ, ਅਮਰੀਕਾ 'ਚ ਨੌਕਰੀ ਕਰਦੇ, ਦੋਨੇ ਕੁੜੀਆਂ, ਇੱਕ ਮੁੰਡਾ ਹੈ ਕੇਰਲਾ ਦਾ। ਹੁਣ ਜਿੰਨੇ ਵੀ ਆਪਣੇ ਉੱਥੋਂ ਮੁੰਡੇ ਇੰਡੀਆ 'ਚ, ਉਹਨਾਂ ਨਿਆਣਿਆਂ ਨੂੰ ਪਤਾ ਲੱਗ ਗਿਆ ਵੀ ਸਾਡੀ ਇੰਨੀ ਵੈਲਿਊ ਨਹੀਂ ਹੈ, ਉਹ ਨੇੜੇ ਉਹਨਾਂ ਨੂੰ ਬਹਿਰੀਨ ਪੈਂਦਾ ਆ। ਅੱਛਾ ਸੰਧੂ ਸਾਹਿਬ ਸੁਣਿਓ, ਡਾਕਟਰ ਸ਼ੈਲਿੰਦਰ ਸਿੰਘ ਜੀ, ਇਹ ਬਹਿਰੀਨ ਵਾਲੀ ਯੂਨੀਵਰਸਿਟੀ ਤੋਂ ਇਸ ਤਰ੍ਹਾਂ ਗੱਲ ਠੀਕ ਹੈ ਜਿਹੜੀ ਸੰਧੂ ਸਾਹਿਬ ਦੱਸ ਰਹੇ ਨੇ? ਦੇਖੋ, ਜੇ ਤੁਸੀਂ ਡੇਟਾ ਵੱਲ ਜਾਓ, 50% ਤੋਂ ਜ਼ਿਆਦਾ ਮਤਲਬ ਜਿਹੜੀਆਂ ਸੀਟਾਂ ਹੈ ਰੈਜ਼ੀਡੈਂਸੀ ਦੀਆਂ IMG ਕੈਟਾਗਰੀ ਦੀ, ਉਹ ਸਾਰੀਆਂ ਸੇਲ ਹੋ ਰਹੀਆਂ। ਜਿਹੜੀਆਂ ਆਪਣੀ ਪਬਲਿਕ ਫੰਡਡ ਯੂਨੀਵਰਸਿਟੀਜ਼ ਹੈ ਕੈਨੇਡਾ ਦੀ, ਜਿਹੜਾ ਕਿ ਕਹਿਣ ਨੂੰ ਪਬਲਿਕ ਫੰਡਡ ਹੈ, ਪ੍ਰਾਈਵੇਟ ਨਹੀਂ ਹੈ, ਉਹਨਾਂ ਨੇ ਸਿੱਧਾ ਐਗਰੀਮੈਂਟ ਕੀਤਾ ਹੋਇਆ ਹੈ ਬਾਹਰਲੀਆਂ ਕੰਪਨੀਆਂ ਨਾਲ, ਆਇਲ ਕੰਪਨੀਜ਼ ਨਾਲ। ਜੀ, ਸੋ ਮਤਲਬ ਇਹ ਚੀਜ਼ ਜਿਹੜਾ ਪਹਿਲਾਂ ਆਪਾਂ ਗੱਲ ਕਰਦੇ ਸੀ ਉਹੀ ਕਨੈਕਸ਼ਨ ਆ। ਬਿਲਕੁਲ ਠੀਕ ਹੈ। ਜੇ ਪ੍ਰਾਈਵੇਟ ਸੀ ਤਾਂ ਫਿਰ ਵੀ ਸਮਝ ਆਉਂਦਾ ਹੈ। ਬਟ ਹਾਂਜੀ, ਜੈਸ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਉਹਨਾਂ ਨੂੰ ਵੀ ਜੀ। ਨੰਬਰ 1 ਮੇਰਾ ਕੁਐਸਚਨ ਇਹ, ਮੈਂ ਐਗਰੀ ਕਰਦਾ ਇਹਨਾਂ ਦੇ ਨਾਲ ਵੀ ਇਹਨਾਂ ਦੇ ਜਿਹੜੇ ਹੈਗੇ ਐਗਰੀਮੈਂਟ ਹੋਏ ਬਾਹਰਲੀ ਯੂਨੀਵਰਸਿਟੀ ਦੇ ਨਾਲ, ਤੇ ਜਿਹੜੇ ਸਾਡੇ ਨਿਆਣੇ ਜਿਹੜੇ ਆ ਇੱਥੋਂ ਬਾਹਰ ਜਾਂਦੇ ਪਏ ਆ, ਪਹਿਲਾਂ ਤਾਂ ਉਹ ਬੰਦ ਕਰਨਾ ਚਾਹੀਦਾ। ਗਵਰਨਮੈਂਟ ਸ਼ੁੱਡ ਬੀ ਡੂਇੰਗ ਦੈਟ, not selling a seat for $100,000. Yes. ਨੰਬਰ 2, ਮੈਨੂੰ ਪਤਾ ਵੀ ਇਹਨਾਂ ਨੇ ਆਪਣੀ ਜਿਹੜੀਆਂ ਡਿਗਰੀ ਜਿਹੜੀਆਂ ਹੈਗੀਆਂ ਉਹ ਅਪਰੂਵ ਕਰਵਾਈਆਂ ਆ, ਬਟ ਉਹ ਡਿਗਰੀ ਲੈਣ ਤੋਂ ਪਹਿਲਾਂ ਜਿਸ ਵੇਲੇ ਇਹਨਾਂ ਨੇ ਐਗਜ਼ਾਮ ਲਿਖੇ ਸੀਗੇ, ਉਹਦੀ ਕੀ ਗਰੰਟੀ ਆ ਵੀ ਉਹਦੇ ਵਿੱਚ ਉਸ ਵੇਲੇ ਕੁਛ ਨਹੀਂ ਹੋਇਆ? ਜਿਸ ਵੇਲੇ ਤੁਹਾਨੂੰ ਉਹਨਾਂ ਨੇ ਐਂਟਰੈਂਸ, ਹਾਂਜੀ, ਜਿਹਦਾ MCAT ਆ, ਕੈਨੇਡੀਅਨ MCAT ਆ, ਜੀ ਜੀ, ਉਹ MCAT ਲੈਣ ਵਾਸਤੇ ਉਸ ਵੇਲੇ ਕੋਈ ਆਪਣੇ ਪੈਸੇ ਦੇ ਕੇ ਜਾਂ ਕੁਛ ਵੀ ਉੱਥੇ ਪ੍ਰੋਬਲਮ ਨਹੀਂ ਆਈ। ਡਿਗਰੀਜ਼ ਔਨ ਅ ਸਾਈਡ। Okay, Dr. Shrinder Singh. If 2 doctors asking me, one Indian and one Canadian, they ask me to choose one doctor who you want to be operated on you, I will choose Canadian. Okay. Dr. Shrinder Singh, ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਇਸ ਬਾਰੇ ਇਹੀ ਕਹਿ ਸਕਦਾ ਵੀ ਕੈਨੇਡਾ ਤੋਂ ਹਰ ਸਾਲ ਪਤਾ ਨਹੀਂ ਕਿੰਨੇ ਹਜ਼ਾਰ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK, ਸਾਰੇ ਮੁਲਕਾਂ 'ਚ ਪਤਾ ਨਹੀਂ ਕਿੰਨੇ ਹਜ਼ਾਰ ਮਰੀਜ਼ ਹਰ ਸਾਲ ਇੰਡੀਆ ਜਾ ਕੇ ਆਪਣਾ ਇਲਾਜ ਕਰਾਉਂਦੇ। ਜੀ, ਨੰਬਰ 1। ਨੰਬਰ 2, ਜਿਹੜੀ ਇੱਕ ਗੱਲ ਕਰ ਰਹੇ ਵੀ ਅਸੀਂ ਕਿਵੇਂ ਐਗਜ਼ਾਮ ਪਾਸ ਕਰਕੇ, ਮੈਨੂੰ ਨਹੀਂ ਪਤਾ ਕਿ ਤੁਸੀਂ ਇੰਡੀਆ ਬਾਰੇ ਕੀ ਰਾਏ ਰੱਖਦੇ ਜਾਂ ਕੀ ਨਹੀਂ ਰੱਖਦੇ, ਮੈਨੂੰ ਉਸ ਬਾਰੇ ਕੋਈ ਪ੍ਰੋਬਲਮ ਨਹੀਂ ਹੈ। ਬਟ ਮੈਂ ਆਪਦੇ ਬਾਰੇ ਦੱਸ ਸਕਦਾ ਕਿ ਮੇਰਾ ਸਿਲੈਕਸ਼ਨ ਗਵਰਨਮੈਂਟ ਮੈਡੀਕਲ ਕਾਲਜ ਬੀਕਾਨੇਰ 'ਚ ਹੋਇਆ ਸੀਗਾ। ਹਾਂਜੀ, ਉਹਦੇ ਚਾਂਸਸ ਇੰਨੇ ਸੀਗੇ ਵੀ ਲੱਖਾਂ ਵਿੱਚੋਂ ਜਿਵੇਂ few hundred ਸਿਲੈਕਟ ਹੁੰਦੇ, ਕੰਪੀਟੀਸ਼ਨ ਐਗਜ਼ਾਮ ਹੁੰਦਾ ਹੈ। ਉਹਦੇ ਇਲਾਵਾ ਵੀ ਜੇ ਤੁਸੀਂ ਕਿਸੇ ਨੇ ਮੇਰੇ ਸਕੂਲ ਦਾ ਰਿਕਾਰਡ ਦੇਖਣਾ ਹੋਵੇ ਗ੍ਰੇਡ 1 ਤੋਂ ਲੈ ਕੇ, ਉਹ ਵੀ ਦੇਖ ਸਕਦੇ ਹੋ। ਉਹਦੇ ਇਲਾਵਾ ਵੀ ਮੇਰਾ ਕੋਈ ਸਾਈਕੋਲੋਜੀਕਲ ਇਵੈਲੂਏਸ਼ਨ ਕਰਵਾਉਣਾ ਹੋਵੇ ਮੇਰੀ ਇੰਟੈਲੀਜੈਂਸੀ ਦਾ, ਉਹ ਕਰ ਸਕਦੇ ਹੋ। ਮੈਨੂੰ ਕਿਸੇ ਵੀ ਲੈਵਲ ਤੇ ਕੋਈ ਵੀ ਤੁਸੀਂ ਟੈਸਟ ਕਰਨਾ ਚਾਹੋ ਕਰ ਸਕਦੇ ਹੋ। ਇੱਥੇ ਆ ਕੇ ਵੀ ਮੈਂ ਐਗਜ਼ਾਮ ਪਾਸ ਕੀਤੇ ਹੈ ਤੇ ਮੈਂ ਹੋਰ ਵੀ ਕਰ ਸਕਦਾ ਹਾਂ। ਜਿਹੜਾ ਵੀ ਮੈਨੂੰ ਤੁਸੀਂ ਕਹੋਗੇ, ਮੇਰਾ ਕਿਸੇ ਵੀ ਤਰੀਕੇ ਨਾਲ ਤੁਸੀਂ ਟੈਸਟ ਲੈ ਸਕਦੇ ਹੋ। ਜੇ ਕਿਸੇ ਨੂੰ ਮੇਰੀ ਕਾਬਲੀਅਤ ਬਾਰੇ ਕਿਸੇ ਤਰ੍ਹਾਂ ਦਾ ਵੀ ਸ਼ੱਕ ਹੈ, ਜੇ ਕਿਸੇ ਨੂੰ ਕੈਨੇਡੀਅਨ ਡਾਕਟਰਸ ਬਾਰੇ ਕੋਈ ਡਾਊਟ ਹੈ, ਉਹ ਮੈਂ ਕਲੀਅਰ ਕਰ ਦਿੰਦਾ ਕਿ ਜਿਹੜੇ ਇਹਨਾਂ ਦੇ ਹੀ ਡਾਟਾ ਹੈ, ਜਿਹੜੀ ਕੈਨੇਡਾ ਦੀ ਹੈਲਥ ਇਨਫੋਰਮੇਸ਼ਨ ਇੰਸਟੀਟਿਊਟ ਹੈ, ਉਹਨਾਂ ਦੇ ਡਾਟਾ ਹੈ ਕਿ ਕੈਨੇਡਾ ਦੇ ਡਾਕਟਰਸ ਜਿਹੜੇ ਹੈ ਅਣਗਹਿਲੀ ਕਰਦੇ ਹੈ ਸਭ ਤੋਂ ਜ਼ਿਆਦਾ, ਜਿਹੜੇ ਕਿ OECD ਦੇ ਕੰਟਰੀਜ਼ ਹੈ,
ਜਿਹੜੇ ਸਭ ਤੋਂ ਰਿਚ ਕੰਟਰੀ ਹੈ ਦੁਨੀਆ ਦੇ, ਉਹਦੇ ਵਿੱਚੋਂ ਕੈਨੇਡੀਅਨ ਡਾਕਟਰਸ ਦੇ ਵੱਲੋਂ ਮਿਸਟੇਕ ਕਰਨ ਦੇ ਚਾਂਸਸ ਆਲਮੋਸਟ 2 ਟਾਈਮਸ ਹੈ। ਫੋਰਨ ਬੋਡੀ ਨਾਲੇ ਡਾਕਟਰ ਸਾਹਿਬ ਸਰੀ ਚ ਫੈਮਿਲੀ ਫਿਜ਼ੀਸ਼ੀਅਨ ਜਿਹੜੇ ਨੇ ਉਹਨਾਂ ਚੋਂ 80% ਭਾਰਤ ਤੋਂ ਪੜ੍ਹ ਕੇ ਆਏ ਹੋਏ ਨੇ ਜਿਨ੍ਹਾਂ ਤੋਂ ਅਸੀਂ ਇਲਾਜ ਕਰਾ ਰਹੇ ਹਾਂ। 80%। ਹੋਲਡ ਕਰਿਓ ਜੀ। ਡਾਕਟਰ ਸਿਮਰਤ ਸਿੰਘ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹਾਂਜੀ, I did my graduation and post graduation both from Manipal University. ਓਕੇ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦ ਮਨੀਪਾਲ ਯੂਨੀਵਰਸਿਟੀ ਦਾ ਆਲ ਇੰਡੀਆ ਐਗਜ਼ਾਮ ਹੁੰਦਾ ਤੇ EMT ਐਗਜ਼ਾਮ 'ਚ ਤਕਰੀਬਨ 10 ਲੱਖ ਬੱਚਾ ਪੇਪਰ ਦਿੰਦਾ। ਜੀ ਜੀ। ਤੇ ਉਹ 10 ਲੱਖ 'ਚੋਂ ਮੇਰਾ ਰੈਂਕ ਸੀਗਾ 306। ਹਾਂਜੀ। ਤੇ ਹੁਣ ਤੁਸੀਂ ਦੇਖ ਲਓ ਕਿ 10 ਲੱਖ ਬੱਚਿਆਂ 'ਚੋਂ ਮੇਰਾ 306 ਰੈਂਕ ਸੀਗਾ। ਤੇ ਹਾਊ ਕੈਨ ਸਮਨ ਡਾਊਟ ਔਨ ਮਾਈ ਕੁਆਲੀਫਿਕੇਸ਼ਨ ਐਂਡ ਮਾਈ ਐਬਿਲਿਟੀ? No, sir, actually, I agree with you. They have right to doubt, but they should clear their doubt. Exactly. Right. Exactly. They should clear their doubt by some method. ਹਾਂਜੀ, ਕੱਲੇ ਬੋਲਿਓ ਜੀ। ਡਾਕਟਰ ਸਿਮਰਤ ਹੁਣ ਬੋਲੋ ਤੁਸੀਂ। ਯੈਸ। ਹਾਂਜੀ। ਹੁਣ I want to point out that we follow the same international textbooks and we follow the same international protocols. I was an ER physician and I have worked in Apollo Ludhiana and Hero DMC Heart Center Ludhiana. ਤੇ 2016 ਚ ਮੈਂ ਆਪਣੀ ਗਵਰਨਮੈਂਟ ਸਰਵਿਸ PCMS 1 ਸਰਕਾਰੀ ਨੌਕਰੀ ਛੱਡ ਕੇ ਇੱਥੇ ਕੈਨੇਡਾ ਆਇਆ। ਤੇ ਹੁਣ ਐਟ ਦਿਸ ਮੋਮੈਂਟ ਮੈਂ ਵੈਨਕੂਵਰ ਡਾਊਨਟਾਊਨ ਚ ਉਬਰ ਚਲਾ ਰਿਹਾ। ਅੱਛਾ ਡਾਕਟਰ ਸਿਮਰਤ, ਤੁਸੀਂ ਵੀ ਫਿਰ ਕੋਸ਼ਿਸ਼ ਕਰ ਰਹੇ ਹੋ ਜੀ? ਹਲੇ ਗੱਲ ਨਹੀਂ ਬਣ ਰਹੀ? ਹਾਂਜੀ, ਮੈਂ MCC QE1 ਕਲੀਅਰ ਕਰ ਲਿਆ ਤੇ ਨਾਓ ਆਈ ਐਮ ਪ੍ਰੀਪੇਅਰਿੰਗ ਫॉर ਮਾਈ NAC ਐਗਜ਼ਾਮ। ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇੱਥੇ ਵੈਨਕੂਵਰ 'ਚ ਕੋਈ ਸਟੱਡੀ ਗਰੁੱਪਸ ਹੈਗੇ ਆ ਕਿ ਜਿਹਦੇ ਨਾਲ ਅਸੀਂ ਗਰੁੱਪ ਸਟੱਡੀ ਕਰ ਸਕੀਏ ਫॉर ਆਵਰ NAC ਐਗਜ਼ਾਮ? ਆਪਣਾ ਫੋਨ ਨੰਬਰ ਸੈਂਡ ਕਰਿਓ ਪਲੀਜ਼। ਮੈਂ ਡਾਕਟਰ ਸਿਮਰਤ ਉਹਨਾਂ ਦਾ ਫੋਨ ਨੰਬਰ ਲਿਖਦਾ ਤੇ ਡਾਕਟਰ ਤੁਹਾਨੂੰ ਮੈਂ ਡਾਕਟਰ ਸਾਹਿਬ ਬਾਅਦ 'ਚ ਭੇਜਦਾ। ਮੈਂ ਹੁਣੇ ਇਹਨਾਂ ਦਾ ਲਿਖਦਾ 778 538 3645। ਠੀਕ ਆ ਡਾਕਟਰ ਸਿਮਰਤ, ਇਹੀ ਆ? ਹਾਂਜੀ ਹਾਂਜੀ, ਮੈਂ ਭੇਜ ਦਿੰਦਾ ਜੀ ਡਾਕਟਰ ਸਾਹਿਬ ਨੂੰ ਬਾਅਦ 'ਚ ਤੁਹਾਡਾ। ਹਾਂ, ਥੈਂਕ ਯੂ ਸਰ। ਥੈਂਕ ਯੂ ਸੋ ਮਚ। ਅਬੇ ਸਿੰਘ ਜੀ, ਲਾਈਨ ਨੰਬਰ 5। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਡਾਕਟਰ ਸਾਹਿਬ, ਮੇਰਾ ਸਵਾਲ ਇਹ ਹੈ ਜੀ, ਮੇਰਾ ਬ੍ਰਦਰ ਨਾ ਇੰਡੀਆ ਵਿੱਚ MBBS ਕਰ ਰਿਹਾ ਹੁਣ, ਤੇ ਜਿਹੜਾ ਪੰਜਾਬ ਮੈਡੀਕਲ ਕਾਲਜ ਆ ਪ੍ਰਿੰਸ ਕਰਕੇ ਉਹਦੇ, ਤੇ ਉਹਦਾ ਪਲਾਨ ਆ ਉਹਦੀ ਮਾਸਟਰ ਕੈਨੇਡਾ ਵਿੱਚ ਕਰਨ ਦੀ। ਬਟ ਜੋ ਅੱਜ ਮੈਂ ਤੁਹਾਡੀਆਂ ਗੱਲਾਂ ਸੁਣੀਆਂ, ਮੈਨੂੰ ਐਕਚੁਅਲੀ ਇਸ ਬਾਰੇ ਨੌਲੇਜ ਨਹੀਂ ਸੀਗੀ। ਸੋ ਹੁਣ ਮੈਨੂੰ ਪਤਾ ਨਹੀਂ ਹੈ ਕਿ ਮੈਂ ਉਹਨੂੰ ਕੀ ਸੁਜੈਸ਼ਨ ਦੇਵਾਂ। ਤੁਸੀਂ ਪਲੀਜ਼ ਥੋੜਾ ਕੋਈ ਗਾਈਡ ਕਰ ਸਕਦੇ ਹੋ ਇਹਦੇ ਬਾਰੇ? ਸੁਣਿਓ ਜੀ, ਡਾਕਟਰ ਸਾਹਿਬ ਦੱਸੋ ਜੀ। ਹਾਂਜੀ, ਬੈਸਟ ਸੁਜੈਸ਼ਨ ਤਾਂ ਇਹ ਹੈ ਕਿ USMLE ਲਈ ਟਰਾਈ ਕਰਿਓ, ਯੂਨਾਈਟਿਡ ਸਟੇਟਸ ਮੈਡੀਕਲ ਲਾਇਸੈਂਸ ਐਗਜ਼ਾਮ, ਕਿਉਂਕਿ ਦੈਟ ਇਜ਼ ਫੇਅਰ। ਉਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। ਕੈਨੇਡਾ ਵਾਂਗੂ US ਸਿਸਟਮ ਫੇਅਰ ਹੈ। ਸੋ ਆਈਡੀਅਲੀ ਹੀ ਸ਼ੁੱਡ ਗੋ ਫॉर USMLE। ਪਰਮਜੀਤ ਸਿੰਘ ਸਿੱਧੂ ਜੀ, ਲਾਈਨ ਨੰਬਰ 6। ਹਾਂਜੀ ਬਾਈ ਜੀ, ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਆਪਣਾ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ। ਸਿੱਧੂ ਸਾਹਿਬ, ਡਾਕਟਰ ਸਿੱਧੂ ਹੋਣੀ ਵੈਟਰਨਰੀਅਨ ਨੇ, ਡਾਕਟਰ ਸ਼ੈਲਿੰਦਰ ਸਿੰਘ ਜੀ। ਜੀ ਜੀ ਜੀ। ਹਾਂਜੀ ਹਾਂਜੀ ਹਾਂਜੀ, ਅਸੀਂ ਡਾਕਟਰ ਸਾਹਿਬ ਬਿਲਕੁਲ ਤੁਹਾਡੇ ਸਪੋਰਟ 'ਚ ਖੜੇ ਹਾਂ। ਕਿ ਜਿਹਦੇ ਨਾਲ ਬੀਤੀ ਹੋਵੇ ਨਾ ਉਹਨੂੰ ਜ਼ਰੂਰ ਮਤਲਬ ਆਪਦਾ ਭੁੱਲਣਾ ਨਹੀਂ ਚਾਹੀਦਾ ਉਹ ਔਖਾ ਵੇਲਾ। ਬਿਲਕੁਲ ਮਤਲਬ ਮੈਂ ਵੀ 3 ਸਾਲ ਇੱਥੇ ਟੈਕਸੀ ਚਲਾਈ ਆ। ਤੇ ਫਿਰ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਲਾਇਸੈਂਸ ਲੈ ਲਿਆ ਇੱਥੋਂ ਦਾ ਕੈਨੇਡਾ ਦਾ, ਤੇ ਪਰ ਮੈਨੂੰ BC ਦੇ ਵਿੱਚ ਅਧਿਕਾਰ ਨਹੀਂ ਸੀ ਕੰਮ ਕਰਨ ਦਾ। ਇਕੱਲੇ BC 'ਚ ਮੈਂ ਅਲਬਰਟਾ 'ਚ ਮੈਂ ਕੈਲਗਰੀ ਕੰਮ ਕਰ ਸਕਦਾ ਸੀ, ਐਡਮਿੰਟਨ, ਤੇ ਮੈਂ ਅਕ੍ਰੋਸ ਦੀ ਬਾਰਡਰ ਮੈਂ ਬਲੇਨ ਸਿਆਟਲ ਕੰਮ ਕਰ ਸਕਦਾ ਸੀ। ਦੇਖੋ ਨਾਰਥ ਅਮਰੀਕਾ 'ਚੋਂ ਮੇਰੇ ਕੋਲ ਪੈਨਸਿਲਵਾਨੀਆ ਦਾ ਲਾਇਸੈਂਸ, ਮੇਰੇ ਕੋਲ ਵਾਸ਼ਿੰਗਟਨ ਦਾ, ਕੈਲੀਫੋਰਨੀਆ ਦਾ, ਅਲਬਰਟਾ ਦਾ, ਸਾਰੇ ਲਾਇਸੈਂਸ ਮੇਰੇ ਕੋਲ। DBM ਦੇ ਵਿੱਚ BC ਨਹੀਂ ਆਉਂਦਾ ਸੀ? ਨਹੀਂ ਆਉਂਦਾ, ਇਹਦੇ ਵਿੱਚ ਆਉਂਦਾ। ਉਹ ਡਿਸਕ੍ਰਿਮੀਨੇਸ਼ਨ ਇੱਥੋਂ ਦੀ ਜਿਹੜੀ ਹੈਗੀ ਹੈ, ਅਸੀਂ BCBM ਇੱਥੋਂ ਦਾ ਬੋਰਡ, ਤੇ ਇੱਥੋਂ ਦੇ ਆਪਣੇ ਤੁਸੀਂ ਡਾਕਟਰ ਸਾਹਿਬ ਇਹ ਨਾ ਕਹੋ ਵੀ ਇੰਡੀਅਨ ਡਾਕਟਰ ਵੀ ਸਾਡੇ ਅਗੇਂਸਟ ਇੱਥੇ ਖੜੇ ਸੀਗੇ। ਉਹ ਕਹਿੰਦੇ ਵੀ ਸਾਡਾ ਹਿੱਸਾ ਵੰਡਾਇਆ ਜਾਊ, ਇਹ ਸਾਡਾ ਸ਼ਰੀਕ ਕਿੱਧਰੋਂ ਆ ਗਿਆ। ਅਸੀਂ ਫਿਰ ਕੋਰਟ 'ਚ ਗਏ। ਅਸੀਂ ਅੱਜ ਜਿਹੜੇ ਤੁਸੀਂ ਗਏ ਹੋਏਗੇ ਆ ਆਪਣੀ ਜਿਹੜੀ ਹਿਊਮਨ ਰਾਈਟ ਟ੍ਰਿਬਿਊਨਲ ਦੇ ਵਿੱਚ, ਇਹਦੇ ਅਸੀਂ ਗਏ। ਮੈਂ 3 ਸਾਲ ਕੈਲੀਫੋਰਨੀਆ ਕੰਮ ਕੀਤਾ। ਕੈਲੀਫੋਰਨੀਆ ਮੈਂ ਐਜ਼ ਏ ਡਾਕਟਰ ਹਾਂ, ਪਰ ਮੈਂ BC 'ਚ ਡਾਕਟਰ ਨਹੀਂ, ਮੈਂ ਬਲੇਨ 'ਚ ਡਾਕਟਰ ਹਾਂ, ਮੈਂ ਇੱਥੇ ਡਾਕਟਰ ਨਹੀਂ। ਸੋ ਇਹ ਅਸੀਂ ਜਿੱਤੇ ਤੇ ਫਿਰ ਸਾਡਾ ਹਾਲਾਂਕਿ ਟ੍ਰਿਬਿਊਨਲ ਨੇ ਬਾਅਦ 'ਚ ਅਸੀਂ ਮਤਲਬ ਜਿੱਤੇ ਹਾਂ, ਤੇ ਸਾਡਾ ਪਹਿਲਾਂ ਹੀ ਸਾਨੂੰ ਫੈਡਰਲ ਸਰਕਾਰ ਨੇ ਅਸੀਂ ਜਿੱਤ ਗਏ। ਉਹ ਕਹਿੰਦੇ ਵੀ ਜਾਂ ਤਾਂ ਇਹਨਾਂ ਨੂੰ $5 ਮਿਲੀਅਨ ਦੇ ਦਿਓ
ਤੇ ਜਾਂ ਇਹਨਾਂ ਨੂੰ ਲਾਇਸੈਂਸ ਦੇ ਦਿਓ। ਫਿਰ ਇਹ 5 ਮਿਲੀਅਨ ਤਾਂ ਦੇ ਨਹੀਂ ਸਕੇ, ਲਾਇਸੈਂਸ ਹੀ ਦੇਤਾ। ਉਹ ਜਾਣੀ ਜਿਵੇਂ ਕਹਿੰਦੇ ਗੰਢੇ ਤੇ ਉਹ ਵਾਲੀ, ਮੈਂ ਸਾਰੀ ਗੱਲ ਨਹੀਂ ਕਰਨੀ ਚਾਹੁੰਦਾ। ਸਾਰੇ ਇਹ ਬਿਲਕੁਲ ਤੁਸੀਂ ਰਾਈਟ ਹੋ, ਸਾਨੂੰ ਬਹੁਤ ਲੋੜ ਹੈ ਡਾਕਟਰਾਂ ਦੀ। ਮੇਰੇ ਦੋਨੇ ਬੱਚੇ ਇੱਥੋਂ ਦੇ ਡਾਕਟਰ ਆ, ਇੱਥੋਂ ਦੇ ਪੜ੍ਹੇ ਹੋਏ। ਪਰ ਮੈਂ ਇਹ ਬਿਲਕੁਲ ਤੁਹਾਨੂੰ, ਤੁਹਾਡੀ ਬਹੁਤ ਵਧੀਆ ਕੁਆਲੀਫਿਕੇਸ਼ਨ ਹੈ। ਅਸੀਂ ਇੰਡੀਅਨ ਡਾਕਟਰਾਂ ਤੋਂ ਉੱਥੇ ਕੰਮ, ਹੁਣ ਵੀ ਮੇਰੇ ਜਿਹੜੇ ਸਾਡਾ ਫੈਮਿਲੀ ਡਾਕਟਰ ਇੰਡੀਅਨ ਡਾਕਟਰ ਹੈ, ਤੇ ਡਾਕਟਰ ਗਾਂਧੀ ਵਰਗੇ ਸਾਡੇ ਦੋਸਤ ਆ, ਬੜੇ ਵਧੀਆ ਕਾਬਲ ਡਾਕਟਰ ਹੋ। ਤੁਸੀਂ ਲੱਗੇ ਰਹੋ, ਅਸੀਂ ਤੁਹਾਡੇ ਨਾਲ ਹਾਂ ਜੇ ਸਾਡੀ ਕੋਈ ਵੀ ਲੋੜ ਹੋਵੇ। ਧੰਨਵਾਦ ਡਾਕਟਰ ਸਾਹਿਬ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਸਾਰਿਆਂ ਦੀ ਉਤਸੁਕਤਾ ਹੈ, ਤੁਸੀਂ ਗੱਲਬਾਤ ਡਾਕਟਰ ਸ਼ੈਲੇਂਦਰ ਸਿੰਘ ਨਾਲ ਕਰਨਾ ਚਾਹੁੰਦੇ ਹੋ। ਬਰਾੜ ਸਾਹਿਬ, ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਦੇਖੋ ਜੀ, ਡਾਕਟਰ ਸਾਹਿਬ ਨਾਲ ਤਾਂ ਮੈਂ ਇਕੱਲੀ ਹਮਦਰਦੀ ਰੱਖਦਾ ਬਹੁਤ, ਤੇ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ। ਇਹ ਸਾਰਾ ਜਿਹੜਾ ਇਸ ਤਰ੍ਹਾਂ ਦੀਆਂ ਘੁੰਡੀਆਂ ਰੱਖੀਆਂ, ਇਹ ਰਾਜਨੀਤਿਕ ਲੋਕਾਂ ਦੀਆਂ ਰੱਖੀਆਂ ਲੱਗਦੀਆਂ ਮੈਨੂੰ। ਜਿਵੇਂ ਹੁਣ ਆਪਣੇ ਇੰਡੀਆ 'ਚ ਜਾਤ ਦੀ ਵੰਡ ਕਰ ਰੱਖੀ ਹੈ। ਉੱਥੇ ਜਿਹੜੇ ਕਾਬਲ ਬੰਦੇ ਆ ਉਹ ਰਿਜ਼ਰਵੇਸ਼ਨ ਕਰਕੇ ਉਹ ਤਾਂ ਰਹਿ ਜਾਂਦੇ ਆ ਤੇ ਦੂਜਿਆਂ ਨੂੰ ਨੌਕਰੀ ਮਿਲ ਜਾਂਦੀ ਹੈ। ਕੀ ਕੋਈ ਜਿਹੜਾ ਉਹਦਾ ਸਰਟੀਫਿਕੇਟ ਲੈਂਦੇ ਉਹ ਤਹਿਸੀਲਦਾਰ ਦਿੰਦਾ, ਮਾਲ ਮਹਿਕਮੇ ਵਾਲਾ। ਕੀ ਕੋਈ ਉਹ ਪ੍ਰੂਫ ਦੇ ਸਕਦੇ ਆ ਵੀ ਇਹ ਹਾਂ ਇਹ ਬ੍ਰਾਹਮਣ ਹੈ, ਇਹ ਜੱਟ ਹੈ, ਇਹ ਫਲਾਨਾ ਹੈ, ਫਲਾਨਾ। ਇਹ ਤਾਂ ਘੁੰਡੀਆਂ ਰੱਖੀਆਂ ਰਾਜਨੀਤਿਕ ਲੋਕਾਂ ਦੀਆਂ ਵੀ ਤੇਰੇ ਤੂੰ ਥੋੜਾ ਪੜ੍ਹਿਆ, ਫਲਾਨੀ ਯੂਨੀਵਰਸਿਟੀ ਦਾ ਨਹੀਂ, ਫਲਾਨੀ ਦਾ ਨਹੀਂ। ਜੇ ਕੋਈ ਬੋਲਦਾ ਤਾਂ ਉਹਦੀਆਂ ਵੋਟਾਂ ਖਰਾਬ ਹੋ ਜਾਂਦੀਆਂ। ਬਿਲਕੁਲ ਬਰਾੜ ਸਾਹਿਬ। ਕਮਲ ਥਾਪਰ ਜੀ, ਲਾਈਨ ਨੰਬਰ 3। ਹੈਲੋ ਜੀ ਥਾਪਰ ਜੀ। ਹੈਲੋ, ਹਾਂਜੀ ਸਰ, ਮੈਂ ਜਲੰਧਰ ਪੰਜਾਬ ਤੋਂ ਆ। ਆਈ ਵਾਜ਼ ਅ ਫਿਜ਼ੀਸ਼ੀਅਨ ਬੈਕ ਹੋਮ ਦੇਅਰ। ਮੇਰਾ ਕਾਰਡੀਓਲੋਜੀ 'ਚ ਐਕਸਪੀਰੀਅੰਸ ਹੈਗਾ ਕਾਫੀ। ਅੱਛਾ ਜੀ। ਮੈਂ MBBS ਤੋਂ ਬਾਅਦ ਕਾਰਡਿਕ ਡਿਪਲੋਮਾ ਕੀਤਾ ਸੀ, ਤੇ ਮੈਂ ਹੁਣੇ ਮੇਰੇ ਫਰੈਂਡ ਨੇ ਮੈਨੂੰ, ਮੈਂ ਸਗੋਂ ਹਸਪੀਟਲ 'ਚ ਕੰਮ ਕਰਦਾ ਇਸ ਵੇਲੇ ਐਜ਼ ਅ ਵੈਸਕੂਲਰ ਸੋਨੋਗ੍ਰਾਫਰ। ਬਟ ਫਿਜ਼ੀਸ਼ੀਅਨ ਬਣਨ ਲਈ ਇੱਥੇ ਇੰਨਾ ਹਾਰਡ ਵਰਕ ਕਰਨਾ ਪੈ ਰਿਹਾ ਹੈ। I don't know, there's no proper guidance. Exam ਲਿਖ ਕੇ ਵੀ ਲੋਕੀ ਬੈਠੇ ਰਹਿੰਦੇ ਆ। ਮੇਰੇ ਕਈ ਫਰੈਂਡਸ ਹੈਗੇ ਆ, have example ਕਿ ਜਿਨ੍ਹਾਂ ਨੇ ਆਪਣੇ ਸਾਰੇ ਐਗਜ਼ਾਮ ਕਲੀਅਰ ਕੀਤੇ, 4 ਐਗਜ਼ਾਮਸ, ਤੇ ਉਹ ਸਟਿਲ they didn't get residency ਜਾਂ ਕੋਈ ਪ੍ਰੋਗਰਾਮ 'ਚ ਨਹੀਂ ਮਿਲਿਆ। ਤੇ ਇਟ ਡਿਪੈਂਡਸ, ਮੈਨੂੰ ਲੱਗਦਾ, ਮੈਨੂੰ ਬਸ ਇਹ ਸਮਝ ਨਹੀਂ ਆ ਰਹੀ ਕਿ ਕੁਛ ਏਦਾਂ ਦਾ ਕੋਈ ਬ੍ਰਿਜਿੰਗ ਪ੍ਰੋਗਰਾਮ ਇਹਨਾਂ ਨੂੰ ਰੱਖਣਾ ਚਾਹੀਦਾ ਸੀ। ਜੇ ਬੁਲਾ ਰਹੇ ਉੱਥੋਂ PR, ਕਿ ਬ੍ਰਿਜਿੰਗ ਪ੍ਰੋਗਰਾਮ ਹੁੰਦਾ 1 year or 2 year, then ਐਗਜ਼ਾਮ ਲੈਂਦੇ 1 or 2 exams. That was the best thing they could have done. ਪਰ ਹੁਣ ਪਤਾ ਨਹੀਂ ਕਿੰਨੇ ਸਾਲ ਹੋ ਗਏ ਆ, and I don't know. ਤੇ ਬਸ ਮੈਂ ਇਹੀ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਪਿੱਛੇ ਹਾਲੇ ਤੁਹਾਨੂੰ ਕਾਲ ਕੀਤੀ ਆ, ਮੇਰੇ ਕਿਸੇ ਫਰੈਂਡ ਨੇ ਗਾਈਡ ਕੀਤਾ ਕਿ ਹੁਣੇ ਕਾਲ ਕਰ ਜੀ, ਤੇ you'll get some knowledge, some guidance from them. ਬਿਲਕੁਲ। ਡਾਕਟਰ ਸ਼ੈਲੇਂਦਰ ਸਿੰਘ ਥਾਪਰ ਉਹਨਾਂ ਨੂੰ, ਡਾਕਟਰ ਥਾਪਰ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ? ਹਾਂਜੀ, ਬਹੁਤ ਅੱਛਾ ਲੱਗਿਆ ਤੁਹਾਡੀ ਆਵਾਜ਼ ਸੁਣ ਕੇ, ਗੱਲ ਸੁਣ ਕੇ। ਮੈਂ ਤਾਂ ਇਹ ਕਹਿਣਾ ਚਾਹੁੰਦਾ, ਜਿਵੇਂ UK ਹੈ, UK 'ਚ NHS ਸਿਸਟਮ ਹੈ, ਨੈਸ਼ਨਲ ਹੈਲਥ ਕੇਅਰ ਸਿਸਟਮ। ਹਾਂਜੀ, ਉਹ ਵੀ ਪਬਲਿਕ ਸਿਸਟਮ ਹੈ, ਲਾਈਕ ਪਬਲਿਕ ਪੇ ਕਰਦੀ ਹੈ ਉਸ ਸਿਸਟਮ ਲਈ। ਐਂਡ ਡਾਕਟਰਸ ਜੋ ਹੈ ਆਪਣੇ ਸਾਰੇ ਕੰਮ ਆਰਾਮ ਨਾਲ ਕਰਦੇ ਹੈ। ਐਂਡ ਕੈਨੇਡਾ ਵਾਂਗੂ ਇੰਨਾ ਵੇਟ ਟਾਈਮਸ ਵੀ ਨਹੀਂ ਹੈ, ਡਾਕਟਰਸ ਵੀ ਅਵੇਲੇਬਲ ਹੋ ਜਾਂਦੇ, ਸਟਾਫ ਦੀ ਕੋਈ ਸ਼ਾਰਟੇਜ ਨਹੀਂ ਹੈ ਉੱਥੇ। ਪ੍ਰੋਬਲਮ ਜਿਹੜੀ ਕੈਨੇਡਾ 'ਚ ਇਹੀ ਹੈ, ਇੱਥੇ ਇਹੀ ਹੈ ਕਿ ਮਿਡ ਲੈਵਲ ਪੋਜੀਸ਼ਨਸ ਨਹੀਂ ਹੈ। ਸਪੋਜ਼ ਜਿਵੇਂ ਕੋਈ ਨਵਾਂ ਬੰਦਾ ਆਉਂਦਾ ਹੈ, ਉਹਨੂੰ ਕੋਈ ਇਨੀਸ਼ੀਅਲ ਲੈਵਲ 'ਤੇ ਕੋਈ ਜੌਬ ਚਾਹੀਦੀ ਹੈ ਜਾਂ ਜੌਬ ਐਕਸਪੋਜ਼ਰ ਚਾਹੀਦਾ ਹੈ, ਇਹ ਅਵੇਲੇਬਲ ਨਹੀਂ ਹੈ। ਮਤਲਬ ਤੁਸੀਂ ਕਿਸੇ ਵੀ ਕਲੀਨਿਕ 'ਚ ਜਾ ਕੇ ਕੰਮ ਕਰ ਸਕਦੇ, ਕਿਸੇ ਦੇ ਨਾਲ ਵੀ। ਸੁਪਰਵਾਈਜ਼ ਟ੍ਰੇਨਿੰਗ ਦਾ ਕੋਈ ਆਪਸ਼ਨ ਨਹੀਂ ਹੈ, ਹਸਪੀਟਲ 'ਚ ਵੀ ਨਹੀਂ ਹੈ ਕੋਈ ਟੈਂਪਰੇਰੀ। ਡਾਕਟਰ ਥਾਪਰ, ਤੁਹਾਡਾ ਨੰਬਰ ਮੈਂ ਡਾਕਟਰ ਸ਼ੈਲੇਂਦਰ ਸਿੰਘ ਨੂੰ ਭੇਜਤਾ ਜੀ, ਆਲਰੇਡੀ ਤੁਹਾਡੇ ਨਾਲ ਗੱਲ ਕਰ ਲੈਣਗੇ ਲੇਟਰ। ਤੇ ਮੈਨੂੰ ਉਹਦਾ ਦੇ ਸਕਦੇ ਡਾਕਟਰ ਸ਼ੈਲੇਂਦਰ ਦਾ ਨੰਬਰ? ਮੈਂ ਭੇਜਤਾ ਜੀ, ਤੁਹਾਡਾ ਨੰਬਰ ਭੇਜਤਾ ਜੀ ਡਾਕਟਰ ਸਾਹਿਬ, ਤੁਹਾਡਾ ਨੰਬਰ ਭੇਜਤਾ ਜੀ। ਹੀ ਵਿਲ ਕੰਟੈਕਟ ਯੂ। ਨਹੀਂ, ਓਕੇ, ਬਟ ਵਾਟ ਇਜ਼ ਹਿਸ ਨੰਬਰ? 437 772 1544। ਤੇ ਮੈਂ ਡਾਕਟਰ ਸ਼ੈਲੇਂਦਰ, ਮੈਂ ਸਿਰਫ 1 ਮਿੰਟ, ਜਸਟ ਨਾਟ ਇਵਨ 1 ਮਿੰਟ, ਮੈਂ 1 ਮਿੰਟ ਫਟਾਫਟ, ਕਿ ਜਿਹੜਾ NHS ਸਿਸਟਮ ਤੁਸੀਂ ਕਹਿ ਰਹੇ ਹੋ ਨਾ UK 'ਚ, ਆਈ ਨੋ, ਵਨ ਆਫ ਮਾਈ ਫਰੈਂਡ, ਉਹ ਹੁਣੇ ਹੀ ਗਿਆ ਆ ਲਾਸਟ ਈਅਰ, ਤੇ ਉਹਨੇ ਉਹਦੇ 'ਚ ਉਹ ਪਹਿਲਾਂ ਇੰਗਲਿਸ਼ ਟੈਸਟ ਕਲੀਅਰ ਕਰਨਾ ਪੈਂਦਾ ਕਹਿੰਦਾ, ਫਿਰ 2 ਪਲੈਬ ਦੇ ਐਗਜ਼ਾਮਸ ਹੈ, Part 1 and Part 2, ਦੈਨ ਉੱਥੇ ਉਹਨੂੰ ਐਸੇ ਇੰਟਰਨਸ਼ਿਪ ਜੌਬ ਮਿਲਦੀ ਆ, ਫਿਰ ਉਹਨੂੰ ਰੈਜ਼ੀਡੈਂਸੀ ਅਪਲਾਈ ਕਰਨੀ ਪੈਂਦੀ ਆ for 2-3 years। ਡਾਕਟਰ ਥਾਪਰ, ਹਾਂਜੀ ਸਰ, ਬਟ ਡਿਫਰੈਂਸ ਇਹੀ ਦੱਸ ਰਿਹਾ, ਮੈਂ ਬਾਕੀ ਕਾਲਰ ਲੈ ਲਵਾਂ, ਮੇਰੇ ਕੋਲ ਸਮਾਂ ਘੱਟ ਜਾਂਦਾ। ਟੈਕਸੀ ਚਲਾਉਣ ਦੀ ਲੋੜ ਨਹੀਂ ਹੈ ਉੱਥੇ, UK ਜਾ ਕੇ ਤੁਸੀਂ ਆਪਣੇ ਹਸਪੀਟਲ 'ਚ ਕੰਮ ਕਰ ਸਕਦੇ ਹੋ ਕਿਸੇ ਵੀ ਲੈਵਲ ਤੇ। ਚਰਨ ਸਿੰਘ ਔਜਲਾ ਜੀ, ਲਾਈਨ ਨੰਬਰ 4। ਹੈਲੋ, ਸਤਿ ਸ੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ੍ਰੀ ਅਕਾਲ ਔਜਲਾ ਸਾਹਿਬ। ਡਾਕਟਰ ਸਾਹਿਬ ਨੇ ਇਹ ਪੁੱਛਣਾ ਆ ਵੀ ਜੇ ਤੁਸੀਂ ਉੱਥੋਂ ਇੱਥੇ ਆ ਕੇ ਇੰਨਾ ਖਰਾਬ ਹੁੰਦੇ ਆ, ਸਿੰਗਾਪੁਰ ਆ ਕੇ ਟੈਸਟ ਦੇ ਦਿਓ। ਸਿੰਗਾਪੁਰ ਉਹਨਾਂ ਨੇ ਖੋਲਿਆ ਹੋਇਆ,
ਉੱਥੇ ਰਿਟਨ ਟੈਸਟ ਦੇ ਦਿਓ, ਪਾਸ ਹੋ ਜਾਓ ਤਾਂ ਤੁਹਾਨੂੰ ਉਦੋਂ ਹੀ US ਕੈਨੇਡਾ ਵਿੱਚ ਰੈਜ਼ੀਡੈਂਸੀ ਉੱਥੋਂ ਮਿਲ ਜਾਂਦੀ। ਤੁਸੀਂ ਉੱਥੋਂ ਹੀ ਟੈਸਟ ਪਾਸ ਕਰਕੇ ਆਓ। ਜੇ ਹੁਣ ਤੁਸੀਂ ਬਿਹਾਰ ਚੋਂ ਜਾਂ ਰਾਜਸਥਾਨ ਚੋਂ ਡਿਗਰੀ ਲੈ ਲੈਂਦੇ ਆ ਤੇ ਉਹਦੇ ਨਾਲ ਤੇ ਇੱਥੇ ਆ ਕੇ ਤੁਸੀਂ ਮੇਰੇ ਡਾਕਟਰ ਨਹੀਂ ਬਣਨਾ। ਡਾਕਟਰ ਸੁਰਿੰਦਰ ਸਿੰਘ ਕੀ ਗੱਲ ਹੈ ਜੀ, ਇਹ ਠੀਕ ਹੈ? ਨਹੀਂ, ਤੁਹਾਡੀ ਗੱਲ ਸਹੀ ਹੈ ਵੀ ਇਸ ਤਰ੍ਹਾਂ ਕਰਦੇ ਤਾਂ ਉਸ ਤਰ੍ਹਾਂ ਹੋ ਜਾਂਦਾ, ਬਟ ਗੱਲ ਇਹ ਹੈ ਕਿ ਜਿਹੜੇ ਬੰਦੇ ਇੱਥੇ ਆ ਚੁੱਕੇ ਆ ਉਹਨਾਂ ਨਾਲ ਤਾਂ ਕੋਈ ਜਸਟਿਸ ਹੋਣਾ ਚਾਹੀਦਾ। ਸਿੰਗਾਪੁਰ ਨੂੰ ਕਿੱਥੇ ਮੋੜਨ? ਬਿਲਕੁਲ ਠੀਕ। ਮੇਰੀ ਵਾਈਫ ਕੈਨੇਡੀਅਨ ਸਿਟੀਜ਼ਨ ਹੈ, ਤਾਂ ਮੈਂ ਕੈਨੇਡਾ ਹੀ ਆਉਣਾ ਸੀਗਾ, ਮੇਰੇ ਬੱਚੇ ਹੈ, ਪਰਿਵਾਰ ਵੱਡਾ ਹੁੰਦਾ, ਤੁਸੀਂ ਕਿਤੇ ਤਾਂ ਤੁਹਾਨੂੰ ਰਹਿਣਾ ਹੀ ਪੈਂਦਾ ਦੁਨੀਆ ਦੇ ਹਿੱਸੇ 'ਚ ਜਾ ਕੇ। ਸਰ ਪਰਮਿੰਦਰ ਸਿੰਘ ਧਾਲੀਵਾਲ, ਲਾਈਨ ਨੰਬਰ 5। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਹੁਣ ਨਾ ਮੈਂ ਸਾਰੀਆਂ ਗੱਲਾਂ ਤੇ ਸਹਿਮਤ ਹਾਂ। ਮੇਰੇ ਦੋ ਕੁਐਸਚਨ ਹੈ। ਇੱਕ ਤਾਂ ਜਿਹੜਾ ਇੰਡੀਅਨ ਡਾਕਟਰ ਜਦੋਂ ਉੱਥੇ ਪ੍ਰੈਕਟਿਸ ਕਰਕੇ ਆਉਂਦੇ ਆ, ਇੱਕ ਕੁਐਸਚਨ ਮੇਰਾ ਇਹ ਆ ਵੀ ਬਿਹੇਵੀਅਰ ਜਿਹੜਾ ਇੰਡੀਅਨ ਡਾਕਟਰਾਂ ਦਾ ਤੇ ਇੱਥੇ ਦੇ ਡਾਕਟਰਾਂ ਦਾ ਸੇਮ ਆ, ਇਹਨਾਂ ਨੇ ਉੱਥੇ ਕੰਮ ਕੀਤਾ। ਦੂਜਾ ਮੇਰਾ ਕੁਐਸਚਨ ਇਹ ਆ ਵੀ ਇੱਥੇ ਤੁਸੀਂ ਤਾਂ ਤੁਹਾਡੇ ਬੱਚੇ ਪੜ੍ਹੇ ਆ, ਮੈਨੂੰ ਪਤਾ ਵੀ ਇੱਥੇ ਜੇ ਯੂਨੀਵਰਸਿਟੀ ਦਾਖਲਾ ਲੈਣਾ ਕਿੰਨੇ 100 ਘੰਟਾ ਵਲੰਟੀਅਰ ਕੰਮ ਮੰਗਦੇ ਆ ਬੱਚੇ ਤੇ, ਕਿ ਉੱਥੇ ਜਿਹੜੇ ਜਦੋਂ ਦਾਖਲਾ ਲੈਂਦੇ ਨੇ ਇਹ ਵਲੰਟੀਅਰ ਕੋਈ ਇਹਨਾਂ ਦਾ ਕੰਮ ਕੀਤਾ ਹੁੰਦਾ, ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੁੰਦਾ। ਹੁਣੇ ਪੁੱਛਦੇ ਧਾਲੀਵਾਲ ਸਾਹਿਬ, ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਹਾਂਜੀ ਧਾਲੀਵਾਲ ਸਾਹਿਬ, ਸ਼ੁਕਰੀਆ ਤੁਹਾਡੇ ਸਵਾਲਾਂ ਲਈ। ਮੈਂ ਤੁਹਾਡੀ ਗੱਲ ਤੋਂ ਸਹਿਮਤ ਹੈ ਵੀ ਜਿਹੜੀ ਗੱਲ ਤੁਸੀਂ ਕਹੀ ਕਿ ਪਹਿਲਾਂ ਬਿਹੇਵੀਅਰ ਵਾਲੀ ਗੱਲ, ਉਹਦੇ ਬਿਹੇਵੀਅਰ ਟੈਸਟ ਕਰਨ ਲਈ ਇਹਨਾਂ ਨੇ ਟੈਸਟ ਸਿਸਟਮ ਰੱਖਿਆ ਹੋਇਆ, ਕੈਨੇਡਾ ਨੇ, ਮੈਡੀਕਲ ਕਾਉਂਸਿਲ ਆਫ ਕੈਨੇਡਾ ਨੇ ਆਪਣੇ ਐਗਜ਼ਾਮਸ ਰੱਖੇ ਹੋਏ ਹੈ। ਸੋ ਗੱਲ ਉੱਥੇ ਆ ਜਾਂਦੀ ਵੀ ਜੇ ਅਸੀਂ ਐਗਜ਼ਾਮ ਪਾਸ ਕਰ ਲਏ ਹੈ, ਦੈਟ ਮੀਨਸ ਕਿ ਸਾਡਾ ਬਿਹੇਵੀਅਰ ਜੋ ਹੈ ਜਾਂ ਸਾਡੀ ਐਥਿਕਸ ਪ੍ਰੈਕਟਿਸ ਜਿਹੜੀ ਹੈ, ਪੇਸ਼ੈਂਟ ਨਾਲ ਡੀਲ ਕਰਨ ਦਾ ਤਰੀਕਾ ਹੈ, ਉਹ ਇਹਨਾਂ ਦੇ ਸਟੈਂਡਰਡ ਨਾਲ ਮੈਚ ਕਰਦਾ ਹੈ। ਉਹਦੇ ਬਾਅਦ ਵੀ ਤੁਸੀਂ ਸਾਨੂੰ ਅਲਾਉ ਨਹੀਂ ਕਰ ਰਹੇ ਹੋ ਕੰਮ ਕਰਨ ਲਈ, ਤਾਂ ਉਹ ਚੀਜ਼ ਗਲਤ ਹੈ ਨਾ। ਬਿਲਕੁਲ, ਜੇ ਟੈਸਟ ਕਰ ਲਿਆ ਠੀਕ। ਫਿਰ ਚਮਕੌਰ ਸਿੰਘ ਸਿੱਧੂ ਜੀ, ਮਤਲਬ ਕੋਈ ਕ੍ਰਾਈਟੇਰੀਆ ਤਾਂ ਹੋਣਾ ਚਾਹੀਦਾ ਵੀ ਕੋਈ ਤਾਂ ਦੱਸੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਤੁਸੀਂ ਨਾ ਵੈਸੇ ਬਹੁਤ ਜ਼ਿਆਦਾ ਹਾਈਲੀ ਕੁਆਲੀਫਾਈਡ ਹੈਗੇ ਹੋ, ਪਰ ਨਾ ਇੱਕ ਗੱਲ ਇਹਦੇ ਵਿੱਚ ਇਹ ਹੈਗੀ ਆ ਵੀ ਥੋੜਾ ਲੇਟ ਹੋ ਜਾਂਦਾ ਸਿਸਟਮ ਦੇ ਵਿੱਚ ਨਾ। ਜਦੋਂ ਤੁਸੀਂ ਆਉਂਦੇ ਹੋ ਕਾਫੀ ਸਮਾਂ ਉੱਧਰ ਜਦੋਂ ਪ੍ਰੈਕਟਿਸ ਕਰਕੇ ਦੁਬਾਰਾ ਫਿਰ ਅਸੀਂ ਆਉਂਦੇ ਹਾਂ ਇੱਥੇ, ਤਾਂ ਉਹ ਫਿਰ ਬਹੁਤ ਜ਼ਿਆਦਾ ਸਮਾਂ ਲੰਘ ਚੁੱਕਾ ਹੁੰਦਾ। ਉਹ ਦੁਬਾਰਾ ਫਿਰ ਜਦੋਂ ਤੁਸੀਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪੈਂਦਾ, ਫਿਰ ਥੋੜੀ ਮੁਸ਼ਕਲ ਆਉਂਦੀ ਹੈਗੀ ਆ। ਦੇਖੋ ਜੀ, ਮੇਰਾ ਤਾਂ ਇਹੀ ਵਿਚਾਰ, ਕਿਉਂਕਿ ਮੇਰੇ ਬੱਚੇ ਵੀ ਡਾਕਟਰ ਨੇ, ਉਹ ਮੈਨੂੰ ਹੋਈ ਸੀ ਗੱਲ ਬੇਟੇ ਨਾਲ, ਉਹ ਦੱਸਦੇ ਸੀ, ਉਹ ਕਹਿੰਦੇ ਵੀ ਜਦੋਂ ਇਸ ਤਰ੍ਹਾਂ ਹੁੰਦੀ ਹੈ ਨਾ ਗੱਲ, ਫਿਰ ਥੋੜਾ ਜਿਹਾ ਮਤਲਬ ਮੁਸ਼ਕਲ ਆਉਂਦੀ ਹੈਗੀ ਹੈ। ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਹਾਂਜੀ, ਮੇਰਾ ਮੰਨਣਾ ਹੈ ਜੀ ਮੈਡੀਕਲ ਪ੍ਰੋਫੈਸ਼ਨ ਨੂੰ ਪ੍ਰੈਕਟਿਸ ਕਿਹਾ ਜਾਂਦਾ ਵੀ ਬੰਦਾ ਸਾਰੀ ਉਮਰ ਜੋ ਹੈ ਡਾਕਟਰ ਪ੍ਰੈਕਟਿਸ ਕਰਦਾ ਹੈ। ਵੀ ਲਰਨ ਐਵਰੀ ਸਿੰਗਲ ਡੇ, ਮਤਲਬ 60 ਇਅਰਸ ਦੀ ਏਜ ਤੇ ਜਾ ਕੇ ਬੰਦੇ ਵੀ ਨਵੀਂ ਚੀਜ਼ ਸਿੱਖ ਰਹੇ ਹੁੰਦੇ। 70 ਸਾਲ ਦਾ ਡਾਕਟਰ ਵੀ ਨਵੀਂ ਚੀਜ਼ ਸਿੱਖਦਾ ਹੈ। ਹਰ ਰੋਜ਼ ਰਿਫਰੈਸ਼ ਕਰਦੇ ਹੋ ਸਵੇਰੇ? ਹਰ ਰੋਜ਼ ਮੇਰਾ ਡਾਕਟਰ KJ ਸਿੰਘ ਕਹਿੰਦੇ ਮੈਂ ਹਰ ਰੋਜ਼ ਅੱਧਾ ਘੰਟਾ ਸਵੇਰੇ ਪੜ੍ਹਦਾ ਐਵਰੀ ਡੇ। ਜੀ, ਸੋ ਮਤਲਬ ਇਹ ਗੱਲ ਨਹੀਂ ਕਹਿ ਸਕਦੇ ਕਿ ਅਸੀਂ ਲੇਟ ਹੋ ਗਏ ਜਾਂ ਨਵੇਂ ਹੋ ਗਏ। ਅਸੀਂ ਕੋਈ ਕ੍ਰਿਕਟਰ ਜਾਂ ਕੋਈ ਮਾਡਲ ਤਾਂ ਹੈ ਨਹੀਂ ਕਿ ਸਾਡੀ ਏਜ ਲੰਘ ਗਈ ਹੋਵੇ ਕਿ ਅਸੀਂ ਕੁਝ ਕਰ ਨਹੀਂ ਸਕਦੇ। ਹਾਂਜੀ, ਡਾਕਟਰੀ ਦਾ ਇੱਕ ਹੋਰ ਲੈ ਲਈਏ। ਟਾਂਡੀ ਜੀ ਆਖਰੀ ਕਾਲਰ, ਲਾਈਨ ਨੰਬਰ 2। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਦੇਖੋ ਜੀ, ਮੇਰਾ ਤਾਂ ਸਵਾਲ ਦੋ ਹੀ ਆ। ਇੱਕ ਤਾਂ ਸਵਾਲ ਇਹ ਆ ਵੀ ਜਦੋਂ ਉੱਥੇ 3rd ਕਲਾਸ ਦੇ ਵਿੱਚ BSc ਕਰਦੇ ਆ ਤੇ ਉਹਦੇ 5 ਸਾਲ ਲੱਗਦੇ, ਤੇ ਉਹ ਡਾਕਟਰ ਜੀ ਜਦੋਂ ਇਹ ਚੱਲ ਜਾਂਦੇ ਦਾਖਲਾ ਲੈਂਦੇ ਉੱਥੇ ਜੀ ਇੰਡੀਆ 'ਚ ਡਾਕਟਰ ਬਣਾਉਂਦੇ ਆ। ਤੇ ਦੂਜਾ ਸਵਾਲ ਇਹ ਆ ਵੀ ਇੰਗਲਿਸ਼ ਟੈਸਟ ਤਾਂ ਇੱਥੇ ਦੇ ਬੱਚਿਆਂ ਨੂੰ ਵੀ ਪਾਸ ਕਰਨਾ ਪੈਂਦਾ, ਇੰਜੀਨੀਅਰ PhD ਆ ਜਾਂ ਕੁਛ ਵੀ ਆ। ਤੇ ਇਹ ਮਤਲਬ ਮੈਂ ਤਾਂ ਇਹਨਾਂ ਤੋਂ ਸਵਾਲ ਇਹ ਕਰਨਾ ਵੀ ਪਹਿਲੀ ਵਾਰੀ ਇੰਗਲਿਸ਼ ਟੈਸਟ ਪਾਸ ਹੋ ਜਾਂਦਾ, ਕਿਉਂਕਿ 4-4 5-5 ਵਾਰੀ ਇਹ ਜਿੱਦਾਂ ਵੀ ਇੰਗਲਿਸ਼ ਪਾਸ ਨਹੀਂ ਇਹਨਾਂ ਤੋਂ ਹੁੰਦੀ, ਉੱਥੇ ਭਾਵੇਂ ਇੰਗਲਿਸ਼ ਦੀ MA ਪੜ੍ਹਿਆ ਹੋਵੇ। ਇਹ ਜ਼ਰੂਰੀ ਆ ਇੱਥੇ ਜਦੋਂ ਤੁਸੀਂ ਡੀਲ ਕਰਨੀ ਆ ਨਾ, ਇੱਥੇ ਜੇ ਉੱਥੇ ਦਾ ਪੜ੍ਹਿਆ ਆ ਤੇ ਜਦੋਂ ਤੁਸੀਂ ਡੀਲ ਕਰਨੀ ਆ ਨਾ ਇੱਥੇ ਦੇ ਪੜ੍ਹਾਈ ਦੇ ਵਿੱਚ, ਤਾਂ ਤੁਹਾਨੂੰ ਉਹ ਜ਼ਰੂਰੀ ਹੋਣਾ ਚਾਹੀਦਾ। ਤੁਸੀਂ ਕਹਿ ਰਹੇ ਆ ਕਿ ਇੰਗਲਿਸ਼ ਟੈਸਟ ਇੱਕ ਕਰ ਦੇਣਾ ਚਾਹੀਦਾ, ਇਹ ਜ਼ਰੂਰੀ ਆ। ਇਹ ਕੱਢਣ ਨਹੀਂ ਕਿਹਾ, ਉਹ ਕਹਿੰਦੇ ਮੈਂ ਪਾਸ ਕੀਤਾ ਹੈ। ਅੱਛਾ ਡਾਕਟਰ ਸਾਹਿਬ ਪਲੀਜ਼, ਅਖੀਰ ਦੇ ਵਿੱਚ ਬੜਾ ਅੱਜ ਰੌਚਕ ਹੋਈ ਗੱਲ, ਬਹੁਤ ਸਵਾਲ ਨੇ ਲੋਕਾਂ ਦੇ। ਮਤਲਬ ਆਪਾਂ ਇਹ ਗੱਲਬਾਤ ਆਪਾਂ ਕੀਤੀ ਹੈ, ਤੇ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਖੀਰ ਦੇ ਵਿੱਚ ਮੈਂ ਸਰ ਇਹੀ ਕਹਿਣਾ ਚਾਹੁੰਦਾ ਕਿ ਜ਼ਿਆਦਾਤਰ ਜਿਵੇਂ ਆਪਾਂ ਪਬਲਿਕ ਦੀ ਗੱਲ ਕਰੀਏ, ਲੋਕਾਂ ਨੂੰ ਇਹ ਡਾਊਟ ਹੁੰਦਾ ਹੈ ਕਿ ਇੰਡੀਆ ਵਾਲੇ ਡਾਕਟਰ ਬੈਟਰ ਹੈ ਜਾਂ ਕੈਨੇਡਾ ਪੜ੍ਹੇ ਲਿਖੇ ਡਾਕਟਰ ਬੈਟਰ ਹੈ। ਤੇ ਮੈਂ ਉਸੇ ਡਾਊਟ ਨੂੰ ਕਲੀਅਰ ਕਰਨਾ ਚਾਹੁੰਦਾ ਵੀ ਇਸੇ ਡਿਫਰੈਂਸ ਨੂੰ ਖਤਮ ਕਰਨ ਲਈ ਟੈਸਟ ਹੁੰਦੇ ਆ, ਐਗਜ਼ਾਮ ਹੁੰਦੇ ਆ, ਜਾਂ ਕੋਈ ਹੋਰ ਕ੍ਰਾਈਟੇਰੀਆ ਹੁੰਦਾ। ਜੇ ਅਸੀਂ ਉਹ ਕ੍ਰਾਈਟੇਰੀਆ ਫੁਲਫਿਲ ਕਰਦੇ ਹਾਂ ਜਾਂ ਉਹ ਟੈਸਟ ਪਾਸ ਕਰ ਲੈਂਦੇ, ਚਾਹੇ ਉਹ ਇੰਗਲਿਸ਼ ਦਾ ਟੈਸਟ ਹੋਵੇ ਜਾਂ ਚਾਹੇ ਮੈਡੀਕਲ ਦਾ ਟੈਸਟ ਹੋਵੇ ਜਾਂ ਪੇਸ਼ੈਂਟ ਨਾਲ ਬਿਹੇਵ ਕਰਨ ਦਾ ਟੈਸਟ ਹੋਵੇ, ਜੇ ਅਸੀਂ ਉਹ ਟੈਸਟ ਪਾਸ ਕਰ ਲਏ ਤਾਂ ਸਾਨੂੰ ਰਾਈਟ ਹੋਣਾ ਚਾਹੀਦਾ ਵੀ ਅਸੀਂ ਇਸ ਸਿਸਟਮ ਦੇ ਅੰਦਰ ਰਹਿ ਕੇ ਆਪਣੀ ਮੈਡੀਕਲ ਪ੍ਰੈਕਟਿਸ ਕਰੀਏ। ਮਤਲਬ ਮੈਂ ਇਹ ਗੱਲ ਕਹਿਣਾ ਚਾਹੁੰਦਾ, ਸਾਡਾ ਸਿੱਧਾ ਕੰਪੀਟੀਸ਼ਨ ਕੈਨੇਡੀਅਨ ਡਾਕਟਰਸ ਦੇ ਨਾਲ ਹੋਣਾ ਚਾਹੀਦਾ ਹੈ।
ਉਹਨਾਂ ਨੂੰ ਵੀ ਉਸੇ ਐਗਜ਼ਾਮ 'ਚ ਬੈਠਣਾ ਚਾਹੀਦਾ ਜਿਹੜਾ ਐਗਜ਼ਾਮ 'ਚ ਅਸੀਂ ਬੈਠਦੇ ਹਾਂ। ਅਗਲੇ ਹਫਤੇ ਫੇਰ ਗੱਲਬਾਤ ਕਰਾਂਗੇ ਡਾਕਟਰ ਸ਼ੈਲੇਂਦਰ ਸਿੰਘ। ਧੰਨਵਾਦ ਤੁਹਾਡੇ ਸਮੇਂ ਲਈ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਗਿਲ ਸਰ। ਸਤਿ ਸ਼੍ਰੀ ਅਕਾਲ। ਡਾਕਟਰ ਸ਼ੈਲੇਂਦਰ ਸਿੰਘ ਗੱਲਬਾਤ ਕਰ ਰਹੇ ਸੀ। ਬਹੁਤ ਸਵਾਲ ਨੇ ਜਿਹੜੇ ਸੀ ਉਹ ਤੁਹਾਡੇ ਲਈ ਕਲੀਅਰ ਕਰਕੇ ਗਏ ਨੇ ਅਤੇ ਇਹ ਗੱਲ ਬਿਲਕੁਲ ਠੀਕ ਹੈ ਜਿਹੜੀ ਉਹ ਦੱਸ ਕੇ ਗਏ ਨੇ ਕਿ ਸਾਨੂੰ ਬਰਾਬਰਤਾ ਮਿਲਣੀ ਚਾਹੀਦੀ। ਗੱਲ ਹੈ ਜਿੱਥੇ ਜੇ ਧੱਕਾ ਹੁੰਦਾ ਤਾਂ ਉੱਥੇ ਬਰਾਬਰ ਖੜਨਾ ਚਾਹੀਦਾ। ਕੁਆਲੀਫਿਕੇਸ਼ਨ ਜਦ ਇੱਥੇ ਦੇ ਡਾਕਟਰਾਂ ਨਾਲ ਪੂਰੀ ਕਰਤੀ, ਕਮਿਊਨੀਕੇਸ਼ਨ ਠੀਕ ਹੈ, ਟੋਫਲ ਉਹਨਾਂ ਨੇ ਕਰ ਲਿਆ, ਤਾਂ ਗੱਲ ਕਿਹੜੀ ਹੈ ਇਹ? ਬਿਹੇਵੀਅਰ ਟੈਸਟ ਲੈ ਲਓ, ਬਿਠਾ ਕੇ ਦੇਖ ਲਓ ਬਈ ਜਿਹੜਾ ਬਹਿਣਾ ਉੱਠਣਾ ਗੱਲਬਾਤ ਕਰਨੀ ਠੀਕ ਹੈ। ਕਮਿਊਨੀਕੇਸ਼ਨ ਅਸੀਂ ਵੀ ਕਮਿਊਨੀਕੇਸ਼ਨ, ਸਾਡੀ ਕਿਹੜਾ ਅੰਗਰੇਜ਼ੀ ਇੱਥੇ ਦੇ ਜੰਮੇ ਪਲੇ ਵਾਂਗੂ ਆ ਅਤੇ ਅਸੀਂ ਨਹੀਂ ਸਰਵਾਈਵ ਕਰ ਰਹੇ। ਸੋ ਇਹ ਵੀ ਕਰ ਸਕਦੇ ਨੇ। ਇੱਕ ਸਾਰੇ ਪ੍ਰੋਫੈਸ਼ਨਲ ਬੜੇ ਧੱਕੇ ਖਾ ਕੇ ਇਹਦੇ ਵਿੱਚੋਂ ਲੰਘਦੇ ਨੇ ਅਤੇ ਇਵੈਂਚੁਅਲੀ ਕਿਤੇ ਗੱਲ ਹੋ ਜਾਂਦੀ ਹੈ, ਪਰ ਬਹੁਤਾਂ ਤੇ ਪਰਿਵਾਰ ਦਾ ਵਜ਼ਨ ਹੁੰਦਾ ਉਹ ਛੱਡ ਜਾਂਦੇ ਨੇ। ਇਹ ਸੀ ਜੀ ਅੱਜ ਦਾ ਪ੍ਰੋਗਰਾਮ ਅਤੇ ਕੱਲ੍ਹ ਨੂੰ ਸ਼ੁੱਕਰਵਾਰ ਆਖਰੀ ਪ੍ਰੋਗਰਾਮ ਇਸ ਹਫ਼ਤੇ ਦਾ ਹੋਏਗਾ। ਵਾਪਸ ਮਿਲਦੇ ਹਾਂ ਕੱਲ੍ਹ ਨੂੰ 9:10 'ਤੇ। ਰੱਬ ਰਾਖਾ।